एक दूसरे दियां एक कीती। देखो ए मेरे दोस्त ने एक मिनट मैं खुल के कहना ए सारे अहमद मेरा दोस्त है अली अकबर पुराना दोस्त बने हैं और सब जानी है भाई तो मैं कल ਇਹਨਾਂ ਤੋਂ ਬੜਾ सुनो ਖੁਸ਼ ਹਾਂ। एक मिनट ਇਹ ਬੜੀ ਅੱਛੀ ਬਰਾੜ ਲਾਉਂਦੇ ਸਨ। ਅਲੀ ਅਕबर ਸਾਹਿਬ ਹੀ ਚਲਾ ਮੇਰੇ ਵਗਣਾ ਥੋੜੇ ਵੀ ਪੰਜਾਰੋ ਭਾਈ ਤੁਸੀਂ ਗੱਲ ਨਹੀਂ ਸੁਣ ਰਹੇ ਜੀ ਮੈਂ ਜੀ ਕਿਹਾ ਆਪਣੇ ਯਾਰਾਂ ਨੂੰ ਡੱਕਿਆ ਕੱਲ ਮੈਂ ਕਿ ਨਹੀਂ ਤੁਸੀਂ ਨਹੀਂ ਕਰਨਾ ਇੱਥੇ ਗਵਾਹ ਹੈ ਜਾਨੀ ਗਵਾਹ ਹੈ ਸੀਸੀਟੀ ਗਵਾਹ ਹੈ ਅਲੀ ਅਕਬਰ ਖੁਦ ਗਵਾਹ ਹੈ ਅਹਿਮਦ ਗਵਾਹ ਹੈ ਦੂਜੇ ਵੱਡੇ ਭਾਈ ਹੈ ਦੂਸਰੇ ਭਾਈ ਅਹਿਮਦ ਇਹ ਗਵਾਹ ਨੇ ਔਰ ਰਾਣਾ ਸਾਹਿਬ ਆਜ਼ਾਦ ਰਾਜਪੂਤ ਉਹ ਗਵਾਹ ਹੈ ਹੋਰ ਬੰਦੇ ਗਵਾਹ ਨੇ ਪੁੱਛ ਲਓ ਇਹਨਾਂ ਦੇ ਨਾਲ ਬੈਠਦਾ ਉੱਠਦਾ ਵਾਂ ਇਹਨਾਂ ਨੂੰ ਡੱਕਿਆ ਹੈ ਕਿ ਨਾ ਕਰੋ ਯਾਰ ਉਹ ਵੀ ਇਸ ਟਾਈਮ ਗੁੱਸਾ ਹੈ ਦੋਵਾਂ ਪਾਰਟੀਆਂ ਨੂੰ ਪੁੱਛ ਲਓ ਮੈਂ ਤੇ ਇਹ ਕੀਤੀ ਗੱਲ ਇਹਨਾਂ ਨੂੰ ਡੱਕਿਆ ਕਿ ਨਾ ਕਰੋ ਉਹ ਵਿੱਚ ਬੈ ਕੇ ਫੋਨ ਵੀ ਕਰਦਾ ਪਿਆ ਵਾ ਦੇਖੋ ਤੁਹਾਡੀ ਅੱਖਾਂ ਦੇ ਸਾਹਮਣੇ ਡੱਕਦਾ ਪਿਆ ਕਿ ਬ੍ਰਦਰ ਨਿਕਲਣਾ ਕੁਛ ਨਹੀਂ ਹੁਣ ਤੁਸੀਂ ਸਾਬਤ ਉਹਨੂੰ ਇੱਕ ਬੰਦੇ ਨੂੰ ਗੰਦਿਆ ਸਾਬਤ ਕਰਨ ਵਾਸਤੇ ਅਸੀਂ ਬੜੀ ਵੱਡੀ ਗਲਤੀ ਬੜਾ ਵੱਡਾ ਨੁਕਸਾਨ ਉਠਾ ਲੈਣਾ ਨੁਕਸਾਨ ਹੈ ਕਿ ਉਹ ਮਹਾਦ ਦੀ ਬਿਸ਼ਾਨ ਚ ਬੇਹੁਰਮਤੀ ਕੀਤੀ ਕਿਸੇ ਨੇ ਉਹਨੂੰ ਤੁਸੀਂ ਦੁਬਾਰਾ ਰਿਪੀਟ ਕਰੋਗੇ ਲੋਕਾਂ ਨੂੰ ਸਾਬਤ ਕਰਨ ਦੇ ਲੋਕਾਂ ਨੂੰ ਤਾਂ ਜੁੱਤੀ ਤੇ ਲਿਖੋ ਅੱਲਾਹ ਨੂੰ ਤੇ ਨਾਰਾਜ਼ ਨਹੀਂ ਜੇ ਕਰਨਾ ਗੱਲ ਹੀ ਨਹੀਂ ਹੈ ਸਾਰੀ ਅੱਗੇ ਹੁਣ ਤੁਹਾਡੀ ਜੋ ਮੇਰੀ ਓਪੀਨੀਅਨ ਸੀ ਮੈਂ ਰੱਖ ਦਿੱਤੀ ਹੈ ਨਹੀਂ ਨਹੀਂ ਮੇਰਾ ਔਰ ਮਲਕ ਦਾ ਝਗੜਾ ਹੋਇਆ ਸੀ ਮੈਂ ਉੱਥੇ ਗੱਲ ਕੀਤੀ ਸੀ ਮੇਰਾ ਤੇ ਉਹਦਾ ਜ਼ਾਤੀ ਮਾਮਲਾ ਹੈ ਯਾਦ ਕਰੋ ਮੈਂ ਕਿਹਾ ਸੀ ਮੇਰਾ ਉਹਦਾ ਜ਼ਾਤੀ ਮਾਮਲਾ ਹੈ ਚੱਲ ਰਹਿਣਾ ਮੈਨੂੰ ਡੱਕਿਆ ਗਿਆ ਮੈਨੂੰ ਰਾਜਮਨਾ ਨੇ ਹੋਰਾਂ 50 ਬੰਦਿਆਂ ਨੇ ਮੇਰੇ ਯਾਰਾਂ ਨੇ ਇੱਧਰ ਰੋਕਿਆ ਮੈਂ ਕਿਹਾ ਨਹੀਂ ਮੇਰਾ ਇਹਦਾ ਜ਼ਾਤੀ ਮਾਮਲਾ ਹੈ ਇਹ ਲੋਕ ਜ਼ਾਤੀ ਰੰਜਿਸ਼ ਕੱਢਦੇ ਪਏ ਨੇ ਮਗਰ ਨਾਮ ਜਮਾਤ ਦਾ ਲੈਂਦੇ ਨੇ ਜ਼ਿਆਦਤੀ ਨਹੀਂ ਜ਼ੁਲਮ ਹੈ ਬੇਸ਼ੱਕ ਇਹੋ ਹੀ ਤਾਂ ਮੈਂ ਕਿਹਾ ਨਾ ਕਿ ਪਿੱਛੇ ਜੀ ਮਹੀਨਾ 2 ਮਹੀਨੇ ਪਹਿਲਾਂ ਵੇਖੋ ਨਾ ਕਿ ਇੱਕ ਦੂਜੇ ਦੀ ਇਹਨਾਂ ਨੇ ਕੱਛੇ ਲਾ ਖੜੇ ਨੇ ਸਿਰਫ ਇਸ ਮਾਰਿਆਂ ਜੀ ਗਿਫਟਿੰਗ ਤੇ ਫਲਾਣੇ ਦੀ ਬਰਾੜ ਤੇ 200 ਬੰਦਾ ਬੈਠਾ ਹੁੰਦਾ ਮੇਰੀ ਤੇ 100 ਕਿਉਂ ਘੱਟ ਹੈ ਮੇਰੀ ਤੇ 300 ਕਿਉਂ ਘੱਟ ਹੈ ਉਹਨੂੰ ਇੰਨੇ ਫੁੱਲ ਪੈ ਗਏ ਨੇ ਮੈਨੂੰ ਇੰਨੇ ਕਿਉਂ ਫੁੱਲ ਨਹੀਂ ਪਏ ਤੇ ਇੱਕ ਦੂਜੇ ਦੀ ਮਾਂ ਭੈਣ ਕੀਤੀ ਫਿਰ ਉਹ ਗਾਲਾਂ ਹਜੇ ਤੱਕ ਉਹ ਵੀਡੀਓ ਆਡੀਓ ਜਿਹੜੇ ਨਾ ਉਹ ਤੁਹਾਡੇ ਜਿਹੜੇ ਮੁਖਾਲਫ ਨੇ ਉਹ ਚਲਾਉਂਦੇ ਨੇ ਵੇਖੋ ਜੀ ਇਹ ਤੇ ਇੰਜ ਨੇ ਇਹ ਇੰਜ ਨੇ ਉਹ ਜਿੱਥੇ ਬੈਂਦੇ ਨੇ ਉਹ ਕਹਿੰਦੇ ਨੇ ਵੇਖੋ ਇਹ ਤਬਲੀਗ ਕਰਨ ਆਏ ਨੇ ਪਹਿਲੇ ਨੰਬਰ ਤੇ ਜਮਾਤ ਤੁਹਾਨੂੰ ਇਹ ਟਿਕਟੋਕ ਤੇ ਕੋਈ ਇੱਕ ਬੰਦਾ ਵੀ ਆ ਜਿਹੜੇ ਵੀ ਇੱਥੇ ਖੋਲ ਕੇ ਬੈਠੇ ਨਾ ਕੋਈ ਇੱਕ ਵਿਖਾ ਦੇਵੇ ਕਿ ਮੈਨੂੰ ਜਮਾਤ ਵੱਲੋਂ ਜਮਾਤ ਨੇ ਸਰਟੀਫਿਕੇਟ ਦਿੱਤਾ ਜਾਂ ਮੈਨੂੰ ਜਮਾਤ ਨੇ ਕੋਈ ਲੈਟਰ ਦਿੱਤਾ ਕਿ ਮੈਂ ਇੱਥੇ ਬਹਿ ਕੇ ਤਬਲੀਗ ਕਰਾਂ ਕਿਸੇ ਕਿਸਮ ਨੂੰ ਹੈ ਨਹੀਂ ਇੱਕ ਦਿਨ ਸੁਣੋ ਕੱਲ ਇੱਥੇ ਅਬਦੁੱਲਾ ਆਇਆ ਮੈਂ ਉਹਨੂੰ ਚੁੱਕਿਆ ਮੇਰੀ ਰਿਕੁਐਸਟ ਤੇ ਉਹਨੂੰ ਚੁੱਕਿਆ ਗਿਆ ਇਹਨਾਂ ਨੂੰ ਕਈ ਦੋਸਤਾਂ ਕਿਹਾ ਕਿ ਯਾਰ ਗਾਲਾਂ ਉਹਨੇ ਕਿਹਾ ਵੀ ਅਸੀਂ ਹਰ ਜਗ੍ਹਾ ਤੇ ਨਹੀਂ ਕਰਦੇ ਜਿਹੜਾ ਕੋਈ ਸਾਨੂੰ ਸ਼ੁਰੂ ਨਹੀਂ ਕਰਦਾ ਅਸੀਂ ਉਹਨੂੰ ਨਹੀਂ ਕਹਿੰਦੇ ਪੁੱਛ ਲਓ ਸਾਹਮਣੇ ਅਹਿਮਦ ਸਾਹਿਬ ਤੁਸੀਂ ਮੌਜੂਦ ਸੋ ਇੱਥੇ ਉਹਨੇ ਕੋਈ ਗੱਲ ਨਹੀਂ ਕੀਤੀ ਉਹ ਸਵਾਲਾਤ ਇਲਮੀ ਕਰਦਾ ਰਿਹਾ ਠੀਕ ਹੈ ਉਹ ਚੱਕਰ ਹੈ ਕਿ ਉਹਨਾਂ ਦੇ ਕਾਬਰੀ ਨੂੰ ਤੁਸੀਂ ਹੁਣ ਮੈਨੂੰ ਨਹੀਂ ਸਮਝ ਆਉਂਦੀ ਇਮਾਮ ਬਾਕਰ ਨੂੰ ਸਾਡੇ ਖਲੀਫਾ ਸੈਯਦਨਾ ਇਮਾਮ ਬਾਕਰ ਲਿਖਦੇ ਨੇ ਇਹ ਉਹਨਾਂ ਨੂੰ ਤਸਵੀਰਾਂ ਲਾ ਕੇ ਟੰਗ ਦਿੰਦੇ ਨੇ ਤੁਹਾਨੂੰ ਅੱਲਾਹ ਹਦਾਇਤ ਦੇ ਸਾਰਿਆਂ ਨੂੰ ਤੁਹਾਡੀ ਅਕਲ ਖਲੀਫਾ ਤੋਂ ਵੀ ਵੱਡੀ ਹੈ ਜੀ ਵੱਡੀ ਹੈ ਜੀ ਵੱਡ ਗਈ ਲਾ ਦੇ ਗਿਆ ਅਹਿਮਦ ਸਾਰਿਆਂ ਨੂੰ ਇਸ ਵਕਤ ਤੇ ਸਾਰਿਆਂ ਨੂੰ ਵੱਡੀ ਬਣੀ ਹਾਂ ਜਿਹੜੀ ਗੱਲ ਵੇਖੋ ਰਿਐਲਿਟੀ ਜਿਹੜੀ ਹੈ ਨਾ ਇਸ ਟਾਈਮ ਜ਼ਮੀਨੀ ਖੁਦਾਵਾਂ ਦੀ ਔਰ ਜਿਹੜੇ ਖੁਦ ਖਲੀਫਾ ਨੇ ਖੁਦ ਖੁਦਾ ਨੇ ਖੁਦ ਜਮਾਤ ਨੇ ਖੁਦ ਨਿਜ਼ਾਮ ਨੇ ਤੇ ਭਾਈ ਉਹਨਾਂ ਦੀ ਪਾਵਰ ਜ਼ਿਆਦਾ ਹੈ ਅੱਲਾ ਰਹਿਮ ਕਰੇ ਅੱਲਾ ਰਹਿਮ ਕਰੇ ਉਹ ਬਾਈ ਵੇਖੋ ਜਿਹੜੇ ਗੈਰਾਂ ਦੀ ਕਾਰਡ ਖੇਡਦੇ ਨੇ ਉਹੀ ਜਿਹੜਾ ਇੱਕ ਮੁਖੰਨਸ ਬੰਦਾ ਕਾਰਡ ਖੇਡਣ ਉਹ ਮਾਫੀ ਮੰਗੇ ਮੈਂ ਛੱਡ ਦਾਂਗਾ ਯਾਰ ਜਾਣ ਦਿਓ ਜੱਟ ਸਾਹਿਬ ਮੇਰੀ ਤੁਹਾਡੇ ਰਿਕੁਐਸਟ ਹੈ ਹੱਥ ਜੋੜ ਕੇ ਮੈਂ ਕਹਿੰਦਾ 1122 ਦੀ ਖਾਤਰ ਇੰਨਾ ਗੁੱਸੇ ਚ ਆ ਗਏ ਹੋ ਨਹੀਂ ਜੱਟ ਸਾਹਿਬ ਅਗਰ ਕਹਿੰਦੇ ਤਾਂ ਮੈਂ ਕਿ ਤੁਹਾਡੇ ਕੈਮਰਾ ਖੋਲ ਕੇ ਨਾ ਮੈਂ ਤੁਹਾਡੇ ਅੱਗੇ ਹੱਥ ਜੋੜ ਦੇਣਾ ਵੀਰ ਪੁਜਾਰੋ ਭਾਈ ਇੱਕ ਆਪਣੇ ਈਮਾਨ ਨਾਲ ਗੱਲ ਦੱਸੋ ਇਹ ਕਿਹੜੇ ਬੰਦੇ ਗੁਸਤਾਖੀ ਤੇ ਗੱਲ ਕਰਨ ਡਏ ਨੇ ਪਾਓ ਚੌਧਰੀ ਸ਼ਜਾਨ ਨਹੀਂ ਕਹਿੰਦਾ ਮਿੱਟੀ ਪਾਓ ਰੋਟੀ ਛੋਟੀ ਲਿਆ ਖਾਓ ਤੁਸੀਂ ਆਪ ਦੱਸੋ ਕਿ ਇਸ ਟਿਕਟਾਕ ਤੇ ਮੈਂ ਜਿਸ ਬੰਦੇ ਨੂੰ ਦੋ ਨੂੰ ਅਗਰ ਕਿਸੇ ਨੂੰ ਜਾਣਨਾ ਨਾ ਸਭ ਤੋਂ ਪੁਰਾਣੇ ਟਿਕਟਾਕ ਤੇ ਇੱਕ ਪੀਰ ਪੁਜਾਰੋ ਤੇ ਇੱਕ ਮੀਆਂ ਸਾਹਿਬ ਠੀਕ ਹੈ ਇਹਨਾਂ ਨੂੰ ਮੈਂ ਮਤਲਬ ਕਹ ਲਓ ਕਿ 5 ਸਾਲ ਕਰੋਨਾ ਤੋਂ ਬਾਅਦ ਜਦੋਂ ਕਰੋਨਾ ਦੇ ਕਰੀਬ ਕਿਤੇ ਆਈ ਹੈ ਟਿਕਟਾਕ ਠੀਕ ਹੈ ਮੈਂ ਇਹਨਾਂ ਨੂੰ ਉਦੋਂ ਦਾ ਜਾਣਦਾ ਇਹਨਾਂ ਨੂੰ ਠੀਕ ਹੈ ਬਈ ਇਹਨਾਂ ਕੋ ਕੋਈ ਸ਼ਾਇਦ ਛੁਪੀ ਹੈ ਸਾਰਾ ਇਹਨਾਂ ਨੂੰ ਪਤਾ ਕੌਣ ਕੀ ਕਰਦਾ ਕਿਹੜਾ ਬੰਦਾ ਗੁਸਤਾਖੀ ਕਰਦਾ ਕਿਹੜਾ ਨਹੀਂ ਕਰਦਾ ਹੁਣ ਅਗਰ ਕੋਈ ਬੰਦਾ ਕਰਦਾ ਇਹਦਾ ਇਹ ਮਤਲਬ ਨਹੀਂ ਕਿ ਉਹਨੂੰ ਤੁਸੀਂ ਗੁਸਤਾਖ ਹੋ ਔਰ ਦੂਜੇ ਗੁਸਤਾਖ ਨੂੰ ਤੁਸੀਂ ਕਹਿਣ ਦੇ ਕਿ ਉਹਨੂੰ ਅਸੀਂ ਵਾਇਰਲ ਕਰਾਂਗੇ ਬਈ ਕਰੋ ਨਾ ਤੁਹਾਨੂੰ ਬੜਾ ਚਾਅ ਵੇ ਤੁਹਾਨੂੰ ਹੁਣੇ ਵਾਇਰਲ ਕਰਨਾ ਥੋੜੀ ਦੇਰ ਸਬਰ ਕਰ ਲਓ ਬਸ ਇੰਤਜ਼ਾਰ ਕਰੋ ਨਹੀਂ ਚਲੋ ਮੈਨੂੰ ਇੰਨਾ ਤੁਸੀਂ ਜਾਣਦੇ ਹੋ ਇੰਨਾ ਪੁਰਾਣਾ ਜਾਣਦੇ ਹੋ ਤੁਸੀਂ ਕਰੀ ਵੇਖਿਆ ਕਿ ਮੈਨੂੰ ਕਿਸੇ ਬੰਦੇ ਨੇ ਬੜਿਆਂ ਨੇ ਮੇਰੇ ਨਾਲ ਜ਼ਿਆਦਤੀਆਂ ਕੀਤੀਆਂ ਨੇ ਮੈਂ ਕਦੀ ਕਿਸੇ ਦੇ ਖਿਲਾਫ ਬਰਾੜ ਲਾ ਕੇ ਗਾਲਾਂ ਵੀ ਕੱਢੀਆਂ ਨੇ ਉਹ ਜਿਹੜਾ ਉਹ ਆਵਾਜ਼ ਵਾਲਾ ਆਡੀ ਵਾਲਾ
ਉਹਨੇ ਮੈਨੂੰ ਅਗਲੇ ਦਿਨ ਗਾਲਾਂ ਵੀ ਕੱਢੀਆਂ। ਮੈਂ ਬਰਾੜ ਹੀ ਛੱਡ ਕੇ ਤੁਰ ਗਿਆ। ਮੈਂ ਕਿਹਾ ਯਾਰ ਇਹਨੂੰ ਮੈਂ ਤਾਂ ਨਾਰਮਲ ਕਿਸੇ ਦੀ ਬਰਾੜ ਤੇ ਕਰੀ ਗਿਆ ਨਹੀਂ, ਤੇ ਉਹ ਤਾਹਰ ਦੀ ਬਰਾੜ ਲੱਗੀ, ਉਹਨੇ ਮੈਨੂੰ ਚੁੱਕਿਆ ਤੇ ਉੱਥੇ ਉਹ ਤੇ ਐਵੇਂ ਹੀ ਪਿਆ ਦੇ ਇੰਜ ਤੇ ਇਸ ਤਰ੍ਹਾਂ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੇਰਾ ਮੇਰਾ ਕੋਈ ਇਹੋ ਜਿਹਾ ਕੋਈ ਗੱਲਬਾਤ ਨਹੀਂ, ਤੇ ਤੂੰ ਨਾ। ਉਹ ਗਾਲਾਂ ਕੱਢੀ, ਮੈਂ ਚੁੱਪ ਕਰਕੇ ਤੁਰ ਗਿਆ। ਬਈ ਇਹ ਫਾਇਦਾ ਕੋਈ ਨਹੀਂ ਇਸ ਚੀਜ਼ ਦਾ। ਤੇ ਤੁਸੀਂ ਇੰਨਾ ਪੁਰਾਣਾ ਮੈਨੂੰ ਜਾਣਦੇ, ਵੇਖ ਲਵੋ ਅਗਰ ਕੋਈ ਕਿ ਮੈਂ ਕੋਈ ਇਹੋ ਜਿਹਾ ਕੰਮ ਕੀਤਾ। ਹਾਂ, ਅਗਰ ਕੋਈ ਦੂਸਰੇ ਮਜ਼ਹਬ ਵਾਲਾ ਬਰੇਲਵੀ, ਕੋਈ ਦੇਵਬੰਦੀ, ਉਹ ਅਗਰ ਕੋਈ ਖਿਲਾਫ ਮੇਰੇ ਲਾਉਂਦਾ ਵਾ, ਮੈਂ ਤੇ ਉਹਨੂੰ ਫਿਰ ਫਾਂਡਣਾ ਵਾ, ਸਹੀ ਫਿਰ ਫਾਂਡਾ ਦਵਾਨਾ ਵਾ। ਤੇ ਇਹ ਆਪੋ 'ਚ ਜਿਹੜਾ ਨਾ ਉਹ ਫਿਰ ਉਹਦਾ ਫਾਇਦਾ ਕੋਈ ਨਹੀਂ ਹੁੰਦਾ, ਉਹ ਉਲਟਾ ਨੁਕਸਾਨ ਹੁੰਦਾ ਵਾ। ਉਹ ਦੂਸਰੇ ਦੇ ਹੱਥ 'ਚ ਕਾਰਡ ਆਉਂਦਾ ਵਾ, ਤੇ ਇਹਦੇ 'ਚੋਂ ਨਿਕਲਣਾ ਕੁਛ ਨਹੀਂ। ਤੁਸੀਂ ਵੀ ਅੱਗੇ ਲਾਉਂਦੇ ਰਹੇ ਹੋ ਸ਼ੁਰੂ 'ਚ, ਕੋਈ 2-3 ਮਹੀਨੇ ਪਹਿਲਾਂ ਉਹਨੂੰ ਲਾਇਆ ਹਨ, ਫਿਰ ਉਹ ਤੁਸੀਂ ਵੀ ਉਹਨੂੰ ਟੰਗ ਦਿੰਦੇ ਹੋ, ਕਰੀ ਕਿਸੇ ਨੂੰ ਟੰਗ ਦਿੰਦੇ ਸੋ। ਉਹ ਫਿਰ ਤੁਹਾਨੂੰ ਮਗਰੋਂ ਫਿਰ ਫੋਨ ਵੀ ਆਉਂਦੇ ਸਨ, ਉਹ ਫਿਰ ਤੁਸੀਂ ਬਰਾਂਡ ਵੀ ਕਰਦੇ ਸੋ। ਜੱਟ ਸਾਹਿਬ ਇੰਨੀ ਗੱਲ ਹੈ ਨਾ, ਕਰੀ ਕਿਸੇ ਨੂੰ ਟੰਗਿਆ ਹੁੰਦਾ ਸੀ ਤੁਸੀਂ। ਇਹ ਸਭ ਇੱਕ ਗੱਲ ਦੱਸੋ, ਭਾਈ ਅਮਨ ਲਾਉਂਦੇ ਨੇ ਗੱਲ, ਠੀਕ ਹੈ ਮੰਨ ਲਿਆ, ਇਹ ਉਹਨੂੰ ਗਲਤ ਸਾਬਤ ਕਰ ਦਿੰਦੇ ਨੇ। ਅਮਨ ਭਾਈ ਤੁਸੀਂ ਵੀ ਸੁਣੋ। ਅਮਨ ਭਾਈ ਤੁਸੀਂ ਇਹ ਲਾਉਂਦੇ ਹੋ ਰਿਕਾਰਡਿੰਗਸ ਉਹਦੀਆਂ, এনवायरमेंट ਦੀ ਲਾਉਂਦੇ ਹੋ, ਸਾਬਤ ਹੋ ਗਿਆ ਕਿ ਉਹਨੇ ਗਲਤੀ ਕੀਤੀ ਹੈ, ਠੀਕ ਹੈ। ਤੁਹਾਨੂੰ ਕੀ ਮਿਲੇਗਾ ਤੇ ਉਸ ਇਹ ਸਵਾਲ ਹੈ। ਸਾਬਤ ਹੋ ਗਿਆ ਕਿ ਉਹ ਗਲਤ ਕੀਤਾ ਹੈ, ਲੇਕਿਨ ਉਹ ਸਭ ਕੁਝ ਸਾਬਤ ਕਰਨੇ ਦੇ ਦੌਰਾਨ ਵਿੱਚ ਉਹ ਮੁਹਾਤਲ ਮੋਮਿਨੀਨ ਦੀ ਸ਼ਾਨ 'ਚ ਜਿਹੜੀ ਗੁਸਤਾਖੀ ਹੋਈ ਹੈ, ਉਹ ਕਿਤਨੀ ਮਜ਼ੀਦ ਤਸ਼ਹੀਰ ਹੋਏਗੀ, ਇਹ ਸਵਾਲ ਹੈ ਮੇਰਾ। ਮੈਨੂੰ ਪਤਾ ਹੈ ਕਿ ਤੁਹਾਨੂੰ ਗੱਲ ਮੇਰੀ ਸਮਝ ਆ ਜਾਂਦੀ ਹੈ, ਮੈਨੂੰ ਇਸ ਗੱਲ ਦਾ ਵੀ ਅੱਛੀ ਤਰ੍ਹਾਂ ਪਤਾ ਹੈ ਕਿ ਪੜ੍ਹਿਆ ਲਿਖਿਆ ਬੰਦਾ, ਤੈਨੂੰ ਗੱਲ ਸਮਝ ਆਉਂਦੀ ਹੈ। ਅਬ ਹਕੀਕਤ ਗੱਲ ਹੈ ਕਿ ਟਿਕਟਾਕ ਛੱਡਣ ਦਾ ਇੱਕੋ ਹੀ ਮਕਸਦ ਸੀ, ਔਰ ਥੋੜਾ ਜਿਹਾ ਆਪਣੇ ਆਪ ਨੂੰ ਨਾ ਬ੍ਰੇਕ ਲੈਣ ਦਾ ਇੱਕੋ ਹੀ ਮਕਸਦ ਸੀ। ਠੀਕ ਹੈ, ਮੈਂ ਬਿਜ਼ੀ ਤਾਂ ਜ਼ਰੂਰ ਹੈ ਸਾਂ, ਪਰ ਇਹ ਟਿਕਟਾਕ ਦਾ ਨਸ਼ਾ ਐਸਾ, ਜਿੰਨਾ ਮਰਜ਼ੀ ਬੰਦਾ ਬਿਜ਼ੀ ਹੋਏ ਨਾ, ਟਾਈਮ ਕੱਢ ਕੇ ਟਿਕਟਾਕ ਤੇ ਆ ਹੀ ਜਾਂਦਾ ਹੈ। ਹਾਂਜੀ ਠੀਕ ਹੈ, ਹਾਂਜੀ। ਤੇ ਮੈਂ ਫਿਰ ਵੀ ਨਹੀਂ ਸੌਂਦਾ, ਠੀਕ ਹੈ, ਬਿਲਕੁਲ ਕੋਈ ਨਹੀਂ ਸੌਂਦਾ, ਠੀਕ ਹੈ, ਕਿ ਯਾਰ ਫਿਰ ਜਾਵਾਂਗੇ, ਫਿਰ ਕਿਸੇ ਦੀ ਗੱਲ ਸੁਣਾਂਗੇ, ਫਿਰ ਜਜ਼ਬਾਤੀ ਹੋਵਾਂਗੇ, ਤਾਂ ਫਾਇਦਾ ਕੋਈ ਨਹੀਂ ਇਸ ਕੰਮ ਦੇ ਵਿੱਚ ਨਾ। ਸੇਮ ਤੁਹਾਡੇ ਵਾਲੀ ਸੋਚ ਹੈ, ਹਰ ਬੰਦੇ ਦੀ ਸੋਚ ਹੁੰਦੀ ਹੈ ਕਿ ਅਸੀਂ ਜਿਹੜੀ ਕਾਰਵਾਈ ਪਾਉਂਦੇ ਆ ਉਹਦੇ ਪਿੱਛੇ ਜਮਾਤ ਦੀ ਬਦਨਾਮੀ ਹੁੰਦੀ ਹੈ। ਠੀਕ ਹੋ ਗਿਆ ਜੀ ਜੀ। ਹੁਣ ਇੱਕ ਬੰਦੇ ਨੂੰ ਕੋਈ ਪਟਾ ਪਾਉਂਦਾ ਹੀ ਨਹੀਂ, ਠੀਕ ਹੈ, ਇੰਜ ਕਰੋ ਕਿ ਜ਼ਾਤੀ ਤੌਰ ਤੇ ਖੋਲ ਲਓ। ਉਹ ਤਾਂ ਜ਼ਾਤੀ ਦੇਖੋ, ਜਿਹੜੀ ਜ਼ਾਤੀ ਹੈ ਨਾ, ਮੈਂ ਤਾਂ ਜ਼ਾਤੀ ਬਹਿ ਜਾਂਦੇ ਆ ਤੁਹਾਡੇ ਨਾਲ, ਬਹਿ ਜਾਂਦੇ ਆ ਵੀ ਪੈਨੀਆਂ ਗਾਲਾਂ ਸੁਣ ਪਹਿਲਾਂ, ਲੇਕਿਨ ਜ਼ਾਤੀ ਤੌਰ ਤੇ ਜਮਾਤ ਵਾਲਾ ਕਨਸੈਪਟ ਜਮਾਤ ਦਾ ਦੇਖੋ ਮੈਂ ਤਾਂ ਕਦੀ ਯੂਜ਼ ਕੀਤਾ ਹੀ ਨਹੀਂ। ਪਹਿਲੀ ਤਾਂ ਗੱਲ ਹੈ ਕਿ ਮੈਂ ਕਦੀ ਜਿਹੜੇ ਕੋਈ ਬੰਦੇ ਮੈਨੂੰ ਜਾਣਦੇ ਨੇ ਨਾ, ਅਸੀਂ ਤੇ ਕਦੀ ਜਮਾਤੀ ਤਬਲੀਗ ਦਾ ਮੈਂ ਤੇ ਕੰਮ ਕੀਤਾ ਹੀ ਕੋਈ ਨਹੀਂ, ਸਮਝ ਆਈ। ਹਾਂ, ਮੈਂ ਸਿੱਖਣਾ ਵਾ, ਮੁਖਤਲਿਫ ਮਜ਼ਾਹਬ ਦੀ ਰਿਸਰਚ ਕਰਨਾ, ਇਹ ਹੁਣ ਹੀ ਮੇਰੀ ਪੂਰੀ ਉਹ ਸਾਹਮਣੇ ਲਾਇਬ੍ਰੇਰੀ ਪੂਰੀ ਬੜੀ ਪਈ, ਠੀਕ ਹੈ, ਕਿਤਾਬਾਂ ਨਾਲ ਹੀ। ਪਰ ਮੈਂ ਕਦੀ ਇਹ ਨਹੀਂ ਦਾਵਾ ਕੀਤਾ ਕਿ ਮੈਂ ਮਤਲਬ ਬੜਾ ਕੋਈ ਤਬਲੀਗੀ ਬੰਦਾ ਵਾਂ, ਨਹੀਂ। ਮੈਂ ਸੋਸ਼ਲ ਇਸ਼ੂਜ਼ ਦੇ ਉੱਤੇ, TLP ਦੇ ਉੱਤੇ ਬੜਾ ਲੰਬਾ ਕੰਮ ਕੀਤਾ, ਠੀਕ ਹੈ, ਉੱਤੇ ਰਿਹਾ ਵਾਂ। ਉੱਥੇ ਇਹ ਵੀ ਬਾਜ਼ ਦਫਾ ਲੋਕਾਂ ਨੂੰ ਕਹੀਦਾ ਕਿ ਯਾਰ ਅਸੀਂ, ਮੇਰਾ ਜਮਾਤ ਅਹਿਮਦੀਆ ਨਾਲ ਔਰ ਇਸ ਬਰਾੜ ਦਾ ਕੋਈ ਤਾਲੁਕ ਨਹੀਂ ਹੈ। ਮੈਂ ਇੱਕ ਜ਼ਾਤੀ ਸੀ ਆਪਣਾ ਬਾਰ-ਬਾਰ ਐਲਾਨ ਕਰਦਾ ਸਾਂ ਉਸ ਬਰਾੜ ਦੇ ਉੱਤੇ ਕਿ ਇਸ ਬਰਾੜ ਦਾ ਜਮਾਤ ਅਹਿਮਦੀਆ ਦੇ ਨਾਲ ਕੋਈ ਤਾਲੁਕ ਨਹੀਂ, ਇਹ ਮੇਰੀ ਜ਼ਾਤੀ ਹੈ, ਠੀਕ ਹੈ। ਇਹਦੇ ਉੱਤੇ ਨਾ ਮੈਂ ਸਿਰਫ ਜਮਾਤ ਦੇ ਹੱਕ 'ਚ ਗੱਲ ਕਰ ਰਿਹਾ, ਪਾਕਿਸਤਾਨ ਦੇ ਅੰਦਰ ਜਿਹੜੇ ਵੀ ਮਜ਼ਹਬ ਉਹਨਾਂ ਦੀ ਭੇਂਟ ਚੜ੍ਹਦੇ ਨੇ, ਮੈਂ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਹੈ ਮੇਰੀ, ਔਰ ਉਹਨਾਂ ਦੇ ਹੱਕ ਦੇ ਵਿੱਚ ਮੈਂ ਗੱਲ करना। चौधरी रसूलुल्लाह साहब आते हैं, इंतहाई बोरिंग बातें शुरू हो जाती हैं। आई लव यू। इंतहाई बोरिंग से शुरू कर देते हैं। सुबह 7 घंटे से ब्रॉड चला रहे हैं, इतने अच्छे टॉपिक, सारा दिन तबलीग होती रही है, मुज़ाकरात होते रहे हैं, ना कोई छट्टा लगा। लेकिन जैसे चौधरी साहब आए हैं, वो बेचारे खुद सराय के अंदर घुसे हुए हैं, बाकियों को भी सराय में घुसा देते हैं कि चलो सराय में घुस। ਸਾਰਾ ਦਿਨ ਅਸੀਂ ਐਡੀ ਪਿਆਰੀ ਗੁਫ਼ਤਗੂ ਕੀਤੀ, ਤੁਸੀਂ ਯਕੀਨ ਕਰੋ ਯਾਰ ਉਹ ਦੇਖ ਲੈ, ਮੇਰੇ ਆਪਣੇ ਯਾਰ ਮੇਰੇ ਖਿਲਾਫ ਮੁਖਤਲਿਫ ਜਿਹੜਾ ਨਾ ਚੋਇਸ ਹੁਣ ਅੱਜ ਸਾਰੀ ਦਿਹਾੜੀ ਅਸੀਂ ਬੜੇ ਲੋਕ ਆਏ ਨੇ, ਉਹਨਾਂ ਨਾਲ ਬਹਿ ਕੇ ਡਿਸਕਸ਼ਨ ਮੁਖਤਲਿਫ ਗੱਲਾਂ ਤੋਂ ਕੀਤੀ ਹੈ, ਠੀਕ ਹੈ। ਮੈਂ ਮਾਜ਼ਰਤ ਚਾਹਨਾ, ਮੇਰਾ ਉਹ ਐਂਡ ਦਾ ਨਤੀਜਾ ਕੀ ਨਿਕਲਿਆ ਕਿ ਉਹ ਫਿਰ ਜਿਹੜਾ ਨਾ ਉਹ ਫੜ ਹਾਏ 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 ਮੇਰੀ ਅੰਮੀ, ਹਾਏ 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 ਮੇਰੀ ਅੰਮੀ। भैया की तरीका तेरा सिलसिला ये है प्यारे भाइयों कि वो कह रहे हैं कि जी माफी मांगे। भाई मैं इससे क्यों मांगे, कोई माफी नहीं है। सुन ले, मेरा प्यारा भैया काफी देर से म्यूट लगा हुआ था। ये कहता है कि जी माफी मंगे ता मैं बराड़ पा, तू ला बराड़, मैं नहीं मंगता माफी, ठीक है। एक मेरा ते मेरे अल्लाह दा मामला है ना, वो अल्लाह ताला मेरे दिल दे हालात भी जानदा है, अल्लाह ताला सब कुछ जानदा है। एक तो दरोगा लग गया जी, ये कहता माफी मंगे, तू ला बराटा पुत्र जिन्नियां ला सकदा है। मैं ਜਿਹੜੀ ਗੱਲ ਸੁਬਾ ਮੁਕਾਈ ਹੈਗੀ ਏ, ਉਹ ਮੈਂ ਉਹਨਾਂ ਦੀ ਬਰਾੜ 'ਚ ਗਿਆ ਸੀ। ਮੇਰੇ ਭਾਈ ਨੇ ਹਾਮਦ ਭੱਟੀ ਸਾਹਿਬ ਹੋ ਗਏ, ਬਾਕੀ ਜਿਹੜੇ ਬੰਦੇ ਸਰਤਾਜ ਸਾਹਿਬ ਹੋ ਗਏ, ਨਾਸਰ ਭੱਟ ਸਾਹਿਬ ਫਾਈਟਰ, ਮੈਂ ਕਿਹਾ ਦੇਖੋ ਸਰ
ਤੁਹਾਡੇ ਕੋਲੋਂ ਅਗਰ ਮੇਰੀ ਗੱਲਾਂ ਨਾਲ ਦਿਲ ਦੁਖਿਆ, ਮੈਂ ਤੁਹਾਡੇ ਕੋਲੋਂ ਚਾਹੁੰਦਾ ਮਾਜ਼ਰਤ। ਤੁਹਾਡਾ ਮਾਮਲਾ ਹੋ ਗਿਆ ਹੱਲ। ਮੈਂ ਤੁਹਾਡੇ ਬਾਰੇ ਆਵਾਜ਼ ਵੀ ਨਹੀਂ ਨਾ ਕੱਢਾਂਗਾ, ਨਾ ਕਿਸੇ ਨੂੰ ਕੱਢਣ ਦਾਂਗਾ। ਸਵੇਰੇ ਬਹਿਰੀਨ ਆਇਆ, ਮੈਨੂੰ ਚੁੱਕ ਕੇ ਥੱਲੇ ਮਾਰਿਆ, ਮੈਂ ਕਿਹਾ ਵੇਖੀ ਯਾਰ ਤੈਨੂੰ ਨਹੀਂ ਬਿਠਾਣਾ ਇਸ ਬਰਾੜ ਦੇ ਉੱਤੇ, ਠੀਕ ਹੈ। ਲੇਕਿਨ ਇਹ ਜਿਹੜੇ 4 ਬੰਦੇ ਨੇ ਨਾ, ਇਹਨਾਂ ਬੰਦਿਆਂ ਦੀ ਸਜ਼ਾਏ ਮੌਤ ਦਾ ਐਲਾਨ ਅਸੀਂ ਕਰ ਦਿੱਤਾ ਹੋਇਆ ਸਰ। ਇੱਥੇ ਇਸ ਬਰਾੜ ਦੇ ਉੱਤੇ ਫੈਸਲਾ ਸੁਣਾ ਦਿੱਤਾ ਹੋਇਆ ਵੇ, ਠੀਕ ਹੈ। ਇਹ ਹਾਂਜੀ ਜਿੰਨਾ ਮਰਜ਼ੀ ਕੂਕੇ, ਇੰਤਹਾਈ ਫਨੀ ਕਿਸਮ ਦੀ ਬਰਾੜ ਲਾ ਕੇ ਬੈਠਾ ਹੋਇਆ ਸੀ। ਉਹ ਜਿਸ ਤਰ੍ਹਾਂ ਚੀਕਣ ਡਿਆ ਸੀ, ਮੈਂ ਕਰਦਾ ਜਦੋਂ ਇਹਨੂੰ ਜਿੰਨੇ ਬੰਦੇ ਗਏ ਨੇ ਇਹਦੀ ਬਰਾੜ ਦੇ ਉੱਤੇ, ਸਾਰਿਆਂ ਜਾ ਕੇ ਇਹਦੀ ਗਲਤੀ ਕੱਢੀ ਹੈ। ਸੁਭਾਨ ਅੱਲਾਹ ਸਾਹਿਬ ਗਏ ਨੇ, ਉਠਵਾਲ ਸਾਹਿਬ ਗਏ ਨੇ, ਮਿਸਟਰ ਐਕਸ ਸਾਹਿਬ ਗਏ ਨੇ, ਜਿਹੜੇ ਵੀ ਗਏ ਨੇ ਸਿਆਣੇ ਬੰਦੇ, ਉਹਨਾਂ ਨੇ ਜਾ ਕੇ ਕਿਹਾ ਬਈ ਇਮਾਨੀ ਕੁਰਾਨੀ ਗੱਲ ਕਰ। ਤੂੰ ਜਾ ਕੇ ਉਹਨੂੰ ਪਹਿਲੇ ਛੇੜਿਆ ਕਿਉਂ ਦੀ ਬਰਾੜ ਉੱਤੇ ਜਾ ਕੇ? ਤੂੰ ਜਾ ਕੇ ਉਹਨੂੰ ਕਿਹਾ ਕਿਉਂ? ਇਹੀ ਤੇਰਾ ਮਕਸਦ ਤੂੰ ਪੂਰਾ ਕਰ ਰਿਹਾ ਮੈਂ। ਤੂੰ ਜਾ ਕੇ ਉਹਨੂੰ ਪਹਿਲੇ ਕਿਉਂ ਕਿਹਾ ਕਿ ਗਾਲਾਂ ਕੱਢ? ਫਿਰ ਤੈਨੂੰ ਉਹਨੇ ਪੁੱਛਿਆ ਕਿਹਨੂੰ ਕਰ? ਤੂੰ ਨਾ ਪਹਿਲੇ ਲਿਆ ਮਾਰਿਆ ਕਿਬਤੀਆ ਦਾ, ਤੂੰ ਕਿਆ ਮਾਰਿਆ ਕਿਬਤੀ ਨੂੰ ਗਾਲ ਕੱਢ? ਤੇ ਹੁਣ ਤੈਨੂੰ ਚੀਕਾਂ ਕਾਹਦੀਆਂ ਮਾਰਨ ਡਿਆ ਤੂੰ? ਜਦੋਂ ਬੰਦਾ ਇਹ ਕੋਈ ਸਵਾਲ ਕਰਦਾ ਸੀ, ਉਹ ਉਹਨੂੰ ਕੋਈ ਗੱਲ ਨਹੀਂ ਸੀ ਕਰਨ ਦਿੰਦਾ, ਅੱਗੋਂ ਸ਼ੋਰ ਪਾਉਣਾ ਸ਼ੁਰੂ ਕਰ। ਐਸਾ ਉਹ ਸ਼ੈਤਾਨ ਆਦਮੀ ਹੈਗਾ ਨਾ। ਇਹ ਇੱਥੇ ਫਰੈਂਕਫਰਟ 'ਚ ਹੀ ਰਹਿੰਦਾ ਨਾ, ਕਿ ਮੇਰੀ ਗੱਲ ਸੁਣ ਰਿਹਾ ਹੈਗਾ ਤੇ ਮਾਂ ਦੇ ਪੁੱਤਰ ਜੇ ਹਲਾਲ ਦਾ ਹੈਗਾ ਤੇ ਮੈਨੂੰ ਦੱਸ, ਮੈਂ ਵੀ ਫਰੈਂਕਫਰਟ 'ਚ ਹੈਗਾ, ਤੂੰ ਸਾਹਮਣੇ ਆ ਕੇ ਮੇਰੇ ਮਿਲ ਲਾ ਜੇ ਐਡਾ ਤੂੰ ਬਦਮਾਸ਼ ਹੈਗਾ ਤੇ, ਠੀਕ ਹੈ। ਬੂਥੀ ਤੇ ਤੂੰ ਆਪਣੇ ਵਿਖਾਂਦਾ ਨਹੀਂ। ਅਕਬਰ ਸਾਹਿਬ ਨਾ ਕਰੋ ਯਾਰ, ਨਾ ਕਰੋ ਪਲੀਜ਼, ਮਿਹਰਬਾਨੀ ਹੈ, ਰਮਜ਼ਾਨ ਹੈ, ਨਾ ਕਰੋ ਪਲੀਜ਼। ਰਮਜ਼ਾਨ ਤੋਂ ਬਾਅਦ ਕਰ ਲਿਓ, ਜਾਣ ਦਿਓ ਗੁੱਸਾ, ਜਾਣ ਦਿਓ। ਮੇਰੇ ਜਿਹੜੇ ਕੋਲ ਚਲੋ ਮਾਫੀ ਨਾ ਮੰਗੋ, ਜਾਣ ਦਿਓ ਗੁੱਸਾ ਜਾਣ ਦਿਓ ਤੁਸੀਂ, ਮਿਹਰਬਾਨੀ। ਸਰ ਮੈਂ ਗਲਤ ਕੀ ਦੇਖੋ, ਅਗਰ ਤੁਸੀਂ ਮੈਂ ਕਹਿਣਾ ਵਾ ਕਿ ਤੁਸੀਂ ਅਗਰ ਨਹੀਂ ਨਾ ਗਲਤ ਕੀਤਾ, ਤੁਸੀਂ ਖੁਦਾ ਤੇ ਯਾਰ ਇੱਕ ਦਫਾ ਸੁੱਟ ਕੇ ਵੇਖ ਲਓ। ਪੀਰ ਬਜ਼ਾਰੋ ਭਾਈ ਉਹ ਕਹਿਣ ਡਿਆ ਡਿਫੈਂਡ, ਉਹ ਭਾਈ ਕੋਈ ਇੱਕ ਕਹਿ ਦੇ ਬੰਦਾ ਕਿ ਅਸੀਂ ਆ ਕੇ ਅਲੀ ਅਕਬਰ ਨੂੰ ਡਿਫੈਂਡ ਕੀਤਾ। ਫਿਤਨਾ ਬਾਜ਼ ਲੜਾਈ ਮੈਨੂੰ ਓਏ ਮੁਜਾਹਿਦੋ ਮੈਨੂੰ ਗੱਲ ਪੂਰੀ ਕਰ ਲੈਣ ਦੋ। ਮੈਂ ਅਰਜ਼ ਕਰ ਰਿਹਾ ਵਾਂ ਕਿ ਪੀਰ ਸਾਹਿਬ ਜਿਹੜੀ ਮੈਂ ਇੱਥੇ ਗੱਲ ਕੀਤੀ ਨਾ, ਜਿਹਦੇ ਤੇ ਮੈਂ ਉਹ ਮੈਨੂੰ ਪਤਾ ਨਾ ਮੈਂ ਗਲਤ ਕੀਤਾ ਹੈ ਨਾ, ਮੈਂ ਖੁਦਾ ਕੋਲ ਮਾਫੀ ਮੰਗ ਲਾਂਗਾ। ਵਾਕਿਆ ਤੁਹਾਨੂੰ ਮੇਰੇ ਮੂੰਹ 'ਚ ਗਲਤ ਅਲਫਾਜ਼ ਨੇ ਕਦੋਂ ਨੂੰ ਆਉਣ ਕਰ ਮੰਗੋ ਮਾਫੀ। ਤੁਹਾਨੂੰ ਬੰਦੇ ਕੋ ਮਾਫੀ ਮੰਗਣ ਦੀ ਜ਼ਰੂਰਤ ਹੀ ਨਹੀਂ, ਨਾਲੇ ਬੰਦਾ ਤੇ ਕਿਸੇ ਨੂੰ ਕੋਈ ਮਾਫ ਕਰ ਹੀ ਨਹੀਂ ਸਕਦਾ। ਮੈਂ ਉਹਨਾਂ ਅਲਫਾਜ਼ ਨੂੰ ਕਦੋਂ ਆਨ ਕਰ ਰਿਹਾ ਹਾਂ, ਠੀਕ ਹੈ। ਇਨਸਾਨ ਗਲਤੀ ਦਾ ਪੁਤਲਾ ਹੈਗਾ, ਗਲਤੀ ਹੋ ਉਸ ਬੰਦੇ ਨੇ ਆ ਕੇ ਜਜ਼ਬਾਤੀ ਕੀਤਾ ਹੈ, ਉਹਨੇ ਆ ਕੇ ਮੈਨੂੰ ਭੜਕਾਇਆ ਹੈ, ਉਹਨੇ ਆ ਕੇ ਹੋ ਗਿਆ। ਅੱਲਾਹ ਤਾਲਾ ਵੀ ਕਹਿੰਦਾ ਜਜ਼ਬਾਤ ਦੇ ਵਿੱਚ ਆ ਗੱਲ ਜਿਹੜੀ ਉਹਦਾ ਨਹੀਂ ਸੁਣਦਾ ਹੈਗਾ, ਠੀਕ ਹੈ। ਰਹੀ ਗੱਲ ਅੱਲਾਹ ਤਾਲਾ ਜਾਣੇ, ਮੈਂ ਜਾਣਾ ਇਹ ਖਾਨਕੀ ਦਾ ਬੱਚਾ ਜਿਹੜਾ ਲਾ ਕੇ ਬੈਠਾ ਹੈ ਕਿ ਮਾਫੀ ਮੰਗੇ ਮੈਂ ਬਰਾੜ, ਤੂੰ ਲਾ ਪੁੱਤਰ 24 ਘੰਟੇ ਲਾ, ਅੱਜ ਪਤਾ ਲੱਗੇ ਤੇਰੀ ਬਰਾੜ ਦਾ, ਤੂੰ ਲਾ ਕੇ ਵਿਖਾ। ਮੈਂ ਤੇ ਹੁਣ ਮੈਂ ਤੈਨੂੰ ਦੱਸਾਂਗਾ ਕਿ ਭਾਈ ਜੀ ਕਿਹੜੀ ਹੈ ਤੇਰੇ ਨੂੰ ਮੈਂ ਹਸ਼ਰ ਤੇਰਾ ਕੀ ਕਰਦਾ ਹੈਗਾ ਵਾ ਨਾ। ਤੂੰ ਲਾ ਬਰਾਟਾਂ ਲਾ, ਮੇਰੇ ਨਾਲ ਆ ਕੇ ਲਾ, ਇੱਥੇ ਮੁਕਾਬਲੇ ਤੇ ਲਾ, ਤੇਰੀਆਂ ਗੁਸਤਾਖੀ ਮੈਂ ਕੱਢ ਵਿਖਾਵਾਂ ਲੋਕਾਂ ਨੂੰ ਜੋ ਤੂੰ ਕਰਦਾ ਰਹੇ। ਹੁਣ ਤੂੰ ਕੁਕੜਨਾ ਇੱਥੇ ਬਹਿ ਕੇ, ਇਹਨੂੰ ਤਕਲੀਫ ਹੈ ਸਾਰੇ ਮੇਰੇ ਨੂੰ ਜ਼ਿਆਦਾ। ਅਹਿਮਦ ਜੱਟ ਦੀ ਵੀ ਤਕਲੀਫ ਹੈ, ਮੇਰੇ ਵੀ CCD ਦੀ ਵੀ। ਇਹ ਸਿਰਫ ਉਸ ਚੀਜ਼ ਨੂੰ ਅੱਗੇ ਬਣਾ ਕੇ ਨਾ ਚਲਾ ਰਿਹਾ ਕਿ ਗੁਸਤਾਖੀ ਕਰਕੇ ਅੱਗੇ ਤੇ ਮੈਂ ਕਰਾਂ। ਕੋਈ ਗੱਲ ਨਹੀਂ, ਤੂੰ ਲਾ ਲਾ ਬਰਾਟਾ, ਵੇਖੀ ਤੇਰਾ ਅਸੀਂ ਹਾਲ ਕੀ ਕਰਦੇ ਹਾਂ। ਤੈਨੂੰ ਅਸੀਂ ਟਿਕਟੋਕ ਤੇ ਜੀਣ ਨਹੀਂ ਦੇਣਾ। 1122 ਸਰਕਾਰ, ਤੂੰ ਕੱਢਦਾ ਪਿਆ ਗੁੱਸਾ ਮੀਰ ਸਲੀਮ ਵਾਲਾ, ਕਿ ਮੀਰ ਸਲੀਮ ਨੇ ਜਿਹੜਾ ਸਾਰਿਆਂ ਨੂੰ ਉੱਥੇ ਲਾਈਵ ਬਰਾੜ ਤੇ, ਉੱਥੇ ਤਾਂ ਬੰਦਾ ਵੀ 100 ਬੈਠਾ ਸੀ। ਕੁੱਤੇ ਵਾਲੀ ਕੀਤੀ, ਕੁੱਤੇ ਨਾਲ ਕਹੋ, ਹਾਂ ਕੁੱਤੇ ਵਾਲੀ, ਉਹਨਾਂ ਨੇ ਕੁੱਤੇ ਵਾਲੀ ਕੀਤੀ ਹੈ 1122 ਦੀ। ਉਹਨਾਂ ਨੇ तमाम दुनिया टिकटॉक ਨੂੰ ਮੁਖਾਤਬ ਕਰਕੇ ਕਿਹਾ ਹੈ, ਨਾਮ ਲੈ ਕੇ ਇਹਦਾ ਕਿਹਾ ਹੈ। ਮੀਰ ਸਲੀਮ ਸਾਹਿਬ ਨੇ ਜਿਹਦੇ ਕੋਲ ਜਿਹੜੀ ਨੰਗੀ ਤਲਵਾਰ ਨੇ ਮੌਲਵੀਆਂ ਦੇ ਖਿਲਾਫ, ਆਪਣੇ ਵੀ ਡਰਦੇ ਉਹਨਾਂ ਕੋਲੋਂ, ਮੈਂ ਵੀ ਡਰਦਾ ਵਾਂ। ਉਹਨਾਂ ਨੇ ਲਾਈਵ ਬਰਾੜ ਤੇ ਬਹਿ ਕੇ ਕਿਹਾ ਕਿ ਇਹ 1122 ਸ਼ੈਤਾਨ ਆਦਮੀ ਦੇ ਕੋਲ ਜਾਨ ਛੁਡਾ ਲਓ। ਇਹ ਉਸ ਗੱਲ ਦਾ ਰਿਬਟਲ ਮੀਰ ਸਲੀਮ ਨੂੰ ਅੱਖਾਂ ਧੀ ਤੇ ਸੁਣਾਵਾਂ ਨਾ, ਉਹਨੂੰ ਉਹ ਕਰਦਾ ਫਿਰਦਾ ਹੈਗਾ, ਠੀਕ ਹੈ। ਇਹ ਉਸ ਗੱਲ ਤੇ ਪਰਦੇ ਪਾਉਂਦਾ ਫਿਰਦਾ। ਇੱਕ ਬੰਦਾ ਸਰਿਆਮ ਇੰਨੇ ਬੰਦੇ ਇੰਨੀ ਵੱਡੀ ਬਰਾੜ ਤੇ ਬਹਿ ਕੇ ਕਹਿ ਰਿਹਾ ਕਿ ਇਸ ਬੰਦੇ ਕੋਲੋਂ ਬਚੋ, ਇਹ ਬੰਦਾ ਜੇ ਸ਼ੈਤਾਨ ਹੈ। 1122 ਅਲੀ ਅਕਬਰ ਦੇ ਬਾਰੇ ਨਹੀਂ ਉਹਨਾਂ ਨੇ ਕਿਹਾ, ਹਾਲਾਂਕਿ ਮੈਂ ਪਹਿਲੇ ਨਾਮ ਲਿੱਤਾ ਆਪਣੀ ਇਸ ਬਰਾੜ ਉੱਤੇ ਮੀਰ ਸਲੀਮ ਦਾ। ਇਹ ਰਿਸ਼ਤੇਦਾਰ ਬਣ ਕੇ ਆ ਕੇ ਮੀਰ ਸਲੀਮ ਦੇ ਮੇਰਾ ਵੀ ਨਾਂ ਲੈ ਦਿੰਦੇ ਨਾ, ਮੀਰ ਸਲੀਮ ਸਾਹਿਬ ਅਲੀ ਅਕਬਰ ਨੇ ਗਲਤ ਕੀਤਾ। ਮੈਂ ਇਸ ਬਰਾੜ ਤੇ ਬਹਿ ਕੇ ਕਿਹਾ ਸੀ, ਮੈਂ ਕਿ ਮੀਰ ਸਾਹਿਬ ਨੇ ਜਿਹੜਾ ਅਫਸਰ ਵੜੈਚ ਨਾਲ ਪਿਆਰ ਨਾਲ ਗੱਲ ਕੀਤੀ, ਅਸਰ ਨਹੀਂ ਸੀ ਕਰਨੀ ਚਾਹੀਦੀ, ਉਹਨੂੰ ਦਬ ਕੇ ਮਾਰਨੇ ਚਾਹੀਦੇ ਸੀ। ਮੀਰ ਸਾਹਿਬ ਕਹਿ ਦਿੰਦੇ ਕਿ ਅਲੀ ਅਕਬਰ, ਇਹਨਾਂ ਨੇ ਕਿਹਾ 1122 ਸ਼ੈਤਾਨ ਹੈ, ਇਹਨਾਂ ਦੇ ਤਕਲੀਫਾਂ ਨੇ, ਇਹਨਾਂ ਨੂੰ ਮਰਜ਼ਾਂ ਨੇ ਕਿ ਸਾਡੀਆਂ ਕਿਤਾਬਾਂ ਜਿਹੜੇ ਸੀ ਕੁਛ ਛਪਾਈਆਂ ਹੁੰਦੇ ਸੀ ਨਾ, ਅਹਿਮਦ ਰਜ਼ਾ ਖਾਨ ਦੇ ਤੇ ਚੜ ਜਾਂਦੇ ਸੀ, ਮਿਰਜ਼ਾ ਸਾਹਿਬ ਨੂੰ ਗਾਲਾਂ ਕਢਾਉਂਦੇ ਸੀ ਜਾ ਕੇ, ਉਹ ਬੰਦ ਹੋਣ ਡਈਆਂ ਨੇ। ਇਹ ਉਹ ਡੈਮੇਜ ਭਾਰ ਜਿਹੜਾ ਡੈਮੇਜ ਇਹਨਾਂ ਕੀਤਾ ਹੈ ਔਰ ਹੋਏ ਨੇ, ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰਨ ਦੇ ਨੇ, ਉਹ ਅਸੀਂ ਨਹੀਂ ਹੋਣ ਦੇਣਾ। ਸਿੱਧੀ ਜਿਹੜੀ ਗੱਲ ਹੈ, ਠੀਕ ਹੈ। ਪੱਬਾਂ ਭਾਰ ਜ਼ੋਰ ਲਾਓ, ਉੱਥੇ ਬਹਿ ਕੇ ਮੁਖੰਨਸ ਗਰੁੱਪ ਸਾਰਾ ਜੁੜ ਜਾਓ, ਠੀਕ ਹੈ। ਮਜ਼ਹਬ ਕਾਰਡ ਖੇਡੋ, ਸ਼ਾਤਮੀਅਤ ਗੁਸਤਾਖੀ ਕਾਰਡ, ਠੀਕ ਹੈ। ਉਹ ਤੁਹਾਨੂੰ ਦੱਸਨੇ ਆ, ਥੋੜਾ ਵੇਟ ਕਰੋ ਕਿ ਗੁਸਤਾਖੀ ਕੀ ਹੁੰਦੀ ਹੈ ਨਾ। ਅਸੀਂ ਇਸ ਚੀਜ਼ ਦੇ ਬਿਲਕੁਲ ਵੀ ਕੀ ਕਹਿੰਦੇ ਨੇ ਨਹੀਂ ਹੈ ਕਿ
ਇਹਨਾਂ ਨੂੰ ਅਸੀਂ ਕੋਈ ਵੀ ਕਿਸੇ ਕਿਸਮ ਦਾ ਕੋਈ ਹਰਕਤ ਚੁਆਈਏ ਜਾਂ ਕਰੀਏ ਨਾ, ਜਿੰਦੇ ਤੂੰ ਵੈਣ ਭਾਣ ਡਿਆ ਹੈ, ਠੀਕ ਹੈ, ਖੁਦਾ ਦਾ ਤੂੰ ਖੌਫ ਕਰ, ਤੂੰ ਬਾਜ਼ ਹੀ ਨਹੀਂ ਆਉਣ ਡਿਆ ਵੈਣਾ ਤੂੰ। ਬਈ ਵੈਣ ਉਦੋਂ ਤੇਰੇ ਕਿੱਥੇ ਸਨ? ਤੇਰੇ ਸਾਹਮਣੇ ਹਰ ਬੰਦਾ ਤੇਰੇ ਨਾਲ ਜਿਹੜਾ ਜਿੰਨੇ ਮੁਖੰਨਸ ਬੈਠੇ ਨੇ ਸਾਰਿਆਂ ਕੋ ਸਾਖੀਆਂ ਕੀਤੀਆਂ ਨੇ, ਠੀਕ ਹੈ। ਤੂੰ ਪੱਬਾਂ ਭਾਰ ਜ਼ੋਰ ਲਾਇਆ ਕਿ ਮੈਂ ਤੁਹਾਡੇ ਨਾਲ ਦੁਬਾਰਾ ਆ ਕੇ ਜੁੜਨਾ, ਨਹੀਂ ਜੁੜਨਾ। ਜਿੰਨੀ ਦੇਰ ਤੁਹਾਡੀਆਂ ਹਰਕਤਾਂ ਨਹੀਂ ਠੀਕ ਹੋਣੀਆਂ, ਪੱਬਾਂ ਭਾਰ ਜ਼ੋਰ ਲਾਓ ਤੁਹਾਡੇ ਖਿਲਾਫ ਹੀ ਆ, ਉਰੇ ਜੰਗ ਰਹੇਗੀ। ਹੁਣ ਤੁਹਾਨੂੰ ਦੱਸਨੇ ਆ। ਔਰ ਮੈਂ ਸੁਬਾਹ ਨਾਸਰ ਬਟ ਦੀ ਬਰਾੜ ਸਾਹਿਬ ਤੇ ਵਾਅਦਾ ਕਰਕੇ ਆਇਆ ਸੀ ਕਿ ਮੈਂ ਕੋਈ ਗੱਲ, ਮੈਂ ਸਾਰਾ ਦਿਨ ਕੋਈ ਗੱਲ ਨਹੀਂ ਕੀਤੀ। ਇਹ ਸਾਡਾ ਸ਼ਮੀ ਥੱਲੇ ਫੇਰ ਆ ਗਿਆ, ਇਹਨੇ ਅੱਗੇ ਥੱਲੇ ਫੇਰ ਕਮੈਂਟ ਕਰਨੇ ਕਰ ਦਿੱਤੇ ਨੇ, ਇਹਨੇ ਫੇਰ ਆ ਕੇ ਫੁੱਲ ਮਾਰਨਾ ਸ਼ੁਰੂ, ਅੱਗ ਜਾਣ ਬੁੱਝ ਕੇ ਤੂੰ ਥੱਲੇ ਲੈਣ ਕੀ ਆਉਂਦਾ ਹੈ ਜਦੋਂ ਅਸੀਂ ਤੇਰੀ ਬਰਾਟਾਂ ਦੇ ਨਹੀਂ ਆਉਂਦੇ ਥੱਲੇ। ਇੱਕ ਮਿੰਟ ਅਲੀ ਅਕਬਰ, ਇੱਕ ਮਿੰਟ ਸੁਣਿਓ। ਜਿਹੜੇ ਲੋਕ ਇਹ ਸਾਰੇ ਲੋਕੋ ਸੁਣੋ ਉਹ ਲੈ ਥੱਲੇ ਸੁੱਟਦਾ ਹੀ, ਜਿਸ ਬੰਦੇ ਨੇ ਜਾ ਕੇ ਨਾ ਤੇਰਾ ਕਸੂਰ ਆ ਉਹਨੂੰ ਥੱਲੇ ਸੁੱਟਦਾ ਹੀ। ਚਲੋ ਗੱਲ ਕਰੋ ਹੁਣ। ਅਹਿਮਦ ਭੱਟੀ ਨੇ ਉਰਦੂ ਚ ਲਿਖੀ ਡਿਬੀ, ਉਹਨੇ ਕਿਹਾ ਤੂੰ ਕਰਵਾਇਆ ਸਾਰਾ ਕੁਝ, ਉਹਨੂੰ ਥੱਲੇ ਸੁੱਟਦਾ। ਹਾਂ ਸੁਣਨਾ ਹੁਣ ਬੰਦੇ ਆ ਕੇ ਉੱਥੇ ਗੱਲ ਹੱਕ ਸੱਚ ਦੀ ਸੁਣ ਤੇ ਲੈ ਨਾ, ਇੰਨੀ ਤੇ ਹਿੰਮਤ ਕਰ, ਇੰਨੀ ਤੇ ਹਿੰਮਤ ਕਰ। ਉਠਵਾਲ ਸਾਹਿਬ ਨੇ ਜਾ ਕੇ ਕਿਹਾ ਭਾਈ ਤੂੰ ਲੋਕਾਂ ਨੂੰ ਬਲੈਕਮੇਲ ਕਰਦਾ ਪਿਆ, ਮੈਨੂੰ ਸਬੂਤ ਨਾਲ ਗੱਲ ਸੁਣਾ, ਉਹਦੀ ਗੱਲ ਗੋਲ ਕਰ ਗਿਆ। ਸੁਭਾਨ ਅੱਲਾਹ ਨੇ ਸਾਫ਼ ਮੂੰਹ ਤੇ ਕਿਹਾ ਕਿ ਤੂੰ ਜਾ ਕੇ ਪਹਿਲੇ ਨਾਮ ਲਿੱਤਾ ਮਾਰੀਆ ਕਿਬਤੀਆ ਦਾ, ਤੂੰ ਗੱਲ ਕਰ। ਹਾਂ ਉਹ ਗੋਲ ਕਰ ਗਿਆ। ਇਹ ਮਿਸਟਰ ਐਕਸ ਸਾਹਿਬ ਨੇ ਵੀ ਕਿਹਾ ਕਿ ਯਾਰ ਚਲੋ ਮਾਫੀ ਮੰਗ ਲੇਗਾ, ਲੇਕਿਨ ਗਲਤੀ ਤੇ ਤੇਰੀ ਵੀ ਹੈ ਨਾ, ਉਹਨੂੰ ਗੋਲ ਕਰ ਗਿਆ। ਉਹ ਇਹ ਬੰਦਾ ਕਿਸੇ ਨੂੰ ਕਰਨ ਦੇਣ ਡਿਆ, ਇਹਨੂੰ ਵਿੱਚੋਂ ਲੱਗੀ ਤਕਲੀਫ ਹੋਈ ਏ, ਕੂਕਦਾ ਪਿਆ ਬਹਿ ਕੇ। ਉਹ ਚੀਕਾਂ ਹਾਂ ਕੱਲ ਤੈਨੇ ਮੈਸੇਜ ਕੀਤਾ ਕਿ ਮੇਰੇ ਤੇ 2 ਮਿੰਟ ਲੱਗੇ ਨੇ ਤੇ ਟੀਕਾ ਲੱਗਾ। ਹੁਣ ਇਹ ਦੱਸ ਕੇ ਤੈਨੂੰ ਟੀਕਾ ਕਿੱਥੇ ਲੱਗ ਰਿਹਾ, ਕੈਸਾ ਟੀਕਾ? ਭਾਈ ਜਿਹੜੇ ਬੰਦੇ ਵੀ ਰੋਕਦੇ ਪਏ ਨੇ ਨਾ, ਉਹਨਾਂ ਦੀ ਉਹ ਗੱਲ ਹੀ ਨਹੀਂ ਕਰਨ ਦਿੰਦਾ, ਔਰ ਜਿਹੜੇ ਇਹਨੂੰ ਗਲਤ ਸਾਬਤ ਕਰਦੇ ਉਹਨਾਂ ਨੂੰ ਬੋਲਣ ਹੀ ਨਹੀਂ ਦਿੰਦਾ। ਅਸਲ ਦੇ ਵਿੱਚ ਜਿਹੜੀ ਅਸੀਂ ਗੱਲ ਕਰਦੇ ਹਾਂ, ਇਹ ਤੁਸੀਂ ਗੱਲਾਂ ਕਰ ਜਿਹੜੇ ਤੁਸੀਂ ਬੁਰੇ ਨਹੀਂ ਲੱਗਦੇ, ਜਿਹੜੇ ਉਹਦੀ ਉਸ ਪਾਲਿਸੀ ਨੂੰ ਫੇਲ ਕਰਦੇ ਪਏ ਨੇ, ਲੜਾਈ ਨਾ ਹੋਵੇ, ਉਹ ਉਹਨੂੰ ਬੁਰੇ ਲੱਗਦੇ ਪਏ ਨੇ ਇਸ ਟਾਈਮ। ਚੋਈ ਸਾਹਿਬ ਵੇਖੋ, ਕੋਈ ਵੀ ਅਸੀਂ ਗਲਤ ਆ ਨਾ, ਵੇਖੋ ਆਏ ਨੇ ਨਾ ਇੱਥੇ ਲੋਕ, ਸਾਨੂੰ ਵੀ ਲੋਕਾਂ ਨੇ ਕਿਹਾ ਗਲਤ ਹੈ, ਠੀਕ ਹੈ, ਸੁਣੀ ਯਾਰ, ਅਗਲੇ ਦੀ ਗੱਲ ਤਾਂ ਸੁਣ ਲਓ ਪੂਰੀ, ਉਸ ਤੋਂ ਬਾਅਦ ਤੁਹਾਨੂੰ ਨਹੀਂ ਹੈ ਉਹਨੂੰ ਜਵਾਬ ਦਿਓ ਉਸ ਗੱਲ ਦਾ, ਠੀਕ ਹੈ। ਇਹ ਤੇ ਕੋਈ ਤਰੀਕਾ ਨਹੀਂ ਕਿ ਚੁੱਕ ਕੇ ਥੱਲੇ ਮਾਰੇਗਾ, ਬਈ ਤੇਰੇ ਕੋਲ ਬਟਨ ਨੇ, ਤੂੰ ਚੁੱਕ ਕੇ ਥੱਲੇ ਬੰਦੇ ਨੂੰ ਮਾਰੇਗਾ। ਉਹਨਾਂ ਦੀ ਗੱਲ ਤਾਂ ਸੁਣਨਾ ਹੁਣ, ਤੂੰ ਜੋ ਸੱਚੀਆਂ ਗੱਲਾਂ ਕਰਨ ਡਿਆ ਉੱਥੇ, ਤੇ ਉਹਨਾਂ ਦੇ ਕਮ ਸੇ ਕਮ ਕਮੈਂਟਸ ਤਾਂ ਲੈ ਨਾ, ਕੀ ਕਹਿਣਾ ਚਾਹ ਰਹੇ ਨੇ ਉਹ। ਅੱਛਾ ਅਹਿਮਦ ਭਾਈ ਤੁਸੀਂ ਮੌਜੂਦ ਹੋ? ਅਹਿਮਦ ਭਾਈ ਤੇ ਬੈਠੇ ਨੇ। ਅਹਿਮਦ ਭਾਈ ਤੁਸੀਂ ਮੌਜੂਦ ਹੋ? ਅੱਛਾ ਇੱਕ ਚੀਜ਼ ਤੁਸੀਂ ਕੱਲ ਇੱਕ ਚੀਜ਼ ਉੱਥੇ ਕਲੀਅਰ ਕਰ ਰਹੇ ਸੋ ਕਿ ਕਿਆ ਆਡੀਓ ਚਲਾਈ ਹੈ ਜਾਂ ਨਹੀਂ ਚਲਾਈ ਨਾ ਤੁਸੀਂ ਉਸ ਬਰਾੜ ਦੇ ਉੱਤੇ ਨਾ। ਅਹਿਮਦ ਭਾਈ ਤੁਸੀਂ ਗੱਲ ਕਲੀਅਰ ਕਰ ਰਹੇ ਸੋ ਨਾ ਰਾਤੀ? ਅਹਿਮਦ ਭਾਈ ਮੈਂ ਰਹਿਣ ਤੋਂ ਯਾਰ, ਉਹ ਸ਼ਰੀਫ ਆਦਮੀ ਨੇ, ਇੱਥੇ ਫੇਰ ਕੋਈ ਏਦਾਂ ਦਾ ਬਿਆਨ ਦੇ। ਅਹਿਮਦ ਭਾਈ ਰਹਿਣ ਦੋ, ਉਹ ਮੇਰੇ ਦੋਸਤ ਨੇ, ਉਹਨਾਂ ਨੂੰ ਜੀ ਉਹ ਸ਼ਰੀਫ ਆਦਮੀ ਨੂੰ ਨਾ ਇਨਵੋਲਵ ਕਰੋ। ਨਹੀਂ ਮੈਂ ਤੇ ਆਪ ਚਾਹਨਾ ਕੋਈ ਬੰਦਾ ਇਨਵੋਲਵ ਨਾ ਹੋਵੇ ਨਾ, ਮੈਂ ਤੇ ਇਸ ਗੱਲ ਨੂੰ ਮੈਂ ਵੀ ਚਾਹਨਾ, ਠੀਕ ਹੈ। ਸਾਹਿਬ ਨੇ ਖਾਲੀ ਵਿਚਾਰੇ ਨਾ ਕਿ ਇੱਥੇ ਨਹੀਂ ਕਿ ਅਸੀਂ ਨਾ ਕਿ ਯਾਰ ਗੱਲ ਨਾ ਕੱਢੋ, ਤੇ ਉਧਰ ਉਹਨਾਂ ਨੇ ਕਿਹਾ ਸਾਡੇ ਮੱਥੇ ਨਾ ਲੱਗੇ ਬਈ, ਉਹ ਤੇ ਇਹਦੇ ਖਿਲਾਫ ਬੰਦੇ ਦੇ ਮਿੰਟ ਚ ਹੋ ਜਾਂਦੇ ਨੇ। ਤੇ ਅਹਿਮਦ ਸਾਹਿਬ ਨੂੰ ਬਿਲਕੁਲ ਆਜ਼ਾਦੀ ਹੈ, ਜਿੱਥੇ ਮਰਜ਼ੀ ਬੈਠਣ, ਜੋ ਮਰਜ਼ੀ ਕਰਨ, ਅਸੀਂ ਇਹਨਾਂ ਵਿੱਚ ਇਨਵੋਲਵ ਨਾ ਕਰੀਏ ਯਾਰ। ਮੇਰੀ ਇਹਨਾਂ ਨਾਲ ਵੈਸੇ ਸ਼ੁਰੂ ਤੋਂ ਮੁਹੱਬਤ ਹੈਗੀ ਹੈ, ਤੇ ਮੈਂ ਇਹਨਾਂ ਨੂੰ ਅੱਜ ਤੱਕ ਨਹੀਂ ਸੀ ਕਿਹਾ ਕਿ ਤੁਸੀਂ ਉੱਥੇ ਜਾ ਕੇ ਕਿਉਂ ਬਹਿੰਦੇ। ਮਜ਼ਾਕ ਚ ਕਿਤੇ ਫੋਨ ਤੇ ਕਹਿੰਦਾ ਸੀ ਵੇਖੋ ਸ਼ਰੀਕਾਂ ਕੋਲ ਬੈਠੇ ਹੁੰਦੇ ਹੋ ਨਾ, ਲੇਕਿਨ ਮੈਂ ਲਾਈਵ ਕਦੀ ਨਹੀਂ ਕਿਹਾ, ਮੈਂ ਕਦੀ ਮਨਾ ਨਹੀਂ ਸੀ ਕੀਤਾ ਕਿ ਨਾ ਬੈਠੋ ਜਾ ਕੇ ਉੱਥੇ। अहबाब जमात अहमद जाट साहब का फोन आ गया है और नसरुल्लाह साहब जो हैं इस वक्त उनके पास टाइम है बात करने का, वो कर सकते हैं। ਨਹੀਂ ਮੈਨੂੰ ਤੇ ਜਿਹੜਾ ਫੋਨ ਕਰਨ ਡਿਆ ਮੈਂ ਕਹਿੰਦਾ ਯਾਰ ਤੁਹਾਡੀ ਮਿਹਰਬਾਨੀ ਤੁਸੀਂ ਵਿੱਚ ਨਾ ਆਓ ਬਸ। ਸਿੱਧੀ ਸਟ੍ਰੇਟ ਫਾਰਵਰਡ ਗੱਲ ਹੈ। ਮੈਂ ਕਿਹਾ ਐਤਕਾਂ ਭਾਈ ਕਿਸੇ ਦੀ ਨਹੀਂ ਸੁਣਨੀ। मैंने भी बड़े फोन बजते ने ਵਿੱਚ। ਠੀਕ ਹੋ ਗਿਆ ਭਾਈ ਸਾਹਿਬ, ਤੁਸੀਂ ਓਪਨਲੀ ਕਹਿ ਦਿੱਤਾ, ਅਸੀਂ ਜੋ ਕਹਿਣਾ ਸੀ ਕਹਿ ਦਿੱਤਾ, ਅੱਗੇ ਤੁਹਾਡੀ ਮਰਜ਼ੀ, ਅਸੀਂ ਦੁਬਾਰਾ ਨਹੀਂ ਰੋਕਾਂਗੇ ਤੁਹਾਨੂੰ। 6 ਘੰਟੇ ਸਵੇਰੇ ਚੋਰੀ ਸਾਹਿਬ ਬਰਾੜ ਲਾਈ, ਅੱਲਾ ਵਾਹਦਾ ਉਹ ਲਾਸ਼ ਲਿਖ ਜਾਂਦਾ, ਮੈਂ ਉਸ ਪਾਸੇ ਗੱਲ ਜਾਣ ਨਹੀਂ ਦਿੱਤੀ। ਇੱਥੇ ਸਾਰਾ ਦਿਨ ਅਸੀਂ ਬਹਿ ਕੇ, ਕਿ 2 ਬੰਦੇ ਆਏ ਸੀ ਨੇ ਲਾਈਏ, ਹਾਂਜੀ ਅਹਿਲੇ ਹਦੀਸ 2 ਬੰਦੇ ਆਏ ਸੀ, ਸਾਰਾ ਦਿਨ ਉਹਨਾਂ ਨਾਲ ਡਿਬੇਟ ਹੋਈ ਹੈ ਕੁਰਾਨ ਔਰ ਸੁन्नत ਤੇ ਅਹਾਦੀਸ ਦੇ ਉੱਤੇ। 60-70 ਬੰਦਾ ਬੈਠਾ ਰਹਿੰਦਾ ਸੀ, ਅਸੀਂ ਸਾਰਾ ਦਿਨ ਹੀ ਗੱਲ ਕਰਦੇ ਰਹੇ। ਸ਼ਾਮੀ ਜਦੋਂ ਉਹ ਚਲੇ ਗਏ ਨੇ ਰੋਜ਼ੇ ਤੋਂ ਬਾਅਦ,
ਤੇ ਇੱਥੇ ਜਨਾਬ ਜੀ ਉਹ ਥੱਲੇ ਆ ਗਿਆ ਮੂੰਹ ਅੱਡ ਕੇ, ਥੱਲੇ ਆ ਕੇ ਤੇ ਉਹਨੇ ਮਿਸਟਰ ਐਕਸ ਭਾਈ ਉੱਤੇ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਆ ਤੇ ਮੈਂ ਉਹਨਾਂ ਨਾਲ ਇਹ ਗੱਲ ਕਰੀ ਸੀ, ਮੈਂ ਕਿਹਾ ਯਾਰ ਬਾਦਸ਼ਾਹ ਨੂੰ ਮੈਂ ਸਵੇਰੇ ਗਿਆ ਸੀ, ਤੁਸੀਂ ਉਹਨੇ ਬਲਕਿ ਖੁਦ ਕਿਹਾ ਕਿ ਯਾਰ ਮੈਨੂੰ ਪਤਾ ਲੱਗਿਆ ਕਿ ਅਲੀ ਗੋਲੀ ਉੱਥੇ ਗਿਆ ਸੀ, ਫਾਈਟਰ ਨੂੰ ਮੁਕਾਤੀ। ਮੈਂ ਕਿਹਾ ਯਾਰ ਮੇਰੇ ਦਿਲ 'ਚ ਪਹਿਲੇ ਵੀ ਉਹਨਾਂ ਬਾਰੇ ਨਫ਼ਰਤ ਕੋਈ ਨਹੀਂ ਸੀ, ਬਾਦਸ਼ਾਹ ਬਾਰੇ ਜਾਂ ਫਾਈਟਰ ਬਾਰੇ, ਮੈਨੂੰ ਵੈਸੇ ਉਹਨਾਂ ਨਾਲ ਮੁਹੱਬਤ ਸੀ। ਠੀਕ ਨਜ਼ਰਿਆਤੀ ਇਖਤਲਾਫ ਹੋ ਗਿਆ ਸੀ, ਲੇਕਿਨ ਮੈਂ ਹੁਣ ਉਹਨਾਂ ਨਾਲ ਬਿਲਕੁਲ ਨਾਮ ਹੀ ਨਹੀਂ ਲਾਉਂਦਾ। ਇਹਨੇ ਸਾਨੂੰ ਫੁੱਲ ਮਾਰਨੇ ਸ਼ੁਰੂ ਕਰਤੇ ਮਿਸਟਰ ਐਕਸ ਨੂੰ। ਮੈਂ ਮਿਸਟਰ ਐਕਸ ਨੂੰ ਖਾਲੀ ਇੰਨਾ ਹੀ ਕਿਹਾ, ਮੈਂ ਕਿਹਾ ਤੁਹਾਨੂੰ ਫੁੱਲ ਆਏ ਜੇ 5 ਕਿ ਨਹੀਂ, ਤੁਹਾਨੂੰ ਉਹਨੇ ਫੇਰ ਛੱਟਾ ਮਾਰਿਆ, ਫੁੱਲਾਂ ਦੇ ਨਾਲ ਹੀ ਕੌਮੈਂਟ ਕਰ ਛੱਡਿਆ, ਮੇਰਾ ਖਿਆਲ ਹੈ, ਮੈਨੂੰ ਯਾਦ ਨਹੀਂ ਕੀਤਾ ਕਿ ਨਹੀਂ ਕੀਤਾ। ਉਸ ਤੋਂ ਬਾਅਦ ਫਿਰ ਗੱਲ ਛੱਟਾ ਸ਼ੁਰੂ ਹੋ ਗਿਆ, ਠੀਕ ਹੈ। ਤੇ ਫਿਰ ਮੈਂ ਕਿਹਾ ਖਲੋ ਇੱਥੇ ਤੈਨੂੰ ਮੈਂ ਜਾਣ ਕਿੱਥੇ ਦੇਣਾ ਹੁਣ, ਕਿਉਂਕਿ ਇਸ ਬੰਦੇ ਦਾ ਕੰਮ ਨਹੀਂ ਹੈਗਾ ਥੱਲੇ ਆਣਾ ਸਰ। ਇਹ ਥੱਲੇ ਆ ਕੇ ਝਿਗਾਉਂਦਾ ਜਾਣ ਕੇ ਬੰਦੇ ਨੂੰ, ਐਸਾ ਆਰਾਮ ਦਾ ਹੈ, ਜਾਣ ਬੁੱਝ ਕੇ ਥੱਲੇ ਆਂਦਾ ਹੈ ਆਪਣੀ ਅਸਲ ਆਈਡੀ ਨਾਲ। ਉਹ ਨਕਲੀ ਆਈਡੀ ਨਾਲ ਸਾਰਾ ਦਿਨ ਬੈਠਾ ਰਿਹਾ ਥੱਲੇ, ਜਾਣ ਬੁੱਝ ਕੇ ਅਸਲ ਆਈਡੀ ਨਾਲ ਆਂਦਾ ਹੈ ਕਿ ਮੈਨੂੰ ਵੇਖਣਗੇ ਤੇ ਫਿਰ ਮੈਨੂੰ ਮੇਰੇ ਤੇ ਗੱਲ ਕਰਨਗੇ ਤੇ ਮੈਨੂੰ ਮੌਕਾ ਲੱਭੇਗਾ। ਤੇ ਮੈਂ ਕਿਹਾ ਠੀਕ ਹੈ ਆ ਜਾ ਫਿਰ ਮੈਦਾਨ ਦੇ ਵਿੱਚ। ਉਹ ਨਹੀਂ ਬਹਿ ਕੇ ਹੁਣ ਗਾੜਕਾਂ ਚਲਾ ਵੀ ਅਸੀਂ ਗਾਲਾਂ ਕੱਢੀਆਂ ਨੇ ਸਾਰ, ਉਹ ਮੈਨੂੰ ਜੋ ਬਾਰ-ਬਾਰ ਕਹਿਣ ਡਿਆ ਉੱਥੇ ਬਹਿ ਕੇ ਸੁਣਨ ਤੇ ਤੁਹਾਡਿਆਂ ਹੈ ਬਾਰ-ਬਾਰ ਜੋ ਕਹਿਣ ਡਿਆ ਵੀ ਉਹ ਤੋਂ ਗਾਲਾਂ ਚਲਾ ਜਿਹੜੀਆਂ ਤੈਨੂੰ ਕੱਢੀਆਂ ਨੇ, ਉਹ ਜਿਹੜੇ ਮਖੰਨਸ ਗਰੁੱਪੋ ਤੁਹਾਨੂੰ ਜਿਹਨੂੰ ਗਾਲ ਕੱਢੀਆਂ ਨੇ, ਮੈਂ ਉੱਥੇ ਚਲਾਓ ਸੁਣਾਓ ਲੋਕਾਂ ਨੂੰ, ਖੌਫ ਹੈ ਜਦੋਂ ਤੁਹਾਨੂੰ ਅਗਰ ਕੱਢੀਆਂ ਨੇ ਤੇ ਲੋਕਾਂ ਸਾਰਿਆਂ ਨੂੰ ਪਤਾ ਹੈ, ਫਿਰ ਦੁਬਾਰਾ ਚਲਾ ਕੇ ਦੱਸੋ ਤੇ ਇੰਤਜ਼ਾਰ ਕਰੋ, ਤੁਹਾਡੇ ਨਾਲ ਕਰਨੇ ਆ। ਮੇਰਾ ਖਿਆਲ ਹੈ ਪੀਰ ਸਾਹਿਬ ਚਲੇ ਗਏ ਨੇ, ਪੀਰ ਸਾਹਿਬ ਵੀ ਆਏ ਸੀ ਕਿ ਯਾਰ ਮਾਮਲਾ ਰੋਕ ਦੋ। ਤੇ ਸਹੀ ਗੱਲ 3:30 ਸ਼ੋਰਾ ਵੀ ਨਹੀਂ ਹੈਗਾ ਦਿਮਾਗ ਦੇ ਵਿੱਚ ਕਿੰਨੀ ਮਗਜ਼ਮਾਰੀ ਕੀਤੀ ਜਾਏ, ਪਰ ਇੰਨੀ ਸੋਹਣੀ ਗੁਫ਼ਤਗੂ ਅੱਜ ਹੋਈ ਹੈ ਨਾ, ਠੀਕ ਹੈ, ਇੰਨੀ ਸੋਹਣੀ ਗੁਫ਼ਤਗੂ 2-3 ਬੰਦਿਆਂ ਦੇ ਨਾਲ ਹੋਈ ਹੈ ਨਾ, 6-7 ਘੰਟੇ ਹੀ ਸਕੂਨ ਨਾਲ ਗੱਲ ਕਰਨ ਡਏ ਸਾਂ, ਠੀਕ ਇਹਨਾਂ ਅਹਿਮਦ ਤੁਹਾਡੇ ਹਾਂ ਜੈਲਸ ਹੋ ਕੇ ਕੰਮ ਕਰਦੇ ਆ, ਬਿਲਕੁਲ। ਮੁੰਝ ਕਿਉਂ ਬੈਠੇ ਹੋਏ ਨੇ? ਕਿਉਂਕਿ ਜਿਹੜਾ ਬੰਦਾ ਸਾਡੇ ਕੋਲ ਆਇਆ ਸੀ ਨਾ, ਉਹਦਾ ਨਾਮ ਸੀ ਮੁਕਰਰਮ ਮੁਹਤਰਮ ਜਨਾਬ ਤਾਰਿਕ ਚੌਹਾਨ ਸਾਹਿਬ। ਉਹ ਉੱਥੇ 2-3 ਘੰਟੇ ਬੈਠੇ ਨੇ, ਨਾ ਕੋਈ ਝਗੜਾ ਹੋਇਆ ਨਾ ਗਾਲ ਹੋਈ। ਅਸੀਂ ਕਿਹਾ ਤੁਹਾਡੇ ਨਜ਼ਰੀਆਤ ਮੁਖਤਲਿਫ, ਅਕਾਇਦ ਮੁਖਤਲਿਫ, ਸਾਡੇ ਅਕਾਇਦ ਠੀਕ ਹੈ, ਲੇਕਿਨ ਬੰਦੇ ਅਸੀਂ ਇੱਕ ਨੂੰ ਹੀ ਮੰਨਦੇ ਹਾਂ, ਤੁਸੀਂ ਵੀ ਤੇ ਅਸੀਂ ਵੀ। ਉਹ ਤੁਸੀਂ ਆਪਣਾ ਜਵਾਬ ਦੇਣਾ ਸੀ ਆਪਣਾ ਦੇਣਾ, ਲੇਕਿਨ ਇੱਕ ਸਵਾਲ ਤੇ ਅਸੀਂ ਮੁਤਫਿਕ ਹਾਂ ਈਸਾ ਦੀ ਵਫਾਤ ਉੱਤੇ, ਉਹਦੇ ਤੇ ਗੱਲ ਚੱਲ। ਇਹੀ ਬੰਦਾ ਇਹਨਾਂ ਦੀ ਬਰਾਤ ਜਾ ਕੇ ਬੈਠਾ ਹੋਇਆ ਨਾ, ਇਹਨੂੰ ਗਾਲ ਨਾ ਕੱਢਦੇ ਜੇ, ਠੀਕ ਹੈ। ਤੇ ਇਹਨਾਂ ਨੂੰ ਤਕਲੀਫ ਇਹ ਹੁੰਦੀ ਸੀ ਉਹਦੀ ਵੀ ਵਜ੍ਹਾ ਨਾ ਕਿ ਇਹਨਾਂ ਬਣਾਇਆ ਤਾਰਕ ਚੌਹਾਨ ਨੂੰ ਜੱਜ, ਸਹੀ ਹੈ, ਉਹਨੇ ਹੱਕ ਸੱਚ ਦੀ ਗੱਲ ਕੀਤੀ, ਠੀਕ ਹੈ, ਤੇ ਤਾਂ ਉਹਦੇ ਖਿਲਾਫ ਹੋ ਗਏ। ਤੇ ਫਿਰ ਜ਼ਾਹਰੀ ਗੱਲ ਹੈ ਕਿ ਤਾਰਕ ਚੌਹਾਨ ਨਾਲ ਇਹ ਤੇ ਨਹੀਂ ਪੂਰਾ ਆ ਸਕਦੇ, ਉਹ ਫਿਰ ਸਹੀ ਕਰਦਾ, ਠੀਕ ਹੈ, ਉਹਦੇ ਸਾਹਮਣੇ ਬਹਿ ਨਹੀਂ ਸਕਦੇ। ਤਰੀਖੀ ਛਤਰੋਲ ਹੈ ਬਾਬਾ ਜੀ, ਉਹ ਵਾਲੀ ਜਿਹੜੀ ਹੈ ਨਾ ਤਰੀਖੀ ਛਤਰੋਲ। ਕੱਲ ਅਸਕਾਨੀ ਨੂੰ ਸ਼ੁਰੂ ਕਰਤੀਆਂ ਗੱਲਾਂ, ਹਿਸਾਬ ਲਾ ਲਓ। ਇੱਥੇ ਵੀ ਆ ਕੇ ਇੱਕ ਬੰਦੇ ਨੇ ਚੜ ਕੇ ਪਹਿਲੇ ਗਾਲ ਹੀ ਕੱਢੀ ਸੀ ਕਿਸੇ ਨੂੰ, ਅੱਗੋਂ ਫਿਰ ਸ਼ੁਰੂ ਹੋਇਆ ਸੀ ਸਿਲਸਿਲਾ। ਹੈਲੋ ਅਸਕਾਨੀ ਨੂੰ ਕਿੰਨੇ ਗੱਡੀਆਂ ਜੱਟ ਨੇ ਬਈ ਜਿੱਥੇ ਮੈਦਾਨ ਲੱਭੇ ਨਾ ਦੋਨਾਂ ਨੂੰ ਬਰਾਬਰ ਰੱਖ ਕੇ ਉੱਥੇ ਖੇਡ ਹੀ ਨਹੀਂ ਸਕਦੇ। ਇਹ ਸਿਰਫ ਉਹ ਮਖੰਨਸ ਨੇ ਕਿ ਆਪਣੀ ਬਰਾੜ ਤੇ ਬਹਿ ਕੇ ਅਗਲੇ ਦਾ ਮਾਈਕ ਬੰਦ ਕਰਕੇ ਸਪੀਕਰ ਲਾ ਕੇ, ਬਈ ਮੁਕਾਬਲਾ ਕਰਨਾ ਬੇਸ਼ੱਕ ਤੁਸੀਂ ਸਪੀਕਰ ਲਾਓ, ਅਗਲੇ ਨੂੰ ਮਿਊਟ ਨਾ ਫਿਰ ਕਰੋ, ਠੀਕ ਹੈ। ਬਿਲਕੁਲ ਮਖੰਨਸ ਹੋ ਤੁਸੀਂ, ਅਗਲੇ ਨੂੰ ਮਿਊਟ ਕਰ ਦਿਓ, ਮਾਈਕ ਲਾ ਕੇ ਮਿਊਟ ਕਰ ਦਿਓ, ਇਹ ਤੁਸੀਂ ਮਖੰਨਸ ਹੋ। ਹੁਸੈਨੀ ਸਾਹਿਬ ਦਾ ਫਾਰਮੂਲਾ ਹੈ ਕਿ ਤੁਸੀਂ ਉਹਨਾਂ ਕੱਢੀਆਂ ਨੇ ਜੀ, ਹਾਂਜੀ ਤੁਸੀਂ ਵੀ ਕਰੋ। ਬਈ ਸਿੱਧੀ ਗੱਲ ਇਹ ਵੇ ਕਿ ਜਦੋਂ ਫਿਰ ਤੁਸੀਂ ਇਸ ਨੇਜ ਤੇ ਲੱਥ ਹੀ ਗਏ ਹੋ, ਇਸ ਬੇਗੈਰਤੀ ਦੇ ਵਿੱਚ ਵੜ ਹੀ ਗਏ ਹੋ, ਤਾਂ ਫਿਰ ਠੀਕ ਹੈ। ਵੀ ਤਰੀਖੀ ਛਤਰੋਲ ਇੱਥੇ ਬਾਬਾ ਜੀ 2-3 ਦਫਾ ਇਹਨਾਂ ਦੀ ਹੋ ਚੁੱਕੀ ਹੈ। ਅਹਿਮਦ ਇਹਨੂੰ ਆਪਣਾ ਜਾਨੀ ਨੂੰ ਕਿੰਨੇ ਆਖਿਆ, ਉਹ ਕੀ ਕਹੀਦਾ ਯਾਰ ਪਤਾ ਨਹੀਂ, ਮੈਂ ਵੀ ਪੁੱਛਣ ਨੇ ਦੱਸਿਆ ਹੀ ਨਹੀਂ। ਓਏ ਐਵੇਂ ਖੋਖਲੀ ਗੈਰਤਾਂ, ਖੋਖਲੀਆਂ ਜਿਹੜੀਆਂ ਨੇ ਨਾ, ਉਹ ਕੀ ਕਹਿੰਦੇ ਨੇ, ਗੈਰਤਾਂ ਲੈ ਕੇ ਫਿਰਨ ਡੇ ਨੇ, ਤੇ ਖੋਖਲੀਆਂ ਜਿਵੇਂ ਉਹ ਰੋਣ ਡਿਆ ਉੱਥੇ ਵੈਨ ਪਾਉਣ ਡਿਆ, ਹਾਏ ਹਾਏ ਮੈਨੂੰ ਕੱਢ ਲੈ, ਮੇਰੀ ਮਾਂ ਮੈਨੂੰ ਕੱਢ ਲੈ। ਵਾਹ ਵਾਹ ਬਈ ਕਿਆ ਕਮਾਲ ਬਾਬਾ ਜੀ ਕਾਰਡ ਖੇਡ ਰਿਹਾ, ਤੂੰ ਖੇਡ ਉੱਤੇ, ਠੀਕ ਹੈ। ਜੇ ਆਪਣੇ ਪਿਓ ਦਾ ਤੇ ਇਹਨੂੰ ਹੁਣ ਬੰਦ ਨਹੀਂ ਕਰਨਾ, ਬਲਕਿ ਉੱਥੇ ਚਲਾ, ਬਾਰ-ਬਾਰ ਲੋਕਾਂ ਨੂੰ ਦੱਸ, ਠੀਕ ਹੈ, ਤੇ ਇੰਤਜ਼ਾਰ ਕਰ। ਇਸ ਤੋਂ ਬਾਅਦ ਸਾਡਾ ਸਵਾਲ ਇੱਕੋ ਹੀ ਹੋਣਾ, ਜਦੋਂ ਉਹ ਸ਼ਾਤਮੀ ਤਾਂ ਸਾਹਮਣੇ ਲਾ ਕੇ ਤੇ ਚਲਾਵਾਂਗੇ, ਨਾਲ ਵਿਖਾਵਾਂਗੇ ਲੋਕਾਂ ਨੂੰ, ਸਵਾਲ ਇੱਕੋ ਹੀ ਹੈ ਕਿ ਇਹ ਮਖੰਨਸ, ਇਹ ਲੋਟੇ, ਠੀਕ ਹੈ, ਇਹ ਲੋਟੇ ਤੇਰੇ ਉਦਣ ਵੈਨ ਕਿੱਥੇ ਸਨ?
ਉਦੋਂ ਤੂੰ ਵੈਨ ਕਿਉਂ ਨਹੀਂ ਪਾਈ, ਉਦੋਂ ਤੈਨੂੰ ਤਕਲੀਫ ਕਿਉਂ ਨਹੀਂ ਹੋਈ? ਲੋਟੇ ਤੇਰਾ ਮੈਸੇਜ ਮੌਜੂਦ ਹੈ ਕਿ ਮੈਂ ਤਾਂ ਸਿਰਫ ਟੀਕਾ ਲਾਣਾ, ਟੀਕਾ ਤਾਂ ਤੈਨੂੰ ਲੱਗਾ ਹੈ, ਚੀਕਾਂ ਤਾਂ ਤੂੰ ਮਾਰਨ ਡਿਆ, ਬੈਕ ਉੱਥੇ ਮਾਰ। ਕੋਈ ਵੀ ਐਮ ਦੀ ਉੱਤੇ ਜਾਂਦਾ ਵੇ, ਹਰ ਬੰਦੇ ਨੂੰ ਆਜ਼ਾਦੀ ਰਾਏ ਦੇ ਨਾਲ ਤੂੰ ਗੱਲ ਤੇ ਕਮ ਸੇ ਕਮ ਕਰਨ ਦੇ। ਹੁਣ ਉਹਨੂੰ ਕਹਿ, ਉਹਦੀ ਸੁਣ ਉਹਦੀ। ਤੇ ਮਖੰਨਸ ਲੋਟੇ ਸੁਣ ਤੇ ਰਿਹਾ, ਕੋਈ ਨਾ ਕੋਈ ਮਖੰਨਸ ਤਾਂ ਸੁਣ ਨਹੀਂ ਰਿਹਾ, ਤੇ ਲੋਟਿਓ ਉੱਥੇ ਮੌਕਾ ਦਿਓ। ਕੋਈ ਬੰਦਾ ਗੱਲ ਸਹੀ ਕਰ ਰਿਹਾ, ਗਲਤ ਕਰ ਰਿਹਾ, ਉਹਦੀ ਗੱਲ ਤਾਂ ਸੁਣੋ ਲੋਟਿਓ। ਲੋਟਾ ਉੱਥੇ ਹੁਣ ਚੀਕਾਂ, ਹਾਏ ਹਾਏ। ਉਹ ਲੋਟਿਆ ਨਸ ਆਪਣੀ ਗਰਦਨ ਵੱਢ ਲੈ, ਇੰਨਾ ਤੈਨੂੰ ਦੁੱਖ ਹੋਇਆ ਨਾ, ਠੀਕ ਹੈ? ਨਹੀਂ ਨਹੀਂ, ਉੱਥੇ ਨਸ ਹਾਏ ਵੱਢ। ਅੰਮੀ ਜਾਨ, ਹਾਏ ਅੰਮੀ ਜਾਨ। ਹਾਂ ਮੈਨੂੰ ਅਗਰ ਗੈਰਤ ਹੁੰਦੀ ਤੇ ਅੰਮੀ ਨੂੰ ਗਾਲਾਂ ਪਵਾਉਂਦਾ ਹੀ ਨਾ। ਅਗਰ ਮੈਂ ਅਕਲਮੰਦ ਹੁੰਦਾ ਤੇ ਇਹ ਜੀ ਗੱਲ ਹੀ ਨਾ ਕਰਦਾ ਕਿ ਕੋਈ ਇੱਥੇ ਤੱਕ ਪਹੁੰਚੇ। ਮੈਨੂੰ ਹੁਣ ਮੇਰਾ ਉੱਥੇ ਕਹਿਣ ਡਿਆ, ਮੈਂ ਇਹਨੂੰ ਕੁਛ ਨਹੀਂ ਕਹਿਣਾ। ਬਈ ਤੂੰ ਕਹਿ ਕੀ ਸਕਣਾ, ਕਹਿ ਨਾ। ਲੋਟੇ ਕਹਿ ਤਾਂ ਸਹੀ। ਮੇਰਾ ਅਲੀ ਅਕਬਰ ਨੇ ਸਿਰਫ ਇੱਕੋ ਹੀ ਹੈ, ਅਲੀ ਅਕਬਰ ਨੇ ਗੁਸਤਾਖੀ ਕੀਤੀ ਹੈ। ਬਈ ਲੋਟੇ ਤੂੰ ਕਹਿ ਨਾ, ਮੈਂ ਤਾਂ ਕਹਿਣ ਡਿਆ ਕੱਲ ਦਾ ਤੁਸੀਂ ਲੋਟੇ ਹੋ ਸਾਰੇ। ਆਹ ਲੋਟਾ ਤੂੰ ਵੱਡਾ ਲੋਟਾ ਹੈ ਤੇ ਆ ਨਾਲ ਲੱਗੂ, ਸਮਝ ਜਾ, ਠੀਕ ਹੈ? ਤੁਸੀਂ ਲੋਟੇ ਹੋ, ਮੈਂ ਤਾਂ ਕਹਿ ਰਿਹਾ, ਕਹੋ। ਜ਼ਰੂਰਤ ਹੀ ਨਹੀਂ ਤੁਹਾਡੇ ਕੋਲ ਤੁਸੀਂ ਕਹਿ ਸਕੋ। ਮੇਰੀ ਮਰਡਰਸ਼ਿਪ ਖਤਮ ਕਰਤੀ ਹੈ ਉਹ ਸੀਸੀਡੀ। ਉਹ ਨਹੀਂ, ਖਤਮ ਨਹੀਂ ਹੈ। ਆईडी ਅੱਜ दूसरी ओपन होगी, गलती ना पता नहीं चलिया। ਅੱਛਾ ਅੱਛਾ ਅੱਛਾ। ਜਾਨੀ ਸਾਹਿਬ ਦਾ ਰੋਜ਼ਾ ਖੋਲ ਰਿਹਾ ਹੁਣ। ਅਹਿਮਦ ਸ਼ਹਜ਼ਾਦ ਉੱਤੇ ਗਿਆ ਵੇ ਇਹ ਭੱਟੀ, ਠੀਕ ਹੈ? ਉਹਨੂੰ ਚੁੱਕ ਕੇ ਮਾਰਿਆ ਥੱਲੇ, ਵੀ ਉਹਦੀ ਗੱਲ ਤੇ ਲੈ ਲਓ ਯਾਰ, ਠੀਕ ਹੈ? ਉਹ ਮਖੰਨਸ ਚੀਕਾਂ ਮਾਰਨ ਡਿਆ ਉੱਥੇ ਬਹਿ ਕੇ, ਮਖੰਸਾ, ਠੀਕ ਹੈ? ਫਿਰ ਵਿਊ ਦੇ ਉੱਤੇ ਬੜਾ ਚੀਕਦਾ ਉਹ, ਵਿਊ 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 ਵਿਊ। ਬੰਦੇ ਨਹੀਂ ਤੂੰ ਇਕੱਠੇ ਕਰ ਸਕਦਾ, ਇਹ ਨਹੀਂ ਕਰ ਸਕਦਾ। ਬਈ ਸਾਡੇ ਕੋਲ ਤੁਹਾਡੀ ਵੰਗਰੀ ਸਪੀਚ ਪਾਵਰ, ਉਹ ਸਾਨੂੰ ਵਿਊ ਦੀ ਕਦੀ ਲੋੜ ਹੀ ਨਹੀਂ ਪਈ, ਸਮਝ ਆਈ ਨਾ? ਅੱਛਾ ਅਹਿਮਦ, ਬਈ ਵਿਊ ਸਾਨੂੰ ਉੱਥੇ ਚਾਹੀਦੇ ਨੇ ਜਿੱਥੇ ਜਮਾਤ ਦਾ ਅਸਲ ਪੈਗਾਮ ਔਰ ਅਸਲ ਤਾਲੀਮ ਚਾਹੀਦੀ, ਉੱਥੇ ਜਾ ਕੇ ਉਹਨਾਂ ਨੂੰ ਸਪੋਰਟ ਕਰੀਦਾ, ਠੀਕ ਹੈ? ਉਹਨਾਂ ਨੂੰ ਜਾ ਕੇ ਉੱਥੇ ਟੈਬ ਜਿੰਨਾ ਕਰ ਸਕੀਏ ਕਰ ਸਕਨੇ ਆ, ਠੀਕ? ਉੱਥੇ ਸਾਨੂੰ ਜ਼ਰੂਰਤ ਹੈ। ਉੱਥੇ ਸਾਡਾ ਅਸਲ ਪੈਗਾਮ ਜਿਹੜਾ ਅਸਲ ਜਮਾਤ ਅਹਿਮਦੀਆ ਦਾ ਅਸਲ ਪੈਗਾਮ ਉੱਥੋਂ ਜਾ ਰਿਹਾ, ਠੀਕ ਹੈ? ਅਸੀਂ ਤਾਂ ਦਿੰਦੇ ਹੀ ਨਹੀਂ। ਬਈ ਮਖੰਨਸ ਤੈਨੂੰ ਹੈ ਵੇ, ਠੀਕ? ਉਹਦੇ ਵਾਸਤੇ ਮਿਰਜ਼ਾ ਤੁਹਾਨੂੰ 3-3 ਮਿੰਟ ਚਾਹੀਦੇ ਨੇ, ਠੀਕ ਹੈ? ਉਹ ਤੁਸੀਂ ਲੋਕਾਂ ਨੂੰ ਸੁਣਾਉਣਾ ਹੈ, ਲੋਕਾਂ ਨੂੰ ਆਪਣੀ ਜਿਹੜੀਆਂ ਚੀਕਾਂ ਸੁਣਾਉਣੀਆਂ ਨੇ, ਠੀਕ ਹੈ? ਚੀਕਾਂ ਤੋਂ ਇਲਾਵਾ ਤੇਰੇ ਕੋਲ ਹੈ ਕੀ ਹੈ? ਇਲਮੀ ਤੇ ਕੋਈ ਗੱਲ ਤੈਨੂੰ ਆਉਂਦੀ ਕੋਈ ਨਹੀਂ। ਜਿੱਥੇ ਮਰਜ਼ੀ ਬਹਿ ਕੇ ਮਖੰਨਸ ਪੂਰਾ ਗਰੁੱਪ ਆ ਕੇ ਮੇਰੇ ਨਾਲ ਮੁਕਾਬਲਾ ਕਰ ਲੈ। ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਬਹੁਤ ਵੱਡੇ ਕੋ ਆਲਮ ਆ, ਤੁਹਾਡੇ ਤੇ ਹੈ ਨੇ ਭਾਈ ਜੀ, ਤੁਹਾਡੇ ਤੇ ਤੁਸੀਂ ਜਾਣਦੇ ਹੋ ਅਸੀਂ ਬਹੁਤ ਵੱਡੇ ਆਲਮ ਆ। ਏਡੇ ਵੱਡੇ ਤੁਸੀਂ ਆਲਮ ਆ ਕਿ ਤੁਸੀਂ ਗੁਸਤਾਖੀ ਕਰੀ ਜਾਂਦੇ ਹੋ। ਗੁਸਤਾਖੋ, ਜਮਾਤੀ ਕਾਰਡ, ਸ਼ਾਤਮੀਅਤ ਕਾਰਡ ਤਾਂ ਖੇਡ। ਜੇ ਆਪਣੇ ਪਿਓ ਦਾ ਨਾ ਤੇ ਮਖੰਨਸ ਕੋਈ ਨਾ ਕੋਈ ਸੁਣਨ ਡਿਆ, ਇਸ ਮਖੰਨਸ ਨੂੰ ਕਹੋ ਕਿ ਹੁਣ ਇਹ ਬੰਦ ਨਾ ਕਰੇ, ਬਾਰ-ਬਾਰ ਆਡੀਓ ਚਲਾਵੇ। ਉੱਥੇ ਜੀ ਭੇਜੀ ਸੂ, ਠੀਕ ਹੈ? ਤਾਂ ਚਲਾਵੇ। ਤੇ ਮੁਬਸ਼ਰ ਆਜ਼ਾਦ ਵੀ ਭੇਜੇ ਨਾ, ਉੱਥੇ ਇਹਦੇ ਅਥਰੂ ਨਹੀਂ ਸਨ ਡਿੱਗੇ। ਆ ਜਿਹੜੇ ਹਾਏ ਅੰਮਾ ਜੀ, ਅੰਮੀ ਜੀ। ਬਈ ਰਸੂਲ ਅੱਲਾਹ ਦੀ ਜ਼ਿਆਦਾ ਸ਼ਾਨ ਹੈ ਕਿ ਉਹਦੀ ਅਜ਼ਵਾਜ ਦੀ ਜ਼ਿਆਦਾ ਸ਼ਾਨ ਹੈ? 3 ਖੁਲਵਾਵਾਂ ਦੀ ਸ਼ਾਨ ਕੋਈ ਨਹੀਂ ਸੀ ਜਦੋਂ ਉਹਨਾਂ ਦੇ ਉੱਤੇ ਭੌਂਕਦਾ ਹੁੰਦਾ ਸੀ ਮਖੰਨਸ ਲੋਟਾ? ਫਿਰ ਕਹੇਗਾ ਮੈਂ ਇਹਦਾ ਜਵਾਬ ਕੋਈ ਨਹੀਂ ਦੇਣਾ। ਬਈ ਤੂੰ ਮੇਰਾ ਜਵਾਬ ਨਹੀਂ ਦੇਣਾ ਤੇ ਫਿਰ ਜਿੱਥੇ ਮੈਂ ਬੈਠਾ ਹੁੰਦਾ ਉੱਥੇ ਤੂੰ ਭੱਜਾ ਹੁੰਦਾ। ਜਿੱਥੇ ਮੈਂ ਬੈਠਾ ਹੋਵਾਂਗਾ ਉੱਥੇ ਭੱਜਾ ਆਏਗਾ। ਉਸ ਦਿਨ ਜਿਸ ਦਿਨ ਗੱਲ ਹੋਈ ਉਸ ਦਿਨ ਭੱਜਾ ਆਇਆ ਸੈਣੀ ਸਾਹਿਬ ਦੇ ਕੋਲ। ਬਈ ਮਖੰਨਸ ਤੈਨੂੰ ਕੋਈ ਮੂੰਹ ਨਹੀਂ ਲਾਂਦਾ ਤੇ ਤੂੰ ਕਿਉਂ ਹੀ ਲੈਣਾ ਹੁੰਦਾ? ਪਰ ਤੂੰ ਸਾਬਤ ਕਰਨਾ ਹੁੰਦਾ ਕਿ ਮੈਂ ਮਖੰਨਸ ਹਾਂ। ਰਿਕੁਐਸਟ ਨਹੀਂ ਪਾਈ ਸੀ, ਉਹ ਕਾਲੂ ਸਾਹਿਬ ਨੇ ਪਾਈ ਸੀ ਮੇਰਾ ਖਿਆਲ ਹੈ, ਉਹਨਾਂ ਨੂੰ ਚੁੱਕ ਲਓ।
ਸੀਸੀਟੀ ਇਹਦੇ ਤੇ ਮੋਡਰੇਟਰ ਬਣਾ ਮੈਨੂੰ, ਮੈਂ ਬੰਦੇ ਚੁੱਕਣੇ। ਥੱਲੇ ਦੋਸਤ ਆਇਆ ਮੇਰਾ ਭੱਟੀ ਸ਼ਹਜ਼ਾਦਾ, ਕਿਹੜਾ ਪੱਟੀ ਆ ਗਿਆ ਥੱਲੇ? ਤੁਹਾਡੇ ਸਾਰੇ ਉਹਦੇ ਵਿਚਾਰੇ ਸਾਟੀ ਬਹੁਤ ਲੱਗੀ ਹੈ ਅਹਿਮਦ ਸ਼ਹਜ਼ਾਦ ਨੂੰ। ਤੁਸੀਂ ਕੱਲ ਉਹਨੂੰ ਅਬਦੁੱਲਾ ਨੂੰ ਉੱਤੇ ਬੁਲਾ ਕੇ ਉਦੋਂ ਵੀ ਸਾਡੀ ਤੁਸੀਂ ਪਤਾ ਨਹੀਂ ਦੋਸਤ ਉਹ ਸਾਨੂੰ ਫੋਨ ਤੇ ਗਾਲਾਂ ਪਈਆਂ ਨੇ, ਉਹਨੂੰ ਉੱਤੇ ਬਿਠਾਇਆ, ਮੈਨੂੰ ਸਵੇਰੇ ਫੋਨ ਤੇ ਗਾਲਾਂ ਪਈਆਂ। ਤੁਹਾਨੂੰ ਮਨਾ ਕੀਤਾ ਸੀ ਨਾ ਬੁਲਾਓ, ਨਹੀਂ ਜੀ ਮੇਰਾ ਦੋਸਤ ਹੈ ਜੀ। ਮੈਂ ਯਾਰ ਕੱਲ ਉਹਨੇ ਬਦਤਮੀਜ਼ੀ ਕੀਤੀ ਅਲੀ ਬਾਈ ਉਹ ਸਰ ਬਦਤਮੀਜ਼ ਦੀ ਗੱਲ ਨਹੀਂ, ਉਹ ਬੰਦਾ ਹੈ ਹੀ ਬਦਤਮੀਜ਼ ਹੈ। ਉਹ ਚਵਲ ਇਨਸਾਨ ਸ਼ੁਏਬ ਰਾਜਾ ਜਿਹੜਾ ਵੇ ਮੇਰੀ ਅਵੈਸ ਖਾਨ ਨਾਲ ਇਸੇ ਗੱਲ ਤੇ ਜੰਗ ਹੋਈ ਸੀ, ਕਿੱਡਾ ਵੱਡਾ ਨਾਮ ਉਹਨਾਂ ਦਾ ਹੈ ਅਵੈਸ ਖਾਨ ਦਾ। ਉਹ ਸ਼ੁਏਬ ਰਾਜਾ ਨੂੰ ਭਾਈ ਭਾਈ ਕਹਿੰਦੇ ਸੀ। ਮੈਂ ਕਿਹਾ ਸਰ ਜੀ ਗੱਲ ਕਰਦਾ ਤਾਂ ਤੁਹਾਡੇ ਸਾਹਮਣੇ ਆ ਕੇ ਪੋਪੇ ਪਾਈਆਂ ਪਾ ਕੇ ਬੈਠਾ। ਤੁਹਾਨੂੰ ਕਿਹਾ ਸੀ ਗੱਲ ਹੀ ਬਾਜ਼ ਬੰਦਾ ਮਸੀਹ ਅਲੈਹਿ ਸਲਾਮ ਦਾ ਨਾਮ ਗੱਲ, ਉਹ ਤੇ ਸ਼ੈਤਾਨੀ ਕਰਨ ਆਇਆ ਸੀ ਅਬਦੁੱਲਾ ਵੇ, ਐਸੇ ਕੰਮ ਹੀ ਇੱਥੇ ਆਇਆ ਸੀ ਅਬਦੁੱਲਾ। ਲੇਕਿਨ ਕੱਲ ਕਰਕੇ ਉਹ ਬੜਾ ਹਰਾਮ ਦਾ, ਉਹਨੇ ਤੁਹਾਡੇ ਤੋਂ ਬੇਇੱਜ਼ਤੀ ਕਰਾਈ ਸੀ ਮਲਕ ਕੋਲੋਂ। ਤੁਸੀਂ ਉਹਦੇ ਮੂੰਹ ਤੇ ਕਹਿੰਦੇ ਨਹੀਂ, ਉਸੇ ਤੋਂ ਇਹਨੇ ਜਾ ਕੇ ਮੇਰੇ ਸਾਹਮਣੇ ਰਿਕਾਰਡਿੰਗ ਸੁਣਾਈ ਸੀ। ਤੁਹਾਡਾ ਨਾਮ ਐਸਾ ਸ਼ੈਤਾਨ ਬੰਦਾ। ਮੈਂ ਰਿਕਾਰਡਿੰਗ ਵੀ ਭੇਜੀ ਹੈ ਇਹਨਾਂ ਨੂੰ। ਜਨਾਬ ਮੈਂ ਤਾਂ ਸੌਣ ਲੱਗਾ ਹਾਂ, ਮੈਂ ਕਿਹਾ ਚਲੋ ਮੈਂ ਦੂਜੀ ਪਾਰਟੀ ਵੀ ਵੇਖ ਜਾਵਾਂ, ਜਾਂਦਿਆਂ ਦੂਜੀ ਪਾਰਟੀ ਕੀ ਕਰਦੀ ਹੈ ਬਈ। ਚਲੋ ਕੋਈ ਨਹੀਂ ਹੈ, ਤੁਹਾਡਾ ਖਿਤਾਬ ਅਸੀਂ ਇੱਧਰ ਵੀ ਸੁਣ ਲਿਆ ਵਾ, ਤੁਸੀਂ ਜਾਰੀ ਰੱਖੋ ਇੱਧਰ ਵੀ। ਦੂਜੀ ਪਾਰਟੀ ਵੀ ਠੀਕ ਤੁਹਾਡਾ ਠਾਕ ਜੀ- ਆਪਣਾ ਬਈ ਪੂਰਾ ਤੁਹਾਡਾ ਔਕਾਤ ਸਾਹਿਬ ਕੰਮ ਅਸੀਂ ਪੱਕਿਆ ਸੀਰੀਅਸ ਨਹੀਂ ਬਿਆਨ ਲੈਣਾ, ਤੁਸੀਂ ਜਿਹੜਾ ਦੇਖ ਕੇ ਆਏ ਹੋ ਨਾ ਉਹ ਅਸੀਂ ਤੁਹਾਡਾ ਨਹੀਂ ਸੀਰੀਅਸ ਲੈਣਾ। ਬਾਕੀ ਹੋਰ ਤੁਹਾਨੂੰ 7 ਫੋਨ ਵੀ ਮਾਫ ਨੇ। ਕੋਈ ਗੱਲ ਨਹੀਂ। ਹਾਂ ਤੁਹਾਨੂੰ 7 ਫੋਨ ਵੀ ਮਾਫ ਨੇ, ਹੋਰ ਕੋਈ ਬੰਦਾ ਨਹੀਂ ਕਰ ਸਕਦਾ। ਦੂਜੀ ਪਾਰਟੀ ਜਿਹੜੀ ਹੈ ਨਾ, ਦੂਜੀ ਪਾਰਟੀ ਵੀ ਪੂਰਾ ਜਨਾਬ ਖੰਬੇ ਸ਼ੰਬੇ ਗੱਡੇ ਨੇ ਤੇ ਮੁਖਨਸਾਂ ਦਾ ਕੰਮ ਕੀ ਹੁੰਦਾ? ਪੂਰੇ ਲਾਏ। ਮੁਖਨਸਾਂ ਦਾ ਕੰਮ ਕੀ ਹੁੰਦਾ ਹੈ? ਲੋਟਿਆਂ ਦਾ ਕੰਮ ਕੀ ਹੁੰਦਾ? ਗੁਸਤਾਖਾਂ ਦਾ ਕੰਮ ਕੀ ਹੁੰਦਾ? ਨਹੀਂ ਮੈਂ ਮਤਲਬ ਸੌਣ ਲੱਗਾ ਸਾਂ ਤੇ ਮੈਂ ਕਿਹਾ ਦੂਜੀ ਪਾਰਟੀ ਵੇਖਾਂ ਤੇ ਸਹੀ ਵਾਲਾ ਕਰਦੀ ਕੀ ਹੈ ਭਈ। ਹਾਂ ਤੇ ਦੂਜੀ ਪਾਰਟੀ ਵਾਲ ਵੀ ਭਾਰੀ ਪੂਰਾ ਬੰਦਾ ਹੈ ਜਨਾਬ ਅਲੀ ਭਾਈ। ਉਹਨਾਂ ਮੈਂ ਕਿਹਾ ਇੰਜ ਨਹੀਂ ਹੋ ਸਕਦਾ ਕਿ ਦੂਜੀ ਠੁੱਸ ਹੋ ਗਈ ਹੋਏ ਤੇ ਜਨਾਬ ਅਲੀ ਇਹ ਚੱਲਦੇ ਹੋਣ। ਚੀਕਾਂ ਦਾ ਮਜ਼ਾ ਆ ਰਿਹਾ ਦੱਸੋ ਤੁਹਾਨੂੰ? ਉਹ ਜਿਹੜੀ ਪਾਰਟੀ 'ਚ ਬਹਿ ਕੇ ਆਏ ਹੋ, ਉਹ ਚੀਕਾਂ ਦਾ ਮਜ਼ਾ ਆਇਆ ਜੇ? ਹੈ ਇੰਜੋਏ ਕਰਕੇ ਆਏ ਹੋ? ਮੈਂ ਤੇ ਬਈ ਉਧਰ ਵੀ ਇੰਜੋਏ ਕੀਤਾ ਤੇ ਇੱਧਰ ਵੀ। ਉਹ ਜਿਹੜਾ ਚੀਕਾਂ ਮਾਰਨ ਲਿਆ ਸੀ ਉਸ ਮੁਖੰਨਸ ਉਸ ਲੋਟੇ ਨੂੰ ਕਹਿਣਾ ਸੀ ਲੋਟਿਆ ਜ਼ੋਰ ਲਾ, ਪੱਪਾ ਮਾਰ ਜ਼ੋਰ ਲਾ। ਅਹਿਮਦ ਗੱਲ ਸੁਣੋ ਮੇਰੀ, ਬਾਹੂ ਰੋਦੇ ਨੇ ਤੇ ਮੁੜ ਜਾਓ, ਚੰਗੀ ਗੱਲ ਹੈ। ਮੈਂ ਤੁਹਾਨੂੰ ਇਹ ਮਸ਼ਵਰਾ ਦਿਆਂਗਾ ਬਾਹੂ, ਗੱਲ ਇਸ ਤਰ੍ਹਾਂ ਇਹਦੇ ਚ ਕੱਖ ਨਹੀਂ ਜੇ ਪਿਆ ਇਹਨਾਂ ਚੀਜ਼ਾਂ ਚ। ਅਸੀਂ ਇਹ ਕਹਿਣ ਡਏ ਆ, ਅਸੀਂ ਇਹੀ ਤੇ ਕੱਲ ਪਰਸੋਂ ਦਾ ਕਹਿਣ ਡਏ ਨੇ ਕੱਖ ਨਹੀਂ ਪਿਆ, ਪਰ ਉਹ ਲੋਟਾ ਹਟਦਾ ਹੀ ਨਹੀਂ। ਉਹ ਮੁਖੰਨਸ ਜਿਹੜਾ ਪੂਰਾ ਗਰੁੱਪ ਮੁਖੰਨਸ ਏ, ਠੀਕ ਹੈ। ਆਹ ਲੋਟਾ ਉਹ ਵੇ ਤੇ ਇਹ ਨਾਲ ਜਿਹੜੀਆਂ ਟੂਟੀਆਂ ਨੇ ਨਾ ਬਾਕੀ ਮੁਖੰਨਸ ਨੇ, ਠੀਕ ਹੈ। ਠੀਕ ਹੋ ਗਿਆ ਅਕਾਬ। ਇਹਨਾਂ ਨੂੰ ਜਿਹੜੀਆਂ ਗੱਲਾਂ ਤੂੰ ਸਮਝਾਉਂਦਾ ਪਿਆ ਨਾ, ਮੈਂ ਮੇਰੇ ਬੇਲੀ ਨੇ ਤੈਨੂੰ ਬਹੁਤੀ ਮੇਰੀ ਗੱਲ ਸੁਣਦੇ ਨੇ ਤੇ ਮੈਂ ਇਹਨਾਂ ਨੂੰ 2 ਦਿਨ ਤੋਂ ਇਹੀ ਸਮਝਾਇਆ ਤੇ ਇਹਨਾਂ ਮੈਨੂੰ ਵੀ ਸਾਈਡ ਤੇ ਲਾਤੇ। ਕਿੰਨਾ? ਇਹ ਨਾਲ ਜਿਹੜੇ ਮੇਰੇ ਬੇਲੀ ਬੈਠੇ ਆ, ਯਾਨੀ ਕਿ ਇਹਨਾਂ ਨੇ ਕਿਹਾ ਸਾ ਨਹੀਂ ਮੁੜਨਾ। ਆਹੋ। ਮੈਨੂੰ ਇਹ ਦੱਸੋ ਕਿ ਨਸਰੁੱਲਾ ਚੌਧਰੀ ਸਾਹਿਬ, ਇਹ ਜਿਹੜਾ ਕੰਮ ਹੈ ਇਹ ਸਾਨੂੰ ਇਹ ਨਸਰੁੱਲਾ ਸਾਹਿਬ ਉਹ ਬੰਦੇ ਨੇ ਜਿਹੜਾ ਬੰਦਾ ਉੱਤੇ ਆ ਕੇ ਥੋੜੀ ਗੱਲ ਕਰੇ ਉਹਦੀ ਸਾਈਡ ਵੱਲ ਹੋ ਜਾਂਦੇ ਆ। ਚਲੋ ਚੰਗੀ ਗੱਲ ਹੈ, ਹੋ ਤੇ ਜੇ ਜਾਂਦਾ। ਬੰਦਾ ਬਹੁਤ ਡੇਂਜਰਸ ਹੁੰਦਾ ਤੁਹਾਨੂੰ ਪਹਿਲੇ ਦੱਸਦੇ ਆ। ਅਲੀ ਅਕਬਰ ਸਾਹਿਬ, ਅਲੀ ਅਕਬਰ ਸਾਹਿਬ ਤੁਸੀਂ ਭਾਈ ਹੋ ਮੇਰੇ। ਆਇਰ ਸਾਹਿਬ ਨੇ ਅੱਛੀ ਗੱਲ ਕੀਤੀ ਸੀ ਕਿ ਯਾਰ ਚਲੋ ਇਹਨੇ ਮੈਨੂੰ ਕਿਹਾ ਜੀ ਤੂੰ ਉੱਥੇ ਜਾ ਕੇ ਪੈਗਾਮ ਦੇ ਯਾਰ, ਤੇ ਮੈਂ ਇਹਨੂੰ ਕਿਹਾ ਕਿ ਮੈਂ ਕੋਈ ਦਲਾਲ ਥੋੜਾ ਵਾਂ ਕਿ ਮੈਂ ਇੱਧਰ ਦਾ ਪੈਗਾਮ ਉੱਧਰ ਜਾ ਕੇ ਦਵਾਂ। ਸੋਹਣੀ ਗੱਲ ਗੱਲ ਕੀਤੀ ਏ ਸੋਹਣੀ। ਤੇ ਫਿਰ ਮੈਂ 1122 ਨੂੰ ਸਰੇਆਮ ਉੱਥੇ ਕਿਹਾ ਕਿ ਤੂੰ ਪ੍ਰਵੋਕ ਕੀਤਾ ਵੀ ਗਾਲਾਂ ਕਢਾਉਣ ਚ। ਬਿਲਕੁਲ ਕਿਹਾ। ਇਹਦੇ ਦੱਸੋ ਵੀ ਗਲਤ ਗੱਲ ਕੀਤੀ ਹੈ ਕਿ ਮੈਂ ਨਾ ਅਸੀਂ ਤੁਹਾਡੇ ਤੋਂ ਰਾਜ਼ੀ ਹਾਂ ਕੀਤੀ ਹੈ। ਤਾਰ ਸਾਹਿਬ, ਅਸੀਂ ਤੁਹਾਡੇ ਤੋਂ ਰਾਜ਼ੀ ਹਾਂ। ਸਾਡੇ ਵੱਲੋਂ ਭਾਵੇਂ ਯਕੀਨ ਕਰੋ ਕਿ ਤੁਸੀਂ ਕਰ ਵੀ ਹੁੰਦੇ ਮੈਂ ਨਾ। ਹਰ ਗੱਲ ਗਲਤ ਨੂੰ ਤੇ ਗਲਤ ਕਹਿਣਾ ਤੇ ਸਹੀ ਨੂੰ ਸਹੀ ਕਹਿਣਾ, ਇਹ ਮੈਂ ਸਭ ਅਲੀ ਅਕਬਰ ਕੋ ਸਿੱਖਿਆ ਵੀ ਗਲਤ ਨੂੰ ਗਲਤ ਕਹੋ, ਸਹੀ ਨੂੰ ਸਹੀ ਕਹੋ। ਛੱਟਾ ਵੀ ਦੇਣਾ ਪਏ ਉੱਥੇ ਛੱਟਾ ਦਓ। ਮੈਂ ਤੇ ਤਾਹਿਰ ਸਾਹਿਬ ਨੂੰ ਕਿਹਾ ਸੀ ਮੇਰੇ ਖਿਲਾਫ ਹੀ ਦੇ ਦੋਗੇ ਤੁਸੀਂ, ਫੇਰ ਹੀ ਮੇਰੇ ਯਾਰ। ਫਿਰ ਵੀ ਨਹੀਂ ਮਾਫ ਨੇ ਯਾਰਾਂ ਯਾਰ ਉਂਝ ਤੁਸੀਂ ਮੇਰੀ ਲਾਈਵ ਤੇ ਨਹੀਂ ਆਉਂਦੇ ਤੇ ਉਹ ਵੱਖਰੀ ਗੱਲ ਹੈ, ਉਹ ਕੋਈ ਨਹੀਂ ਗੱਲ। ਲਾਈਵ ਤੇ ਆਉਣਾ। ਅੱਛਾ ਬਾਕੀ ਗੱਲਾਂ ਬਾਅਦ ਚ ਕਰਿਓ। ਉਹ ਗੱਲ ਕੋਈ ਨਹੀਂ। ਅਲੀ ਅਕਬਰ ਤੂੰ ਬੋਰ ਕਰ ਰਿਹਾ ਹੁਣ ਮੇਰੀ ਇੱਕ ਸੈਕਿੰਡ ਸੁਬਾ ਸਾਹਿਬ। ਅਕਾਬ ਸਾਹਿਬ ਨੇ ਧਮਕੀਆਂ ਬੜੀਆਂ ਦਿੰਦੇ ਨੇ ਤੇ ਮੈਨੂੰ ਇਹਨਾਂ ਦੀ ਤੇ ਕੋਈ ਸਮਝ ਨਹੀਂ ਆਉਂਦੀ ਨਾ। ਉਹ ਖੈਰ ਉਹ ਦੇਣ ਇਹਨਾਂ ਨੂੰ ਵੀ ਮੈਂ ਕਿਹਾ, ਵੇਖੋ ਜਿਵੇਂ ਅਲੀ ਅਕਬਰ ਸਾਹਿਬ ਨੇ ਕਿਹਾ ਨਾ ਕਿ ਤੁਹਾਨੂੰ 7 ਖੂਨ ਮਾਫ ਨੇ, ਠੀਕ ਹੈ। ਇੰਜ ਮੇਰੇ ਵੱਲੋਂ ਨਾ ਮੈਂ ਇਸ ਪਾਰਟੀ ਨੂੰ ਕਵਾਂਗਾ ਕਿ ਔਕਾਬ ਸਾਹਿਬ ਨੂੰ ਵੀ ਉਹ 7 ਮੇਰੀ ਵਜ੍ਹਾ ਨਾਲ 7 ਖੂਨ ਮਾਫ ਨੇ।
ਬਿਲਕੁਲ ਠੀਕ। ਬਾਹਰ ਅਹਿਮਦ ਭਾਈ ਬੈਠੇ ਹਨ, ਮੇਰੀ ਲਾਈਵ ਤੇ ਆਏ ਸਨ ਜ਼ਰਤਸ਼ ਭਾਈ, ਤੇ ਉਹਨਾਂ ਨੇ ਕਿਹਾ ਜੀ ਗੱਲ ਸਾਰੀ ਖਤਮ ਹੋ ਗਈ ਹੈ। ਅਲੀ ਅਕਬਰ ਸਾਹਿਬ ਨੇ ਵੀ ਕਹਿਤਾ ਜੀ ਸੈਫੀ ਨਾਲ ਤੇ ਗਜਨੀ ਨਾਲ ਤੇ ਫਲਾਣੇ ਨਾਲ ਮੇਰੀ ਕੋਈ ਲੜਾਈ ਨਹੀਂ। ਤੇ ਬਾਹਰਲ ਹੁਣ ਫੇਰ ਇਹ ਗੱਲ ਹੋਣ ਡਈ ਹੈ ਕਿ ਇਹ ਗੱਲ ਮੇਰੇ ਸਾਹਮਣੇ ਇਸ ਤੋਂ ਪਹਿਲਾਂ ਵੀ ਤਾਹਿਰ ਭਾਈ ਅਲੀ ਅਕਬਰ ਨੇ ਮੇਰੇ ਨਾਲ ਵੀ ਕੀਤੀ ਹੋਈ ਹੈ ਕਿ ਉਹਨਾਂ ਨਾਲ ਮੀਰ ਸਾਹਿਬ ਨਾਲ ਜ਼ਰਤਸ਼ ਨੇ ਮੇਰੇ ਕਿਹਾ ਭਰਾ ਨੇ ਫੋਨ ਤੇ ਚੋਈ ਗੱਲ ਹੋਈ। ਸਾਹਿਬ ਤੁਸੀਂ ਮਿਊਟ ਕਰ ਲਓ। ਚੋਈ ਸਾਹਿਬ ਤੁਹਾਨੂੰ ਨਹੀਂ ਪਤਾ, ਮਿਊਟ ਕਰ ਲਓ। ਜ਼ਰਤਸ਼ ਭਾਈ ਨੇ ਕਿਹਾ ਕਿ ਫੋਨ ਤੇ ਵੀ ਗੱਲ ਹੋਈ ਹੈ ਤੇ ਕੋਈ ਐਸੀ ਵੈਸੀ ਗੱਲ ਨਹੀਂ ਹੋਈ। ਤੇ ਮੈਂ ਇਹ ਚਾਹੁੰਦਾ ਕਿ ਮੈਂ ਫੋਨ ਤੇ ਗੱਲ ਕਰਾਂ ਆਪਣੇ ਸਾਰੇ ਦੋਸਤਾਂ ਨਾਲ, ਅਲੀ ਅਕਬਰ ਸਾਹਿਬ ਨਾਲ ਤੇ CCD ਤੇ ਅਹਿਮਦ ਜੱਟ ਭਾਈ ਨਾਲ, ਤੇ ਕੋਈ ਮਾਮਲੇ ਦਾ ਹੱਲ ਕਰੀਏ। ਤੇ ਕੋਈ ਮਤਨਾਜ਼ਾ ਜੀ ਲਾਈਵ ਅਹਿਮਦ ਜੱਟ ਦੀ ਲੱਗ ਜੇ ਜਾਂ ਕਿਸੇ ਦੀ ਲੱਗ ਜੇ। ਮੈਨੂੰ ਉਹਨਾਂ ਕਿਹਾ ਸੀ ਲਾਈਵ ਲਾਓ ਨਾ, ਇਹ ਮੈਂ ਲਾਈਵ ਕੋਈ ਨਹੀਂ ਲਾਉਣਾ। ਮਿਸਟਰ ਐਕਸ ਨੇ ਕਿਹਾ ਸੀ। ਮੈਂ ਉਹਨਾਂ ਨੂੰ ਕਿਹਾ ਜੀ ਭਾਈ ਮੈਂ ਤੇ ਆਪ ਹੀ ਗਾਲਾਂ ਕੱਢਣ ਵਾਲਿਆਂ 'ਚ ਸ਼ਾਮਲ ਹਾਂ ਤੇ ਗਾਲਾਂ ਕਢਵਾਉਣ ਵਾਲਿਆਂ 'ਚ ਵੀ ਸ਼ਾਮਲ ਹੁੰਦਾ ਵਾਂ, ਤੇ ਮੈਂ ਲਾਈਵ ਲਾ ਕੇ ਕਿਸੇ ਦਾ ਫੈਸਲਾ ਨਹੀਂ ਨਿਬੇੜ ਸਕਦਾ। ਤੇ ਨਾ ਮੇਰੇ 'ਚ ਇੰਨੀ ਹਿੰਮਤ ਹੈ ਕਿ ਮੇਰੇ ਤੇ ਦੋਵਾਂ ਪਾਸਿਓਂ ਹੀ ਹੱਥ ਖੜੇ ਨੇ ਕਿ ਮੈਂ ਲਾਈਵ ਲਾ ਕੇ ਤੇ ਨਹੀਂ ਨਿਬੇੜ ਸਕਦਾ ਨਾ। ਤੇ ਗੱਲ ਇਹ ਹੀ ਹੈ ਕਿ ਮਾਮਲਾ ਠੰਡੇ ਕਰ ਲਓ ਆਪਣੇ, ਤੇ ਤਾਂ ਕਿ ਜਮਾਤ ਦੀ ਬਦਨਾਮੀ ਨਾ ਹੋਏ। ਤੇ ਬਾਕੀ ਅਲੀ ਅਕਬਰ ਸਾਹਿਬ ਮੋਹਤਰਮ ਨੇ ਅਹਿਮਦ ਜੱਟ ਸਾਹਿਬ ਤੇ ਸਾਰੇ ਬਾਕੀ ਦੋਸਤ ਵੀ, CCD ਤੇ ਮੇਰੇ ਛੋਟਾ ਤੇ ਉਹਨੂੰ ਤਾਂ ਮੈਂ ਪਿਆਰ ਸਕੂਨ ਨਾਲ ਵੀ ਸਮਝਾ ਸਕਦਾ। ਤੇ ਗੱਲਬਾਤ ਜਿਹੜੀ ਹੈ ਨਾ ਅਹਿਮਦ ਜੱਟ ਸਾਹਿਬ, ਜੇ ਸਾਡੇ ਵੱਲੋਂ ਵੀ ਅਸੀਂ ਵੀ ਤਾਂ ਬਾਜ਼ ਆ ਹੀ ਗਏ ਹਾਂ ਨਾ, ਤੁਸੀਂ ਤੇ ਮੈਂ ਹਟ ਹੀ ਗਏ ਹਾਂ ਨਾ ਅਸੀਂ ਇਹੋ ਜਿਹੇ ਕੰਮ ਕਰਨੇ। ਤੇ ਕੀ ਹੋਏਗਾ ਜੇ ਮਤਲਬ ਕਿ ਪਿਆਰ ਸਕੂਨ ਨਾਲ ਸਾਰੇ ਦੋਸਤ ਰਹਿ ਲੈਣ ਤੇ ਕੋਈ ਮਸਲਾ ਤੇ ਨਹੀਂ ਨਾ। ਛੋਟੀ ਸਰਕਾਰ ਨੂੰ ਤਾਂ ਮੈਂ ਸਰਿਆਮ ਮੰਨਾਂ ਵੀ ਉਹ ਖਰਦਮਾ ਕੇ, ਬਿਲਕੁਲ ਖਰਦਮਾ ਕੇ ਉਹ, ਤੇ ਮੈਂ ਤਾਂ ਉਹਨੂੰ ਉਹਦੇ ਮੂੰਹ ਤੇ ਵੀ ਡਾਂਟ ਦਿੰਦਾ ਹੁੰਦਾ, ਤੇ ਉਹ ਮੇਰਾ ਗੁੱਸਾ ਵੀ ਨਹੀਂ ਕਰਦਾ। ਤੇ ਗੁੱਸਾ ਕਰਨਾ ਵੀ ਨਹੀਂ ਚਾਹੀਦਾ, ਕਿਉਂਕਿ ਜੋ ਮੇਰੇ ਨਾਲ ਹੋਇਆ ਉਹ ਸ਼ਾਇਦ ਸਾਰਿਆਂ ਨੂੰ ਨਾ ਪਤਾ ਹੋਏ। ਇੱਥੋਂ ਤੱਕ ਕਿ ਜਮਾਤੋਂ ਕੱਢਣ ਦੇ ਵੀ ਇਹ ਦਾਅਵੇ ਲੋਕਾਂ ਨੇ ਕਰਤੇ ਨੇ ਜੀ ਇਹ ਬੰਦਾ ਇੰਜੇ ਤੇ ਉਂਜੇ ਤੇ ਇਹ ਤੇ ਉਹ, ਤੇ ਹਾਲਾਂਕਿ ਉਹ ਖੁਦਾ ਬਿਹਤਰ ਜਾਣਦਾ ਹੁੰਦਾ ਕੌਣ ਕਿੱਦਾਂ ਤੇ ਕੌਣ ਨਹੀਂ ਕਿੱਦਾਂ। ਲਾਈਵਾਂ ਤੇ ਬਹਿ ਕੇ ਤਬਲੀਗ ਕਰਨ ਨਾਲ ਇਹ ਨਹੀਂ ਬੰਦਾ ਹੁੰਦਾ ਕਿ ਬੰਦਾ ਜਮਾਤ ਤੋਂ ਹੀ ਨਿਕਲ ਗਿਆ। ਇਹ ਜਮਾਤ ਨਾਲੇ ਇਸ ਕੰਮ ਦਾ ਬੰਦੇ ਨੂੰ ਇਜਾਜ਼ਤ ਹੀ ਨਹੀਂ ਦਿੰਦੀ ਕਿ ਤੁਸੀਂ ਟਿਕਟੋਕ ਤੇ ਬਹਿ ਕੇ ਬਿਲਾ ਵਜ੍ਹਾ ਹੀ ਤਬਲੀਗ ਕਰੋ। ਜੇ ਪਲੇਟਫਾਰਮ ਹੈ ਉਹਨੂੰ ਤੁਸੀਂ ਉਸ ਤਰੀਕੇ ਨਾਲ ਇਸਤੇਮਾਲ ਕਰੋ, ਕਿਉਂਕਿ ਜਮਾਤ ਦਾ ਪਲੇਟਫਾਰਮ ਹੀ ਨਹੀਂ ਹੈ। ਤਬਲੀਗ ਮੁਰੱਬੀ ਕਰਨ ਜਾਂ ਦੂਜੇ ਤੀਜੇ ਕਰਨ ਉਹਨਾਂ ਦਾ ਕੰਮ ਹੈ। ਨਾ ਜਮਾਤ ਨੇ ਕਿਸੇ ਨੂੰ ਇਜਾਜ਼ਤ ਦਿੱਤੀ ਹੈ ਕਿ ਤੂੰ ਟਿਕਟੋਕ ਤੇ ਜਾ ਕੇ ਗੱਲ ਕਰ, ਨਾ ਅਲੀ ਅਕਬਰ ਨੇ ਕਿਸੇ ਕੋਲੋਂ ਮਤਲਬ ਕਿ ਇਜਾਜ਼ਤ ਲਈ ਹੈ ਕਿ ਉਹ ਕਿਸੇ ਵੀ ਗੱਲ ਤੇ ਕਿਸੇ ਨੂੰ ਪੁੱਛ ਕੇ ਗੱਲ ਕਰੇ। ਜੇ ਉਹਨੂੰ ਨਾਲਜ ਹੈ, ਉਹ ਜਿਹੜੀ ਵੀ ਗੱਲ ਕਰਦਾ ਉਹ ਆਪਣੇ ਨਾਲਜ ਦੇ ਜ਼ਰੀਏ ਨਾਲ ਕਰਦਾ ਜਾਂ ਕਿਸੇ ਨੂੰ ਗਾਲ ਦਿੰਦਾ ਨਹੀਂ ਦਿੰਦਾ, ਉਹਦਾ ਆਪਣਾ ਫੇਲ ਹੈ। ਤੇ ਮੈਂ ਛੋਟੀ ਸਰਕਾਰ ਨੂੰ ਕਿਹਾ, ਸਾਰਿਆਂ ਨੂੰ ਕਿਹਾ ਕਿ ਅੱਗੋਂ ਤੁਸੀਂ ਆਪ ਬਿਹਤਰ ਸੋਚ ਲਓ ਕਿ ਕੀ ਕਰਨਾ ਕੀ ਨਹੀਂ। ਤੇ ਸੈਫੀ ਤੇ ਗਜਨੀ ਨੂੰ ਤੇ ਜੋ ਮੈਂ ਕਹਾਂਗਾ ਉਹ ਮੰਨ ਲੈਣਗੇ, ਕੋਈ ਮਸਲਾ ਨਹੀਂ ਹੈ। ਤੇ ਬਾਕੀ ਅਹਿਮਦ ਜੱਟ ਸਾਹਿਬ ਤੁਸੀਂ ਕਰੋ, ਅਹਿਮਦ ਕਹਿਣਾ ਭਾਈ ਚਾਹੁੰਦੇ ਇਸ ਗੱਲ ਤੇ। ਆਪਣਾ ਤਾਹਿਰ ਸਾਹਿਬ ਇੱਕ ਗੱਲ ਮੈਂ ਪੁੱਛਣੀ ਹੈ ਹੁਣ, ਜ਼ਰਾ 1 ਮਿੰਟ ਦਿਓ ਦਰਮਿਆਨ, ਜਿੰਨਾ ਵੀ ਜ਼ਰੂਰੀ ਕੰਮ ਹੈ ਨਾ ਟਾਈਮ ਆਪਣਾ CCD ਭਾਈ ਸ਼ੁਰੂ ਕਰੋ ਨਾ ਤੁਹਾਡੇ ਤੋਂ। ਤੁਹਾਨੂੰ ਮੇਰੇ ਤੋਂ ਕਿਸੇ ਕਿਸਮ ਦਾ ਕੋਈ ਗਿਲਾ ਤੇ ਕੋਈ ਨਹੀਂ। ਅਲੀ ਅਕਬਰ ਭਾਈ ਫਿਰ ਆਓ ਤੁਸੀਂ। ਮੈਂ ਮਿਊਟ ਰੱਖਣਾ ਵਾ, ਨਹੀਂ ਤੁਹਾਡੇ ਕੋਲ ਚੌਧਰੀ ਸਾਹਿਬ ਸਿਰ ਇੱਕੋ ਹੀ ਗੱਲ ਹੈਗਾ ਕਿ ਤੁਹਾਡਾ ਇਸ ਮਾਮਲੇ ਵਿੱਚ ਸਿਰਫ ਇੰਨਾ ਹੀ ਹੈ ਕਿ ਤੁਸੀਂ ਚੁੱਪ ਕਰ ਖਾਲੀ ਸੁਣੋ। ਤੁਹਾਡਾ ਵੱਲੋਂ ਲਜ਼ੀਮ ਕੋਈ ਜ਼ਿਕਰ ਨਹੀਂ ਹੈਗਾ, ਠੀਕ ਨਾ ਹੈ। ਤੁਸੀਂ ਹਾਂਜੀ ਤੁਸੀਂ ਨਾ ਜਵਾਬ ਮਿਲ ਗਿਆ, ਠੀਕ ਹੈ। ਤਾਹਿਰ ਭਾਈ ਤੁਹਾਨੂੰ ਤਾਹਿਰ 139 ਮੇਰੇ ਤੇ ਕਿਸੇ ਤੁਸੀਂ ਤੇ ਹੈ ਜੋ 2 ਮਰਲੇ ਦੇ ਚੌਧਰੀ, ਜੋ ਤੁਸੀਂ 2 ਮਰਲੇ ਦੇ ਚੌਧਰੀ ਜੋ। ਠੀਕ ਹੋ ਗਿਆ। ਤੇ ਮੈਂ ਦਰਜੀ ਤੇ ਨਹੀਂ ਨਾ ਕਮ ਸੇ ਕਮ, ਚਲੋ ਅੱਗੇ ਗੱਲ ਕਰੋ। ਤੇ ਬਾਕੀ ਅਹਿਮਦ ਭਾਈ ਬ੍ਰਦਰ, ਮੈਂ ਇਜਾਜ਼ਤ ਚਾਹਨਾ, ਮੈਂ ਸਿਰਫ ਆਪਣੀ ਬਰਾੜ ਤੇ ਬੈਠਿਆ ਕਰਾਂਗਾ। ਇਹ ਚਾਹੁੰਦੇ ਕੋ ਬਰਾੜ ਕਿਹੜੀ ਇਹ ਬਰਾੜ ਤੁਹਾਡੀ ਆਪਣੀ ਵੇ, ਤੁਸੀਂ ਬਵੋ ਬਸ ਚੱਸ ਲਵੋ। ਤੁਹਾਨੂੰ ਮਸ਼ਵਰਾ ਮੇਰਾ ਇਹ ਦੱਸ ਰਿਹਾ ਨਾ, ਮੈਂ ਤੇ ਹਮੇਸ਼ਾ ਮੈਂ ਨਿਊਟਰਲ ਹੋ ਕੇ ਮੈਂ ਪੋਜ਼ਿਟਿਵ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਬਿਲਕੁਲ ਹਮੇਸ਼ਾ ਇਹ ਬੜੀ ਅੱਛਾ ਕੰਮ ਕੀਤਾ ਤੁਸੀਂ। ਲੋਟਾ ਜਿਹੜਾ ਨਾ, ਇਹ ਲੋਟਾ ਨਹੀਂ ਹਟਣਾ ਚਾਹੀਦਾ, ਠੀਕ ਹੈ, ਤਾਂ ਕਿ ਲੋਟੇ ਨੂੰ ਪਤਾ ਲੱਗੇ ਕਿ ਉਹ ਲੋਟਾ ਹੈ। ਨਹੀਂ ਜਾਨੀ ਭਾਈ, ਮੈਂ ਆਪਣੀ ਬਰਾੜ ਖੋਲਣੀ ਹੈ। ਕੀ ਗੱਲ ਹੈ, ਕਦੀ ਬੰਦੇ ਨੂੰ ਚੁੱਕ ਲਿਆ, ਕਦੀ ਉਹਨੂੰ ਡ੍ਰੌਪ ਕਰਦਾ, ਕਦੀ ਉਹਨੂੰ ਤਾਰ ਸਾਹਿਬ ਐਚਓ ਸਾਹਿਬ ਦੀ ਬਰਾੜ ਲਾਓ, ਉੱਥੇ ਸਾਰਿਆਂ ਨੂੰ ਸੱਦੋ, ਠੀਕ ਹੈ, ਤੇ ਰੋਲਾ ਮਕਾਓ, ਠੀਕ ਹੈ। ਵੇਖ ਲੋ ਬੰਦਾ ਆ ਕੇ ਪਹਿਲਾਂ ਕਮ ਸੇ ਕਮ ਮੇਰਾ ਕੋਈ ਦੋਸਤ ਅਲੀ ਅਕਬਰ ਸਾਹਿਬ ਦਾ ਮੁਤਾਲਬਾ ਹੈ ਆਪਣਾ ਅਹਿਮਦ ਭਾਈ ਗੱਲ ਮਾਫੀ ਮੰਗ ਲੈਣਾ ਤੇ ਕਹਾਣੀ ਖਤਮ। ਅਹਿਮਦ 1 ਸੈਕਿੰਡ, ਮੈਂ ਸਿਰਫ ਇਸ ਨਾਲ ਚਾਹੁੰਦਾ ਕਿ ਮੈਂ ਬਾਇਜ਼ਤ ਤਰੀਕੇ ਨਾਲ ਉੱਠ ਰਿਹਾ, ਕਿਸੇ ਕੇ ਦੋਸਤ ਤੱਕ ਕੋਈ ਮੇਰੇ ਤੇ ਕੋਈ ਗਿਲਾ ਸ਼ਿਕਵਾ ਤਾਂ ਕਰ ਲਈ।
ਉਹ ਚੋਈ ਸਾਹਿਬ ਭਵੋ ਤੁਸੀਂ ਕੀ ਬੱਚਿਆਂ ਲਈ ਕਿਉਂ ਗੱਲ ਕੀ ਹੋ ਕਰਦੇ ਗਿਆ ਵੇ? ਹਾਂ ਫਿਰ ਸਾਡਾ ਜਾਂ ਤੁਹਾਡਾ ਵੀ ਇਹ ਵੀ ਮੁਤਾਲਬਾ ਹੈ, ਤੇ ਫਿਰ ਗੱਲ ਕਿਦਾਂ ਹੱਲ ਹੋਣੀ ਹੈ? ਇਦਾਂ ਹੀ ਕਿ ਮਾਫੀ ਇੱਕ ਦੂਜੇ ਨੂੰ ਮੰਗਣ ਤੇ ਗੱਲ ਖਤਮ। ਕਿਉਂ ਮੰਗਣ ਮਾਫੀ ਯਾਰ? ਅਤੇ ਗਾਲਾਂ ਉਹ ਕੱਢੋ ਫਿਰ ਇੱਕ ਮਤਲਬ ਕਿ ਕਿਤੇ ਇਕੱਠੇ ਬਹਿ ਕੇ ਮੰਗਣਗੇ ਨਾ। ਨਹੀਂ ਹੁਣ ਗਾਲਾਂ ਕੱਢੋ ਭੈਣ ਜੋ, ਇੱਥੇ ਜਿਹੜਾ ਬੰਦਾ ਵੀ ਸਿਆਣੀ ਗੱਲ ਕਰਦਾ ਉਹ ਬੁਰਾ ਬਣਦਾ। ਗਾਲਾਂ ਕੱਢੋ, ਮਾਂ ਭੈਣ ਨੂੰ ਯਾਦ ਕਿ ਤੁਸੀਂ ਦੀ। ਚੋਈ ਸਾਹਿਬ ਕੂਲ ਰਹਿਣਾ, ਕੂਲ। ਔਰ ਮਜ਼ੇ ਦੀ ਗੱਲ ਹੈ ਕਿ ਇਹਨਾਂ 'ਚ ਕਿਸੇ ਦੀ ਨਹੀਂ ਔਕਾਤ ਨਹੀਂ ਕਿ ਕਿਸੇ ਨੂੰ ਚਪੇੜ ਵੀ ਮਾਰ ਲੇ। ਇਹ ਵੱਡੇ ਵੱਡੇ ਜਿਹੜੇ ਨਾਡੂ ਖਾਂ ਬਣੇ ਫਿਰਦੇ ਨੇ। ਕਰੋ ਇਹ ਬੰਦੇ ਮੂੰਹ ਤੇ ਆ ਕੇ ਕਿਸੇ ਨੂੰ ਗਾਲ ਨਹੀਂ ਕੱਢ ਸਕਦੇ। ਚਪੇੜ ਤੇ ਆ ਕੇ ਗੱਲ ਨਹੀਂ ਕਰ ਸਕਦੇ, ਗੱਲ ਕਰਨਾ ਇਹਨਾਂ ਦੀ ਔਕਾਤ। ਜੋ ਜਾਂਦਾ ਮੋਚੀ ਤੇਲੀ ਨਇਆ ਮੈਂ ਤਾਂ ਹੈਰਾਨ ਆ ਜਿਹੜੇ ਬੰਦੇ ਨੇ ਆਖਿਆ ਮੇਰੇ 30 ਮਸੇਰ ਹੁੰਦੇ ਨੇ। ਬਣਿਆ ਬੈਠਾ 30 ਮਸੇਰ ਹੁੰਦੇ ਨੇ ਜਰਮਨੀ, ਜਿਹੜੇ ਬੰਦੇ ਨੇ ਗੱਲ ਕੀਤੀ ਹੈ ਉਹ ਬਈ ਤੇਰੇ ਮਸੇਰ ਯਕੀਨ ਕਰ ਹਿੱਲਣ ਵੀ ਨਾ। ਉਹ ਵਿਚਾਰੇ ਉਂਝ ਡਰਦੇ ਹੋਣ, ਉਹਨਾਂ ਨੂੰ ਕਹਿ ਮਸੇਰਾਂ ਨੂੰ ਆ ਜਾ। ਦੂਰ ਦੀ ਗੱਲ ਏ। ਹਾਂ ਕੁੜੀਆਂ ਪਾਕਿਸਤਾਨ ਦੇ ਵਿੱਚ ਬਈ ਚੂੜੀਆਂ ਤਾਂ ਅੱਗੋਂ ਕਿਸੇ ਨੇ ਨਹੀਂ ਪਾਈਆਂ ਹੁੰਦੀਆਂ, ਚਲੋ ਕਮ ਸੇ ਕਮ ਅਗਲਾ 2 ਖਾ ਲੈ, ਜਿਹੜੀ ਉਹ ਇੱਕ ਮਾਰਦਾ ਨਾ ਉਹ 2 ਤੋਂ ਉੱਤੇ ਹੀ ਹੁੰਦੀ ਏ। ਤੇ ਤੁਸੀਂ 50 ਜਿੰਨੇ ਵੀ 30 ਮਸੇਰ ਬਈ ਅਗਲੇ ਕਿਹੜੇ ਕੋਈ ਚੂੜੀਆਂ ਪਾ ਕੇ ਬੈਠਾ ਹੁੰਦਾ ਕੋਈ ਵੀ ਮਛੇਰ। ਹੁਣ ਇਹ ਵੇਖ ਕੇ ਆਪਣਾ ਮੌਲਾਨਾ ਇੱਕ ਸੈਕਿੰਡ ਅਹਿਮਦ ਭਾਈ ਕਸਮ ਚਕਾ ਲੈ, ਇਹਨਾਂ ਦੇ ਮਹੱਲੇ ਦੀ ਨੁੱਕਰ ਤੇ ਇਹਨਾਂ ਨੂੰ ਕੋਣ ਲੋਕ ਨਹੀਂ ਜਾਣਦੇ। ਉਹਨਾਂ ਲੋਕਾਂ ਨੂੰ ਉਂਗਲ ਦਿੰਦੇ ਨੇ ਜਿਨ੍ਹਾਂ ਨੂੰ ਭੈਣ ਚੋਦ ਅੱਧੀ ਦੁਨੀਆ ਜਾਣਦੀ ਹੈ। ਇਹਨਾਂ ਨੂੰ ਮਹੱਲੇ ਦੇ ਵਿੱਚ ਕੋਈ ਨਹੀਂ ਜਾਣਦਾ, ਗੁਆਂਢੀ ਨਹੀਂ ਜਾਣਦਾ ਕੌਣ ਹੈ। ਪੁੱਛ ਲਈਏ ਫਲਾਣੀ ਕੋਈ ਫਲਾਣ ਦੀ ਬਰਾਦਰੀ ਕੀ, ਤੇ ਲੋਕੀ ਕਹਿੰਦੇ ਅਸੀਂ ਨਹੀਂ ਜਾਣਦਾ। ਉੱਥੇ ਫਿਰਦਾ ਹੁੰਦਾ ਇੱਕ ਸੌਫਟੀ ਪਾ ਕੇ। ਐਵੇਂ ਹੀ ਇਹ ਨਾਡੂ ਖਾਂ ਬਣੇ ਹੋਏ ਨੇ। ਮੇਰੇ ਵੱਲ ਤੇ ਮਾਰੋ, ਮੈਂ ਚੈਲੰਜ ਕਰਨਾ ਸਾਰਿਆਂ ਨੂੰ ਕਰਨਾ, ਮੇਰੇ ਵੱਲ ਤੇ ਵੱਜੇ ਆਓ ਮੈਨੂੰ ਮਿਲ ਲਓ। ਮੈਂ ਕੈਨੇਡਾ 'ਚ ਰਹਿਣਾ ਜੇ, ਪੀਸਫੁਲੀ 'ਚ ਰਹਿਣਾ ਜੇ, ਜਿਹਦੇ 'ਚ ਔਕਾਤ ਹੈ ਮੈਨੂੰ ਮਿਲ ਲੈ। ਜਲਦ ਮਿਲਾਂਗਾ ਨਹੀਂ ਤੂੰ ਤੇ ਭਰਾ ਛੋਟਾ, ਤੈਨੂੰ ਨਹੀਂ ਕਹਿ ਰਿਹਾ ਮੈਂ ਮਿਲਦਾ ਨਹੀਂ। ਈਦ पे ਮਿਲेंगे ਇੱਕ ਗੱਲ ਇੱਕ ਕੋਈ ਹੁਣ ਹੁੰਦਾ ਨਾ ਜਿਹੜਾ ਜਾਨੀ ਤੂੰ ਚੰਗੀ ਤਰ੍ਹਾਂ ਜਾਣਦਾ ਜੋ ਕੁਛ ਅਸਾਂ ਕੀਤਾ ਹੈ। ਤੇ ਮੈਂ ਸਾਡੇ ਪਿਸ਼ਾਬ ਕਰੀਏ ਨਾ ਤੇ ਉਹਦੇ 'ਚ ਜਿਹੜੇ ਛਿੜ ਚੋ ਨਿਆਣੇ ਜੰਮਣ, ਇਹਨਾਂ ਤੋਂ ਵੱਡੇ ਬਦਮਾਸ਼ ਨੇ ਉਹ। ਇੱਥੇ ਆਬਾ ਪਿੰਡਰ ਬੈਠਦਾ, ਇਹਦਾ ਕਜ਼ਨ ਬਾਜੂ ਸ਼ਾਜੂ ਸਾਰੇ ਮੇਰੇ ਯਾਰ ਨੇ। ਪੁੱਛ ਲਓ ਉਸ ਇਹਨਾਂ ਕੋਲੋਂ। ਹੋਰ 50 ਬੰਦੇ ਇੱਥੇ ਰੀਅਲ ਲਾਈਫ ਤੇ ਮੈਨੂੰ ਜਾਣਦੇ। ਔਰ ਜਿਹੜੇ ਮੈਨੂੰ ਜਿਹੜਾ ਤੜੀਆਂ ਲਾ ਰਹੇ ਨੇ, ਇਹਨਾਂ ਦੀ ਔਕਾਤ ਕੀ ਹੈ? ਹੁਣ ਭੈਣ ਚੋ ਮੈਂ ਘੁਮਿਆਰਿਆਂ ਤੇ ਦਰਜ਼ੀਆਂ ਨਾਲ ਲੜਾਈਆਂ ਕਰਾਂਗਾ। जोशी साहब आपको फिर तड़ी लगी है आज? ਬਾਹਰ अहमद भाई पूछ रहा है क्योंकि मैं ना थोड़ी देर पहले सो गया सा, रोजा लग गया सी ते मैं सुत्या ਨਹੀਂ ਇੱਕ ਗੱਲ ਔਰ ਦੂਜੀ ਗੱਲ ਇੱਕ ਹੋਰ ਚੀਜ਼ ਦੱਸਦਾ ਜਾਨੀ। ਆਹੋ ਜਾਨੀ ਭਾਈ ਨੂੰ ਕਿੰਨੇ ਕਿਸੇ ਨੇ ਕਿਹਾ ਅੱਜ। भाई मैं नया नया बना हूँ, आप तो माशाल्लाह काफी सीनियर हो। ਤੁਹਾਡੇ ਜ਼ਖਮ ਭਰ ਜਾਣਗੇ ਜਾਨੀ ਭਾਈ, ਤੁਹਾਡੇ ਜ਼ਖਮ ਭਰ ਜਾਣਗੇ, ਟਾਈਮ ਲੱਗੇਗਾ ਥੋੜਾ ਜਿਹਾ। ਹੁਣ ਤੇਰੀ ਨਹੀਂ ਦੇਖੋ ਮੇਰੀ ਗੱਲ ਸੁਣੋ ਮੋਹਤਰਮ, ਮੈਂ ਜਦੋਂ ਕੱਲ ਜਿਹੜੀ ਜੋ ਵੀ ਗੱਲਾਂ ਕੀਤੀਆਂ ਨੇ ਨਾ, ਮੈਨੂੰ ਪਤਾ ਸੀ ਮੇਰੀ ਗੱਲ ਕਰਨ ਦੇ ਬਾਅਦ ਮੈਂ ਕਮ ਸੇ ਕਮ 30-35 ਮੁਜਾਹਿਦ ਮੇਰੇ ਖਿਲਾਫ ਖੜੇ ਹੋ ਜਾਣੇ, ਤੇ ਮੈਂ ਸਾਰੇ ਸੋਚ ਸਮਝ ਕੇ ਕੀਤੀ। ਜਿੰਨੇ ਜੋ ਕਹਿਣਾ ਕਹੇ नो टेंशन नो वरीज, आई एम हैप्पी। 35 की जगह 50 लोटे भी खड़े हो जाए ना, ये कुछ नहीं कर सकते। ठीक है, ये सिर्फ चीखे मार सकते हैं इधर बैठ के बस। मोहम्मद भाई आप तशरीफ ले आए कि आप डरे हुए हैं इस टाइम? ਪਿਤਾ ਆਇਆ ਮਾਜ਼ੀ ਮੈਂ 10 ਸਾਲਾਂ ਜਾਣਦਾ ਇਹਨੂੰ। ਹਰ ਬੰਦਾ ਇਹਨੂੰ ਦੂਜੇ ਵੀ ਕਹਿੰਦੇ ਸਨ ਤੇ ਆਪਣੇ ਵੀ ਕਹਿੰਦੇ ਸਨ। ਯਾਰ ਮੈਂ ਤੇ ਪੀਸ ਵਾਲੀ ਚੋਈ ਸਾਹਿਬ, ਮੈਂ ਵੀ ਜਿਹੜਾ ਨਾ ਹੁਣ ਕਿਸੇ ਪੀਸ ਵਾਲੀ ਬਰਾੜ ਤੇ ਜਾ ਕੇ ਬਹਿਣਾ ਕਰਨਾ ਹੈ। ਬਰਾੜ ਜਿਹੜੀ ਨਾ ਹੁਣ ਪੀਸਫੁਲ ਕੋਈ ਬਣਾਉਂਦੇ ਆ। ਜੋ ਇੱਥੇ ਨਾ ਚੰਗਾ ਗਾਣੇ ਲਾਓ
ਤੇ ਮੁੰਡੇ ਕੁੜੀਆਂ ਬਹਿ ਕੇ ਗੱਪਾਂ ਲਾਇਆ ਕਰੋ, ਉਹ ਚੰਗਾ ਜੇ ਇਹੋ ਜਿਹੇ ਬੈਠ ਝੋਲੀ ਚੁੱਕ ਅਹਿਮਦੀਆਂ ਨਾਲੋਂ ਬਿਹਤਰ ਨਹੀਂ। ਮੈਂ ਤੱਕ ਤੇ ਸਹੀ ਸੀ, ਇਹ ਕੁੜੀਆਂ ਦਾ ਕੀ ਤੁਸੀਂ ਵਿੱਚ ਕਾਰਵਾਈ ਪਾ ਦਿੱਤੀ ਹੈ? ਮੁੰਡੇ ਕੁੜੀਆਂ ਬਹਿ ਕੇ ਚੱਕਰ ਗੱਪਾਂ ਲਾਇਆ ਆਹੋ ਤੇ ਕਰੋ। ਗੱਪਾਂ ਲਾਇਆ ਕਰੋ, ਯਕੀਨ ਕਰ ਇਹ ਝੋਲੀ ਚੱਕ ਮਰਜ਼ਾਈਆਂ ਨਾ ਚੰਗੀ ਆ ਉਹ ਬਰਾਣਾ। ਹਾਂ ਯਾਰ ਇੰਜ ਦਾ ਗੋਲ ਚ ਸਮਝਿਆ ਨੀ ਤੁਸੀਂ? ਇਹ ਬਸ ਗੱਲ ਹੀ ਸਾਫ ਹੈ ਅੱਛਾ ਆ ਲਫ਼ਜ਼ ਇਸਤੇਮਾਲ ਹੁੰਦਾ ਹੈ ਨਾ, ਗੈਰ ਹੁੰਦੀ ਕਹਿੰਦੇ ਨੇ ਯਾਰ ਇਹ ਚੰਗੇ ਗੱਲ ਹੈ, ਇਹਨਾਂ ਨੂੰ ਅਸੀਂ ਮਰਜ਼ਾਈਆਂ ਨੇ, ਹੁਣ ਮਰਜ਼ਾਈਆਂ ਨੂੰ ਮਰਜ਼ਾਈ ਆਖਿਆ ਜਾਣ ਡੇ। ਮਰਜ਼ੋਟੇ ਕਹਿੰਦੇ ਨੇ ਆਪਣੇ। ਲੋ ਜਨਾਬੇ ਮੁਹਤਰਮ ਸਾਹਿਬ ਤਸ਼ਰੀਫ ਲਿਆਏ ਨੇ, ਕੋਈ ਖਬਰ ਲੈ ਕੇ ਆਏ ਨੇ, ਫਾਖਤਾ ਨੇ ਇਸ ਟਿਕਟਾਕ ਦੀ। यार खबर की लियानी है, थोड़ी देर पहले ना आधा घंटा पहले मेरे तरावियां पढ़ने तो पहले बराड़ चल रहे थे ना, ਮੁਖਨਸ ਮਿਲਾਈ ਸੀ ਲੋਟੇ ਨੇ। डबल 122 ਭਾਈਜਾਨ ਮੈਂ ਕੁਝ ਨਹੀਂ ਕਹਿ ਸਕਦਾ, ਉਹ ਵੀ ਭਰਾ ਹੈ, ਤੁਸੀਂ ਵੀ ਭਰਾ ਹੋ। ਨਹੀਂ ਤੁਹਾਨੂੰ ਨਹੀਂ ਮੈਂ ਕਿਹਾ ਕਿ ਤੁਸੀਂ ਕਹੋ, ਮੈਂ ਨਹੀਂ ਕਿਹਾ ਤੁਹਾਨੂੰ ਕਹੋ, ਮੈਂ ਕਹਿ ਰਿਹਾ ਉਹ ਲੋਟੇ ਤੇ ਮੁਖਨਸ ਨੇ ਲਾਈ ਸੀ ਜਿਹੜੀ ਬਰਾੜ। ਅੱਛਾ ਕਰੋ ਕਹਿ ਸਕਦੇ ਤੁਸੀਂ, ਲੇਕਿਨ ਹਾਂਜੀ ਮੈਂ ਉੱਥੇ ਰਿਕੁਐਸਟ ਪਾਈ ਹੈ। हाँ मैं रिक्वेस्ट पाई होता, लेकिन मेरी रिक्वेस्ट नहीं चुकी गई है। मैं रिकॉर्डिंग जी है ना, उन्हें रिकॉर्डिंग जी भेजी गई सी अगर जी चलती पई है अली अकबर साहब की, तो ਉਹਦੇ ਵਿੱਚ मैं सुनिया कि अली अकबर साहब ने पहले उस बंदे ਨੂੰ ਡਕਿਆ कि मजहबी कार्ड इस्तेमाल नहीं करना है, ठीक है, लेकिन वो जो शख्सियत ने उन्होंने नहीं उन्होंने बाज आए ना, बार बार उन्होंने 2-3 मरतबा ने कहा कि मजहबी कार्ड इस्तेमाल नहीं करना है, लेकिन वो शख्स ने की किया, प्रवोक किया, फिर उन्होंने अगो जरा जवाब दिता है। वो जवाब जो है ना वो भी जस्टिफाई नहीं है यार, क्या नहीं होना चाहिए है। बेशक उन्हें प्रवोक ਯਾਰ ਜਨਾਬੇ ਮੁਹਤਰਮ ਭਾਈ ਉੱਥੇ ਉਹ ਚੀਕਾਂ ਮਾਰਨ ਡਿਆ, ਕਿੰਨੇ ਜਸਟੀਫਾਈ ਕੀਤਾ ਦੱਸ ਦੋ, ਕੋਈ ਇੱਕ ਬੰਦਾ ਦੱਸ ਦੋ ਕਿ ਜਿੰਨੇ ਇਸ ਬਰਾੜ ਤੇ ਬਹਿ ਕੇ ਸੀਸੀਟੀ ਸਮੇਤ, ਠੀਕ ਹੈ, ਜਿੰਨੇ ਕਿਹਾ ਹੋਏ ਅਲੀ ਅਕਬਰ ਨੇ ਬਹੁਤ ਅੱਛਾ ਕੰਮ ਕੀਤਾ। ਉਸ ਮੁਖੰਨਸ ਨੂੰ ਕਹੋ ਜਿਵੇਂ ਦੇ ਵੈਨ ਪਾ ਰਿਹਾ ਨਾ, ਇੰਜ ਦੇ ਵੈਨ ਪਹਿਲਾਂ ਵੀ ਪਾਣੇ ਹਨ ਤੂੰ ਮੁਖੰਨਸ। ਅੱਛਾ अहमद जट साहब जिन्ना मैं कहना ना कि अली अकबर साहब ने गल की है ना, इन्ना ही उस शख्सियत का हाथ है कि जिन्हें उस बंदे नूं प्रवोक किया वे। उन्होंने 2-3 मरतबा कहा वे कि मजहबी कार्ड इस्तेमाल नहीं करना है, लेकिन वो जो साहब ने ना वो नहीं बाज आया है, उन्होंने मजहबी कार्ड इस्तेमाल किया। उन्होंने सिर्फ चाहिए सी कि रिकॉर्डिंग, जो कि रिकॉर्डिंग लगा के अपनी बराड़ चमका सकन, तो मेरे ख्याल बराड़ चमका रहे हैं खूब अच्छे तरीके दे नाल। जो उन्होंने मकसद है वो मकसद उन्हें कर लिया अपना। ਅੱਛਾ ਜਨਾਬੇ मोहतरम भाई ਜਾਂਦਾ ਜਾਂਦਾ ਇੱਕ ਗੱਲ ਦੱਸੋ, ਮੁਜ਼ੱਕਰ ਜੀ ਜੀ ਮੁਅੰਨਸ ਤੇ ਇਹਦੇ ਦਰਮਿਆਨ ਚ ਹੁੰਦਾ ਉਹਨੂੰ ਮੁਖੰਨਸ ਕਹਿੰਦੇ ਨੇ ਨਾ? जी जी उन्हें मुखन्नस कहते हैं। ठीक हो गया जी। मैं उत्थे ਉਹੀ ਸਵਾਲ ਪੁੱਛਣਾ ਸੀਗਾ ਕਿ ਸਰ ਉਸ ਰਿਕਾਰਡਿੰਗ ਦੇ ਵਿੱਚ ਉਹ ਜੇ ਸ਼ਖਸੀਅਤ ਨੂੰ ਤੁਸੀਂ ਕਹਿ ਰਹੇ ਹੋ ਕਿ ਉਹਨੇ ਆ ਕੇ ਗੁੱਸੇ ਚ ਆ ਕੇ ਤੇ ਇਹ ਗੱਲ ਉਹਨੇ ਨਾਂ ਲੈ ਕੇ ਕਿਹਾ ਨਾ ਜਨਾਬੇ ਮੁਹਤਰਮ ਸਾਹਿਬ ਕਿ ਇਹਨੂੰ ਕਹਿ ਜੀ ਬਿਲਕੁਲ ਉਹਨਾਂ ਨੇ ਕਿਹਾ ਸਰ, ਉਹਨਾਂ ਨੇ ਕਿਹਾ इन्होंने अली अकबर साहब ने कहा कि मजहबी कार्ड इस्तेमाल ना करो 2-3 मरतबा अल्फाज दोहराए ने, लेकिन वो जिन्होंने ना छोटी सरकार 1122 साहब वो नहीं बाज आए है, ठीक है, उन्होंने अल्फाज बार बार कहते गए ने, फिर अखीर ते आके फिर उस बंदे ने भी अली अकबर साहब ने अल्फाज अदा किए ने, तो जिन्ना कि अली अकबर साहब ने एक की है ना अल्फाज किए ने, इन्ना ही वो भी शामिल इस चीज़ दे कि वो हुण बह के ते वो बन के ते मैं बड़ा नहाता धोता ते पाक साफ ए नहीं पाक साफ। जनाबे मोहतरम मैं उत्ते नहीं सी आना, मैं तुहानू इन्ना दसदा वो गाल जेहड़ी है ना ਉਹ ਬਹਾਦੁਰ ਮੋਮਿਨ ਨੂੰ ਨਹੀਂ ਕੱਢੀ ਗਈ, ਉਹਦੀ ਭੈਣ ਨੂੰ ਕੱਢੀ ਗਈ। ਉਹ ਤਾਂ ਸੈਣ ਸੀ, ਸੈਣ ਨੂੰ ਗਾਲ ਕੱਢ ਕੇ ਉਹਦੀ ਭੈਣ ਨੂੰ ਕਿਹਾ ਨਾ, ਉਹਦੀ ਭੈਣ ਨੂੰ ਹੈ ਬਿਲਕੁਲ ਸੈਣ ਤੇ ਸੈਣ ਹੈ, ਨਹੀਂ ਉਹਦੀ ਭੈਣ ਤੇ ਸੈਣ ਹੈ। ਹੁਣ ਸੈਣ ਨੂੰ ਗਾਲ ਕੱਢਣਾ ਨਾ ਵੀ ਤੇ ਸ਼ਾਦੀ ਤਾਂ ਜਾਂਦੀ ਹੈ सर यही तो मैं तो जाना सी, लेकिन मेरी कॉल ही नहीं चुकी, मेरी उन्हें कॉल ही नहीं चुकी है। अगर एक उम्मुल मोमिनीन दी भैन सैन आ, ਉਹਦਾ ਨਾਮ ਨਹੀਂ ਪਤਾ, ਉਹਦਾ ਨਾਮ ਲੈ ਕੇ ਉਹਦੀ ਭੈਣ ਨੂੰ ਗਾਲ ਕੱਢ ਦੋ ਤੇ ਉਹ ਸ਼ਾਦਮੀਤ ਹੋ ਜਾਂਦੀ ਹੈ ਕਿ ਸੈਨ ਨੂੰ ਗਾਲ ਕੱਢਣਾ। ਔਰ ਜਿੰਨਾ ਅਲੀ ਅਕਬਰ ਕਸੂਰਵਾਰ ਉਹ ਤੋਂ ਜ਼ਿਆਦਾ ਉਹ ਗੰਦਾ ਕਸੂਰਵਾਰ ਹੈ, ਕੁੱਤੀ ਦਾ ਬੱਚਾ, ਪਾਗਲ ਭੈਣ ਚੋਦ। ਚਲੋ ਮੈਂ ਥੱਲੇ ਚੱਲਾ, ਮੈਨੂੰ ਗੁੱਸਾ ਬਹੁਤ ਹੈ। ਯਾਰ ਉਹ ਲੋਟਾ ਮੁਖੰਨਸ ਜਿਹੜਾ ਨਾ, ਲੋਟਾ ਉਹਦਾ ਕੰਮ ਕੀ ਹੈ? ਕਾਰਡ ਖੇਡਣਾ। ਤੇ ਲੋਟੇ ਨੂੰ ਕੋ ਪੱਬਾਂ ਭਾਰ ਲਾ ਕੇ ਪੂਰਾ ਕਾਰਡ ਖੇਡ
ਤੈਨੂੰ ਦੱਸਨੇ ਕਾਰਡ ਕਿੰਜ ਖੇਡੀ ਦਾ ਨਾ। ਅਹਿਮਦ ਅੰਦਾਜ਼ਾ ਕਰ, ਕੱਲ ਇਹੀ ਆਜ਼ਾਦ ਭਾਈ ਸਾਨੂੰ ਰੋਕ ਰਹੇ ਸਨ, ਯਾਦ ਹੈ ਤੁਹਾਨੂੰ ਰੋਕ ਰਹੇ ਸਨ। ਹਾਂਜੀ। ਅੱਜ ਉਸ ਬੰਦੇ ਨੇ ਇਹਨੇ ਜਾ ਕੇ ਕੱਲ ਮੈਨੂੰ ਸੁਣਿਆ, ਇਹਨੂੰ ਨਹੀਂ ਪਤਾ ਮੈਂ ਕਿਸੇ ਹੋਰ ਆਈਡਲ ਬੈਠਾ ਸਾਂ ਬਾਹਰੋਂ ਸੁਣਦਾ ਰਿਹਾ, ਇਸ ਬੰਦੇ ਨਾਲ ਵੀ ਚੰਗਾ ਸਲੂਕ ਨਹੀਂ ਕੀਤਾ ਉਹਨਾਂ। ਹਾਂ ਉਹ ਮਖੰਸਾਂ ਦਾ ਕੰਮ ਕੀ ਹੁੰਦਾ ਲੁੱਟਿਆਂ ਦਾ। ਜਿਹੜਾ ਬੰਦਾ ਵੀ ਲੜਾਈ ਰੋਕਣ ਵਾਲੇ ਪਾਸੇ ਗਿਆ ਹੈ, ਹੁਣ ਦੇਖ ਉਹ ਤੋਂ ਜ਼ੁਬਾਨ ਤੋਂ ਜ਼ਾਹਿਰ ਨਹੀਂ ਕਰਦਾ ਪਿਆ ਅਲੀ ਅਕਬਰ ਅੰਦਰੋਂ ਨਾਰਾਜ਼ ਹੈ ਮੇਰੇ ਨਾਲ, ਮੈਨੂੰ ਪਤਾ ਹੈ ਕਿਉਂਕਿ ਮੈਂ ਡਕਿਆ, ਮੈਨੂੰ ਗਲਤ ਕਿਹਾ। ਇੱਕ ਇਨਸਾਨੀ ਨਫਸੀਆਤ ਹੈ ਕਿ ਜਿਸ ਬੰਦੇ ਨੂੰ ਉਹਦੇ ਅਗੇਂਸਟ ਗੱਲ ਕਰੋ ਤਾਂ ਉਹਨੂੰ ਬੁਰੀ ਲੱਗਦੀ ਹੈ। ਇਹ ਉਹਦਾ ਜ਼ਰਫ ਹੈ ਕਿ ਉਹ ਦੋਸਤੀ ਯਾਰੀ ਦਾ ਲਿਹਾਜ਼ ਮੇਰਾ ਕਰਦਾ ਪਿਆ, ਮੈਨੂੰ ਅੱਗੋਂ ਕੋਈ ਗਲਤ ਗੱਲ ਨਹੀਂ ਕਰਦਾ ਪਿਆ, ਲੇਕਿਨ ਮੈਨੂੰ ਪਤਾ ਅੰਦਰੋਂ ਨਾਰਾਜ਼ ਮੇਰੇ ਨਾਲ ਹੈ। ਹੁਣ ਤੂੰ ਅਹਿਮਦ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹੀ ਮੈਂ ਕੋਈ ਗਲਤ ਗੱਲ ਕੀਤੀ ਕੱਲ ਜਾਂ ਅੱਜ। ਚੋ ਸਾਹਿਬ ਮੇਰੀ ਹਰ ਉਸ ਬੰਦੇ ਨਾਲ ਰਿਕਵੈਸਟ ਹੈ, ਸਮਝ ਆਈ। ਕੱਲ ਵੀ ਤੁਹਾਨੂੰ ਕਿਹਾ ਸੀ ਕਿ ਇਸ ਮਾਮਲਾ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਕੋਈ ਸਮਝਾਉਣ ਵਾਲੇ ਲੋਕ ਜਿਹੜੇ ਨੇ ਵਿਚਾਰੇ ਆਪ ਵਿੱਚ ਜਿਹੜੇ ਨਾ ਜ਼ਲੀਲ ਹੋ ਜਾਂਦੇ ਨੇ। ਉਹ ਅਹਿਮਦ ਹੋਵੇ, ਉਹ ਤੁਸੀਂ ਹੋਵੋ, ਆਜ਼ਾਦ ਰਾਜਪੂਤ ਹੋਵੇ, ਫਿਰ ਜੱਟ ਲੈਲਪੁਰੀ ਹੋਵੇ, ਕੋਈ ਵੀ ਹੋਵੇ ਨਾ, ਠੀਕ ਹੈ। ਇਹਦੇ ਵਿੱਚ ਸਿੱਧੀ ਗੱਲ ਹੈ ਕਿ ਜਿਹੜਾ ਸਮਝਾਉਣ ਆਏਗਾ ਉਹਦੇ ਵਿੱਚ ਤਾਹਿਰ ਸਾਹਿਬ ਵੀ ਨੇ ਮੌਜੂਦ, ਠੀਕ ਹੈ, ਉਹ ਬੰਦਾ ਜ਼ਲੀਲ ਹੋਏਗਾ। ਤੇ ਉਸ ਤੋਂ ਬਿਹਤਰ ਹੈ ਕਿ ਇਸ ਚੀਜ਼ ਤੋਂ ਉਹ ਬੰਦੇ ਸਾਈਡ ਤੇ ਹੀ ਰਹਿਣ, ਠੀਕ ਹੈ। ਮੁਖੰਨਸ ਜਿਹੜਾ ਹੈਗਾ ਲੋਟਾ ਚੀਕਾਂ ਮਾਰੇ ਭਾਵੇਂ ਜੋ ਮਰਜ਼ੀ ਕਰੇ, ਲੋਕਾਂ ਨੂੰ ਪਤਾ ਲੱਗ ਗਿਆ ਜਿਹੜਾ ਡੈਮੇਜ ਹੋਣਾ ਸੀ ਉਹ ਹੋ ਚੁੱਕਿਆ। ਅੱਛਾ ਅਲੀ, ਇਹ ਆਪਣਾ ਅਹਿਮਦ ਜੱਟ ਸਾਹਿਬ ਮਾਜ਼ਰਤ ਨਾਲ, ਇਹ ਮੇਰੇ ਥੱਲੇ ਨਾ ਉਸਤਾਦ ਮੁਹਤਰਮ ਹਜ਼ਰਤ ਉਕਾਬ ਅਹਿਮਦ अलैहिस्सलाम ਬੈਠੇ ਹੋਏ ਨੇ। ਇਹ ਕਹਿ ਰਹੇ ਸਨ ਕਿ ਮੈਂ ਉਸ ਅਲੀ ਅਕਬਰ ਬਾਰੇ 'ਚ ਕਿ ਮੈਂ ਉਸ ਬੰਦੇ ਨੂੰ ਲੱਭ ਲਾਂਗਾ ਤੇ ਮੈਂ ਇੰਝ ਕਰ ਲਾਂਗਾ, ਤੇ ਇਹ ਟੈਕਸੀਆਂ ਲੈ ਕੇ ਤੇ ਨਿਕਲ ਪੈਂਦੇ ਨੇ ਤੇ ਅੱਗੋਂ ਬਹਿ ਕੇ ਤੇ ਇਸ ਤਰ੍ਹਾਂ ਕਰਦੇ ਨੇ। ਸਰ ਉਕਾਬ ਅਹਿਮਦ ਸਾਹਿਬ, ਤੁਸੀਂ ਰਿਕਾਰਡਿੰਗ ਨਹੀਂ ਸੁਣੀ ਹੈ? ਅਗਰ ਜੇ ਨਹੀਂ ਸੁਣੀ ਤੇ ਮੈਨੂੰ ਦੱਸੋ, ਮੈਂ ਤੁਹਾਨੂੰ ਰਿਕਾਰਡਿੰਗ ਜਿਹੜੇ ਨਾ ਉਹ ਭਜਵਾ ਦੇਣਾ ਵਾ। ਤੇ ਜਨਾਬੇ ਮੁਹਤਰਮ ਆਕਾਬ ਨੂੰ ਮੈਂ ਰੋਕਤਾ ਸੀ ਉੱਥੇ, ਉਹ ਯਾਰ ਦੋ ਬੰਦਿਆਂ ਨੂੰ ਨਾ 7 ਖੂਨ ਮਾਫ ਨੇ, ਇੱਕ ਤੇ ਵੇ ਤਾਹਿਰ ਸਾਹਿਬ, ਦੂਜਾ ਬੰਦਾ ਉਕਾਬ। ਨਹੀਂ ਆਕਾਬ ਨੂੰ ਮੈਂ ਉੱਥੇ ਚੁੱਪ ਕਰਾਤਾ। ਜਨਾਬ ਮੁਹਤਰਮ ਇਹਨਾਂ ਦੋਵਾਂ ਨੂੰ ਕੁਝ ਨਹੀਂ ਕਹਿਣਾ, ਮੁਖਤਸਰਨ ਹੈ ਇਹ ਵੇ ਮੁਖਤਸਰਨ, ਇਹ ਵੇ ਕਿ ਆ ਦੋ ਬੰਦਿਆਂ ਨੂੰ ਕੁਝ ਨਹੀਂ ਕਹਿਣਾ, ਇਹਨਾਂ ਨੂੰ ਆਜ਼ਾਦੀ ਹੈ, ਉੱਥੇ ਜਾ ਕੇ ਵੀ ਸਾਡੇ ਖਿਲਾਫ ਵੀ ਗੱਲ ਕਰ ਜਾਣ, ਕੋਈ ਮਸਲਾ ਨਹੀਂ, ਠੀਕ ਹੈ। ਹੋ ਗਿਆ ਸਰ, ਠੀਕ ਹੋ ਗਿਆ। ਜੰਜ ਮੈਂ ਕਹਿਣਾ ਹੁੰਦਾ ਇਸ ਟਿਕਟੌਕ ਤੇ ਹਰ ਬੰਦੇ ਨਾਲ ਜੰਗ ਹੋ ਸਕਦੀ ਹੈ ਸਿਵਾਏ ਇੱਕ ਬੰਦੇ ਦੇ, ਸਿਵਾਏ ਇੱਕ ਬੰਦੇ ਦੇ। ਉਹ ਅਲੀ ਅਕਬਰ ਹੋਣਾ? ਨਹੀਂ ਅਲੀ ਅਕਬਰ ਨਹੀਂ, ਅਲੀ ਅਕਬਰ ਨਾਲ ਤਾਂ ਮੇਰੀ ਅਕਸਰ ਜੰਗ ਹੋ ਜਾਂਦੀ ਹੈ, ਠੀਕ ਹੈ। ਉਹ ਮੇਰਾ ਉਸਤਾਦ ਹੈ, ਉਹਦੇ ਨਾਲ ਮੈਂ ਨਹੀਂ ਜੰਗ ਕਰ ਸਕਦਾ। ਉਹ ਮੀਰ ਸਾਹਿਬ ਹੋਣਗੇ? ਹਾਂਜੀ ਮੀਰ ਸਾਹਿਬ, ਉਹ ਵਾਕਈ ਬੰਦੇ ਵੀ ਬਜ਼ੁਰਗ ਨਹੀਂ ਯਾਰ, ਉਹ ਬਜ਼ੁਰਗ ਨਹੀਂ ਹੈ ਤੇ ਚੁੰਗੇ ਹੀ ਨੇ। ਹਾਂ ਗੱਲਾਂ ਬਾਤਾਂ ਗੱਲ ਆ ਉਹੀ ਇਹਨਾਂ ਨੇ ਖਲਾ ਭਰਨ ਵਾਸਤੇ ਤੇ ਇੱਧਰ ਉੱਧਰ ਪੰਗੇ ਲੈਣ ਡਏ ਆ। ਜਿਹੜਾ ਮੀਰ ਸਲੀਮ ਸਾਹਿਬ ਨੇ ਕਿਹਾ ਵਾ ਕਿ ਇਹਦੇ ਕੋਲੋਂ ਪਾਸਾ ਕਰੋ, ਜਿਨੇ ਨਹੀਂ ਤੇ ਗੰਦਿਆਂ ਕਰੇਗਾ ਸਾਰਿਆਂ ਨੂੰ, ਹਰ ਜਗ੍ਹਾ ਤੇ ਮਾਫੀ ਮੰਗੋ। ਸਿਆਣੇ ਬੰਦੇ ਨੇ ਸਿਆਣੀ ਗੱਲ ਭਰਨ ਡਏ ਨੇ ਆਪਣਾ। ਦੇਖੋ ਸਿਆਣੇ ਬੰਦੇ ਨੇ ਸਿਆਣੀ ਗੱਲ ਕੀਤੀ ਹੈ ਨਾ। ਮੁਖੰਨਸ ਉੱਤੇ ਚੀਕਣ ਡਿਆ, ਮੈਂ ਆਪ ਆਡੀਓ ਚਲਾਈ ਹੈ ਬਈ ਜਿੱਦਣ। ਅੱਛਾ ਅਹਿਮਦ ਭੱਟੀ ਸ਼ਹਜ਼ਾਦ ਸਾਹਿਬ ਆਏ, ਇਹਨਾਂ ਨੂੰ ਉੱਤੇ ਲੋ, ਵੇਖੋ ਇਹਨਾਂ ਨੂੰ ਸੱਟ ਸੁੱਟ ਤੇ ਨਹੀਂ ਲੱਗੀ, ਵਿਚਾਰੇ ਬਹੁਤ ਬੁਰੇ ਡਿੱਗੇ। ਚੁੱਕ ਲੋ ਯਾਰ, ਚੁੱਕ ਲੋ ਇਹਨਾਂ ਨੂੰ, ਇਹ ਨਹੀਂ ਆ ਰਹੇ, ਰਹਿਣ ਦੋ। ਜਿਹੜਾ ਨਹੀਂ ਆ ਰਿਹਾ ਨਾ ਉਹਨਾਂ ਨੂੰ ਫੋਰਸ ਨਾ ਕਰੋ यार। हाँ जी, अहमद शहजाद भट्टी साहब आज ऊपर आए थे, उधर गए थे ना, गर्दन अच्छा के बल उधर गए, नीचे फेंका गया। सुना नहीं, पता नहीं चला। अच्छा इनको धोन के बल फेंका गया। ਵਾਲੇਕਮ ਸਲਾਮ। ਯਾਰ ਅੱਲਾ ਦੇ ਵਾਸਤੇ ਯਾਰ ਛੱਡ ਦਿਓ, ਕਿਹੜੇ ਪਾਸੇ ਤੁਰ ਪਏ ਹੋ ਤੁਸੀਂ ਯਾਰ? ਮਰਨਾ ਨਹੀਂ ਹਾਂ ਇੱਕ ਦਿਨ? ਕੀ ਹੋ ਗਿਆ ਸਾਨੂੰ ਯਾਰ? ਅਸੀਂ ਮਰਨਾ ਜ਼ਰੂਰ ਹੈ ਪਰ ਜ਼ਮੀਨੀ ਖੁਦਾਵਾਂ ਦੇ ਤੁਸੀਂ ਪਿੱਛੇ ਲੱਗੇ ਹੋ, ਤੁਸੀਂ ਉਹ ਤੇ ਸ਼ੈਤਾਨ ਹੈ ਬੜਾ ਵੱਡਾ, ਤੁਹਾਨੂੰ ਪਤਾ ਹੀ ਕੋਈ ਨਹੀਂ ਹੋ ਰਿਹਾ ਹੈ। ਨਹੀਂ ਸਾਨੂੰ ਨਹੀਂ ਪਤਾ, ਉਹ ਸ਼ੈਤਾਨ ਯਾਰ, ਉਹਨੇ ਸ਼ੈਤਾਨੀ ਲਾਣੀ। ਉਹ ਮੈਨੂੰ ਕਹਿੰਦਾ ਪਿਆ, ਉਹ ਮੈਂ ਥੱਲੇ ਗਿਆ ਤੇ ਮੈਨੂੰ ਕਹਿੰਦਾ ਅਹਿਮਦ ਸ਼ਹਜ਼ਾਦ ਸਾਹਿਬ ਆਏ ਨੇ ਥੱਲੇ, ਅਹਿਮਦ ਭੱਟੀ ਸ਼ਹਜ਼ਾਦ ਸਾਹਿਬ ਆਏ ਨੇ, ਉਹਨਾਂ ਨੂੰ ਉੱਤੇ ਲਵੋ। ਕਹਿੰਦੇ ਮੈਂ ਤੁਸੀਂ ਉਹ ਕਿਹੜਾ ਪਤਾ ਨਹੀਂ ਗਰੁੱਪ ਦਾ ਨਾਮ ਲੈਣ ਦਿਆ ਸੀ, ਕਮੇਟੀ ਪਤਾ ਨਹੀਂ ਇਸ ਤਰ੍ਹਾਂ ਕਰਕੇ ਨਾਮ ਲੈਣ ਦਿਆ, ਅਮਨ ਕਮੇਟੀ। ਅਮਨ ਕਮੇਟੀ, ਹਾਂਜੀ। ਮੈਨੂੰ ਨਹੀਂ ਪਤਾ, ਇਹਨਾਂ ਨੇ ਵੀ ਕਿਤੇ ਮੈਨੂੰ ਪਾਇਆ, ਮੈਂ ਨਾ ਗਰੁੱਪਾਂ 'ਚ ਪਾਉਣ ਦਾ ਮੈਨੂੰ ਸ਼ੌਕ ਹੈ ਤੇ ਨਾ ਮੈਨੂੰ ਹੈ ਇਹਦੀਆਂ ਵੀਡੀਓ ਵੇਖਣ ਦਾ ਸ਼ੌਕ ਕੋਈ। ਤੇ ਮੈਂ ਵੀਡੀਓ ਸੁਣੀ ਹੈ, ਇਹਦੇ ਵਿੱਚ ਸਰਾਸਰ ਜਿਹੜਾ ਨਾ ਇਹ ਗਲਤ ਕਰਵਾ ਰਿਹਾ ਉਹਦੇ ਕੋਲ ਅਲੀ ਅਕਬਰ ਨੇ ਕਿਹੜਾ ਚੰਗਾ ਕੀਤਾ, ਉਹਨੇ ਵੀ ਗਲਤ ਕੀਤਾ, ਲੇਕਿਨ ਕਰਵਾ ਇਹ ਰਿਹਾ। ਅਹਿਮਦ ਭੱਟੀ ਭਾਈ, ਕਿਆ ਕਿਸੇ ਬੰਦੇ ਨੇ ਇੱਥੇ, ਤੁਸੀਂ ਵੀ ਕੱਲ ਦੇ 2 ਦਿਨ ਹੋ ਗਏ ਤੁਸੀਂ ਸੁਣਨ ਡਏ ਹੋ, ਕਿਸੇ ਬੰਦੇ ਨੇ ਕਿਹਾ ਕਿ ਅਲੀ ਅਕਬਰ ਨੇ ਚੰਗਾ ਕੰਮ ਕੀਤਾ? ਨਹੀਂ ਕਿਹਾ। ਨਹੀਂ ਫੇਰ ਬਈ ਇਹਨੂੰ ਕਿਉਂ ਨਹੀਂ, ਉਹ ਜਿਹੜੇ ਮੁਖੰਨਸ ਉੱਥੋਂ ਬਹਿ ਕੇ ਜਿਹੜੇ ਬੈਠੇ ਨੇ, ਇਹਨੂੰ ਕਿਉਂ ਨਹੀਂ ਗਲਤ ਕਹਿਣ ਡੇ ਮੁਖੰਨਸ? ਯਾਰ ਉਹ ਵੀ ਮੇਰੇ ਰੋਜ਼ਾ ਰੱਖਿਆ, ਔਰ ਮੈਂ ਕੀ ਆਖਾਂ, ਉਹ ਵੀ ਜਿਹੜੇ ਨਾ ਉਹਨਾਂ ਨੂੰ ਸ਼ਰਮ ਹਯਾ ਕੋਈ ਨਹੀਂ ਹੈ, ਠੀਕ ਹੈ। ਤੁਸੀਂ ਵੀ ਇੱਧਰ ਲਾਈਵ ਲਾ ਕੇ ਬੈਠੇ ਹੋ
ਯਾਰ ਵੀ ਜਮਾਤ ਨੂੰ ਕਿਉਂ ਲਿਆਉਂਦੇ ਹੋ ਤੁਸੀਂ ਵਿੱਚ ਯਾਰ ਭਈਆ? ਜਮਾਤ ਨੇ ਕੀ ਵਿਗਾੜਿਆ ਤੁਹਾਡਾ? ਤੁਹਾਡੀ ਆਪਸ ਵਿੱਚ ਲੜਾਈ ਹੈ ਤੁਹਾਡੀ। ਇਹਨਾਂ ਨੇ ਅਮਨ ਕਮੇਟੀਆਂ ਤੁਸੀਂ ਬਣਾਈਆਂ। ਵਿੱਚ ਤੁਸੀਂ ਜਮਾਤ ਨੂੰ ਵਿੱਚ ਤੁਹਾਨੂੰ ਛੜਿਆ ਤੁਸੀਂ। ਅਸੀਂ ਲੜਾਈ ਤੁਹਾਡੀ ਕੋਈ ਆਪਸ ਜਮਾਤ ਦੀ ਦੀ ਗੱਲ ਕੀਤੀ ਅਹਿਮਦ ਭੱਟੀ ਭਾਈ, ਉਹ ਕਾਰਡ ਖੇਡਣਾ ਹੈ ਜਮਾਤ ਦਾ। ਅਸੀਂ ਤਾਂ ਉਹੀ ਤੇ ਮੈਂ ਖੇਡਿਆ। ਕਹਿੰਦੇ ਆ, ਉਹ ਸ਼ੈਤਾਨ ਦਾ ਕੰਮ ਹੀ ਕੀ। ਉਹ ਯਾਰ ਤੈਨੂੰ ਦੱਸਿਆ ਨਹੀਂ ਆ ਇਸ ਗੱਲ ਨੂੰ ਮਹੀਨਾ 2 ਹੋ ਗਿਆ, ਉਹ ਕਿਤੇ ਲੜਾਈ ਹੋ ਪਈ ਚਾਚੂ ਬੀਬੁੱਲਾ ਦੀ, ਠੀਕ ਹੈ। ਉਹ ਰਾਜਾ ਸਾਹਿਬ ਨੇ ਕਿਤੇ ਸੁਲ੍ਹਾ ਕਰਵਾਤੀ ਉਹਨਾਂ ਦੀ ਆਪਸ ਦੇ ਵਿੱਚ, ਤੇ ਇਹ ਬਾਅਦ ਚੋਂ ਆਇਆ ਕੀ ਹੋਇਆ ਸੁਲ੍ਹਾ ਹੋ ਗਈ। ਕਹਿੰਦਾ ਜੀ ਰਾਜਾ ਸਾਹਿਬ ਨਾ ਆਂਦੇ ਵਿੱਚ, ਮੈਂ ਤਾਂ ਇਹਨਾਂ ਦੇ ਸਿਰ ਜਿਹੜੇ ਫੜ ਕੇ ਆਪਸ ਚ ਕੰਧਾਂ ਚ ਮਰਵਾਣੇ ਸੀ ਇਹਨਾਂ ਦੇ। ਮੈਂ ਐਡਾ ਤੇ ਸ਼ੈਤਾਨ ਏ, ਇੰਜ ਤੇ ਜ਼ੇਨ ਰੱਖਦਾ ਇਹ ਬੰਦਾ। ਇੱਕ ਨਹੀਂ ਸਾਰੇ ਆ ਜਿੰਨਾ ਲੋਟਾ ਉਹ ਲੋਟਾ ਤੇ ਨਾਲ ਜਿੰਨੀਆਂ ਟੂਟੀਆਂ ਲੱਗੀਆਂ ਨੇ, ਠੀਕ ਹੈ, ਇਹ ਸਾਰੇ ਉਹ ਨੇ, ਠੀਕ ਹੈ। पूछा जाता है कि अमन कमेटी कब निकलेगी? बाकी ना तू ही सही कर रहे हो, अमन कमेटी तब निकलेगी क्योंकि अभी तक रमजान है ना मोहम्मद भाई, अभी तक रमजान है तो असल काम जो है ना वो अभी तक पूरा हुआ नहीं है ना। चौधरी साहब ਦੁਬਾਰਾ ਇਹ ਗੱਲ ਨਹੀਂ ਕਰਨੀ ਜਿਹੜੀ ਹੁਣ ਕੀਤੀ, ਆਪਣੇ ਯਾਰਾਂ ਨੂੰ ਨਾਰਾਜ਼ ਕਰ ਲੇਗਾ, ਫਾਇਦਾ ਕੋਈ ਨਹੀਂ ਇੱਥੇ ਸੱਚ ਬੋਲਣ ਦਾ ਕੋਈ। ਮੈਂ ਰੱਬ ਨੂੰ ਜਾਨ ਦੇਣੀ, ਮੈਂ ਯਾਰਾਂ ਨੂੰ ਨਹੀਂ ਦੇਣੀ, ਸਿੱਧੀ ਜਿਹੜੀ ਸਾਫ਼ ਗੱਲ ਹੈ, ਠੀਕ ਹੈ। ਗੱਲ ਇਹ ਕਿ ਡਬਲ 1 ਡਬਲ 2 ਮੈਨੂੰ ਤਾਂ ਯਾਰ ਆ ਗਿਆ ਸੀ ਲੋਟਾ ਹੈ, ਬਾਰ ਮੈਂ ਕਿਸੇ ਯਾਰ ਨੂੰ ਰਾਜ਼ੀ ਨਹੀਂ ਕਰਨਾ ਆਇਆ ਦੁਨੀਆ ਦੇ ਉੱਤੇ। ਓਏ ਆ ਮਿਊਟ ਤੇ ਲਾਓ, ਕੀ ਕਰਦੇ ਹੋ ਬੇ? ਹਰ ਉਹ ਬੰਦੇ ਨੂੰ ਸਾਡੇ ਵੱਲੋਂ ਆਜ਼ਾਦੀ ਹੈ, ਜਿੱਥੇ ਮਰਜ਼ੀ ਜੋ ਮਰਜ਼ੀ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ। ਜਿਹਨੂੰ ਜੋ ਸਮਝ ਆਉਂਦਾ ਨਾ, ਅਸੀਂ ਗਲਤ ਆ ਸਾਡੇ ਖਿਲਾਫ ਜਾ ਕੇ ਉੱਥੇ ਸਟੇਟਮੈਂਟ ਦਿਓ, ਉਹ ਗਲਤ ਨੇ। ਬਾਕੀ ਅਹਿਮਦ ਭਾਈ ਤੁਹਾਡੇ ਅੱਗੇ ਅੱਲਾ ਰਸੂਲ ਦਾ ਵਾਸਤਾ, ਇਸ ਕੰਮ ਨੂੰ ਛੱਡ ਦਿਓ, ਇਹ ਕੰਮ ਚੰਗਾ ਨਹੀਂ। ਅੱਲਾ ਕੋਲੋਂ ਡਰ ਜਾਓ, ਰਮਜ਼ਾਨ ਦਾ ਮਹੀਨਾ ਵੇ, ਖੁਦਾ ਦੀ ਪਕੜ ਚ ਨਾ ਆ ਜਾਓ ਤੁਸੀਂ ਸਾਰੇ। अमन भट्टी भाई आप भी अमन कमेटी के मेंबर हैं? ਉਹ ਮੈਨੂੰ ਵੀ ਕੋਈ ਗੱਲ ਕਰ ਲੈਣ ਦਿਓਗੇ ਕਿ ਨਹੀਂ ਕਰ ਲੈਣ ਦਿਓਗੇ? अहमद भाई ਅੱਛਾ ਇੱਕ ਮਿੰਟ ਯਾਰ, ਇੱਕ ਮਿੰਟ ਦਾ ਸਾਰੇ ਇਹ ਮੈਂਬਰ ਸੀ ਤੇ ਤਾਂ ਹੀ ਤੇ ਉਹਨਾਂ ਚੁੱਕ ਕੇ ਮਾਰਿਆ ਥੱਲੇ। ਇਹ ਮੈਂਬਰ ਸੀ, ਇਹ ਨਾ ਉਸ ਬੰਦੇ ਨੂੰ ਉਹਨਾਂ ਉੱਤੇ ਨਹੀਂ ਬੈਠਦਾ। ਕਿਸੇ ਕਮੇਟੀ ਦਾ ਮੈਂਬਰ ਨਹੀਂ ਹੈ। ਇੱਕ ਮਿੰਟ ਭੱਟੀ ਸਾਹਿਬ, ਇੱਕ ਮਿੰਟ ਉਹਨਾਂ ਉਸ ਬੰਦੇ ਨੂੰ ਥੱਲੇ ਸੁੱਟਿਆ ਵਾ ਜਿਹੜੇ ਬੰਦੇ ਨੇ ਉਹਨਾਂ ਦੇ ਹੱਕ 'ਚ ਬਿਆਨ ਨਹੀਂ ਦਿੱਤੇ। ਜਿਹੜੇ ਬੰਦੇ ਨੇ ਹੱਕ 'ਚ ਬਿਆਨ ਦਿੱਤਾ ਉਹਨੂੰ ਉੱਤੇ ਰੱਖਿਆ। ਹਾਂਜੀ यार चला गया ना, एडा मौजूद मेंबर आया सी अमन कमेटी दा, तुसी भेजता है कहा भाई तुसी गल करो। पूछा ये जाता है एक मिनट कहा भाई ਥੱਲੇ ਸਵਾਲ ਹੈ ਯਾਰ, ਅਸੀਂ ਥੱਲੇ ਸਵਾਲ ਵੀ ਇਹੋ ਜਿਹੇ ਤੁਹਾਡੇ ਵਿੱਚ ਬਿਮਾਰੀ ਹੈ, ਤੁਸੀਂ ਬੰਦੇ ਨੂੰ ਥੱਲੇ ਲਾ ਦਿੰਦੇ। ਇਸ ਵਾਸਤੇ ਤੁਹਾਡੀਆਂ ਬਰੋਡਾਂ ਤੇ ਹਜ਼ਾਰ ਕੇਸ ਬੰਦੇ ਨੇ ਸੁੱਟਿਆ। ਅਹਿਮਦ ਭਾਈ ਸੁਣ ਲਓ, ਅਹਿਮਦ ਭਾਈ ਇੱਕ ਮਿੰਟ, ਅਹਿਮਦ ਭੱਟੀ ਭਾਈ ਕਿੰਨੇ ਸੁੱਟਿਆ? ਕੇਸ ਬੰਦੇ ਨੇ ਸੁੱਟਿਆ, ਉਸ ਬੰਦੇ ਦਾ ਨਾਮ ਸਾਹਮਣੇ ਹੁੰਦਾ ਵੇ, ਮੇਰਾ ਕਲੀਅਰ ਕਰ ਦੋ, ਮੈਂ ਸੁੱਟਿਆ ਆਪਣੀ ਆਈਡੀ ਪ੍ਰਾਈਵੇਟ ਰੱਖਣਾ, ਮੈਂ ਕਾਲ ਪਾ ਦੇਣਾ। ਮੈਂ ਉਸ ਬੰਦੇ ਨੂੰ ਮੋਡਰੇਟਰ ਤੋਂ ਖਤਮ ਕਰਾਂਗਾ ਜਿਸ ਬੰਦੇ ਨੇ ਸੁੱਟਿਆ। ਤੁਹਾਨੂੰ ਨਜ਼ਰ ਆਉਂਦਾ ਹੈ ਤੁਹਾਨੂੰ ਨਜ਼ਰ ਆਉਂਦਾ ਜਿਹੜਾ ਸੁੱਟਦਾ ਬੰਦਾ? ਭੱਟੀ ਸਾਹਿਬ ਦੇ ਮੋਬਾਈਲ ਨਾਲ ਨਹੀਂ ਨਾ ਦੇਖਦਾ ਹੁੰਦਾ ਯਾਰ, ਮੈਂ ਚੰਗੇ ਬੜੇ ਤੇ ਉਹਨਾਂ ਨੂੰ ਕਿਉਂ ਵੋਟਾਂ ਨੂੰ ਕਿਉਂ ਸੁੱਟਣ ਡਏ ਹੋ ਆਪਣਿਆਂ ਨੂੰ? अच्छा सुनो यार एक मिनट, अच्छा चल यार सॉरी यार अहमद भट्टी सॉरी यार, अगर किसी ने सुटिया मैं नहीं सुटिया, इस गल दी कसम देना, मैं कसम चुकना कि मैं नहीं सुटिया। अहमद भाई अपना शहजादे तेनू बाय चांस कोई ना इंटरप्शन हुई है? हां नहीं कोई नहीं, ਅਸੀਂ ਕਿਸੇ ਇਸ ਟਾਈਮ ਭਾਈ ਅਸੀਂ ਇਲੈਕਸ਼ਨਾਂ ਦੇ ਖਲੋਤੇ ਆ ਤੇ ਇਸ ਟਾਈਮ ਤੇਰੇ ਕੋ ਮਾਫੀ। ਓ ਯਾਰ ਇੱਕ ਮਿੰਟ, ਅਮਨ ਕਮੇਟੀ ਤੇ ਗੱਲ ਕਰ ਲੈਣ ਦੋ, ਥੱਲੇ ਸਵਾਲ ਆਇਆ ਸੁਣ ਲਓ ਪਹਿਲਾਂ ਸੁਣੋ। अमन कमेटी ਦੇ ਮੌਜੂਦ ਮੈਂਬਰ ਦੇ ਨਾਮ ਥੱਲੇ ਨਾ ਸੁੱਟੋ यार। हां जी पूछा जाता है कि अमन कमेटी कब निकलेगी? पूछा जाता है कि अमन कमेटी कब निकलेगी? ਦੋ ਜਵਾਬ ਇਹਦਾ। ਅਮਨ ਕਮੇਟੀ ਨੇ ਭਾਜ ਕਿੱਥੇ ਨਿਕਲਣਾ? ਅਮਨ ਕਮੇਟੀ ਬਣਾਉਣ ਵਾਲੇ ਜਿਹੜਾ ਨਾ ਉਹ ਲੋਟਾ ਗਰੁੱਪ ਹੈ, ਠੀਕ ਹੈ। ਅਮਨ ਕਮੇਟੀ ਦੇ ਸਾਰੇ ਲੋਟੇ ਮੈਂਬਰ ਨੇ। ਮੈਂ ਦੇਦਾ ਜਵਾਬ। ये कितने में अहमद साहब? अहमद भट्टी भाई तो आए हैं, ये भी अमन कमेटी में ताहर भाई भी ਉਹਨਾਂ ਦੇ ਨਾਲ ਹੀ ਉਸੇ ਕਮੇਟੀ ਦੇ ਵਿੱਚ, ਉਸੇ ਕਮੇਟੀ ਦੇ ਮੈਂਬਰ ਨੇ। ਅਹਿਮਦ ਭਾਈ ਮੈਂ ਤਾਂ ਜਵਾਬ ਅਗਰ ਫਿਰ ਪਸੰਦ ਕਰਨ ਸਾਰੇ, ਮੈਂ ਨਾ ਦੇ ਦਿਓ, ਅੱਜ ਖੋਲ ਕੇ ਦੇ ਦਿਓ। ਉਹ ਜਿੰਨੇ ਅਮਨ ਕਮੇਟੀ ਬਣਾਣੀ ਸੀ ਉਹ ਆਪ ਕਿਸੇ ਨਾਲ ਨਿਕਲ ਗਏ। ਦੱਸ ਮੇਰੇ ਜੱਗਾ ਯਾਰ ਚੋਰ ਤੁਹਾਨੂੰ ਕੋਈ ਦੌਰਾ ਪੈਂਦਾ ਮੇਰੇ ਖਿਆਲ ਦੇ ਮੁਤਾਬਕ, ਮੈਂ ਤੇ ਤੁਹਾਨੂੰ ਬੰਦਾ ਸਮਝਣਾ ਸਾਂ ਪਹਿਲਾਂ। ਕਾਬ ਭਾਈ ਮੇਰਾ ਯਾਰ ਨਹੀਂ ਨਜ਼ਰ ਆ ਰਿਹਾ ਇੱਥੇ। ਕਾਬ ਭਾਈ ਮੈਨੂੰ ਕਹਿ ਰਹੇ ਹੋ? ਜਾਨੀ ਭਾਈ ਮੈਂ ਤੁਹਾਨੂੰ ਯਕੀਨ ਕਰੋ ਬੜਾ ਸੀਰੀਅਸ ਇਨਸਾਨ ਸਮਝਣਾ ਹਾਂ ਪਹਿਲਾਂ, ਯਕੀਨ ਕਰੋ ਜਦੋਂ ਤੁਸੀਂ ਤੁਹਾਡੇ ਨਾਲ ਪਹਿਲਾਂ ਮੁਲਾਕਾਤ ਹੋਈ ਹੈ ਬਰਿਆਨ ਭਾਈ ਦੀ। ਜਦੋਂ ਉਹ ਇਹਨਾਂ ਦਾ ਮਲਕ ਤਲਾ ਨੇ ਦਿਮਾਗ ਖਰਾਬ ਕਰ ਛੜਿਆ ਇਹਨਾਂ ਦਾ। ਜਦੋਂ ਤੁਸੀਂ ਸੰਜੀਦਾ ਟਾਕ ਕਰਦੇ ਹੋ ਉਦੋਂ ਮੈਂ ਸੰਜੀਦਾ ਹੁੰਦਾ, ਜਦੋਂ ਮੈਂ ਸ਼ੁਗਲ ਦੇ ਮੋਡ 'ਚ ਹੁੰਦਾ ਉਦੋਂ ਮੈਂ ਸ਼ੁਗਲ ਲਾਉਂਦਾ। ਓਏ ਅੱਲਾ ਵਾਲਿਓ ਤੁਸੀਂ ਇਹਨਾਂ ਬੱਚਿਆਂ ਨੂੰ ਸਮਝਾਓ। ਤੁਸੀਂ ਮੈਂ ਕਿਉਂ ਸਮਝਾਵਾਂ? ਨਹੀਂ ਤੁਸੀਂ ਉੱਥੇ ਸਮਝਾਉਣ ਵਾਲੀ ਗੱਲ ਕਰਕੇ ਆਇਓ ਕਾਬ ਸਾਹਿਬ। ਆਹੋ ਆਪ ਕਾਬ ਤੂੰ ਖੁਤਬੇ ਦੇਣਾ ਉੱਤੇ ਸਾਰੀ ਗੱਲ ਕਰਕੇ ਆਇਓ, ਤੁਸੀਂ ਨਾ ਗੱਲ ਕਰੋ ਪਲੀਜ਼। ਮੈਨੂੰ ਤਾਂ ਪਤਾ ਹੀ ਇੱਥੇ ਆਣ ਕੇ ਲੱਗਾ ਕਿ ਤੁਹਾਡੇ ਦੋ ਨਹੀਂ ਇਹ ਕਿਹੜੀ ਗੱਲ ਹੋਈ? ਸਟੇਟਮੈਂਟ ਉੱਤੇ ਜਾ ਕੇ ਤੁਸੀਂ ਦੇ ਕੇ ਆਏ ਹੋ, ਸੁਣ ਲਓ ਨਾ। ਅਸੀਂ ਤੇ ਨਹੀਂ ਸਟੇਟਮੈਂਟ ਦੇ ਕੇ ਤੁਹਾਡਾ ਕੰਮ ਸੀ ਦੋਵਾਂ ਸਾਈਡਾਂ ਦਾ ਗੱਲ ਸੁਣ ਕੇ ਤੇ ਫੇਰ ਸਟੇਟਮੈਂਟ ਦਿੰਦੇ। ਮੈਂ ਤੇ ਜੋ ਇੱਥੇ ਕੱਲ ਹੋਇਆ ਤੂੰ ਤੇ ਹੈ ਨਹੀਂ ਸੀ, ਮੈਂ ਤੇ ਇੱਥੇ ਨਹੀਂ ਸੀ ਹੈਗੇ ਵਿੱਚ। ਤੂੰ ਵੀ ਨਹੀਂ ਪਤਾ ਨਹੀਂ ਤੇ ਮੈਂ ਸਟੇਟਮੈਂਟ ਨਹੀਂ ਨਾ ਦੇਈਦੀ। ਸਟੇਟਮੈਂਟ ਨਾ ਦੇ ਦੇ ਤੈਨੂੰ ਪਤਾ ਨਹੀਂ ਕੱਲ ਹੋਇਆ ਕੀ ਇੱਥੇ। ਉਹ ਕਾਬ ਅੱਛਾ
ਉਕਾਬ ਅੱਛਾ ਮੈਂ ਇਸੇ ਵਾਸਤੇ ਅਸੀਂ ਕਿਹਾ ਤੁਹਾਨੂੰ ਖੂਨ ਮਾਫ ਨੇ ਪਰ ਲੈ ਕੇ ਸਟੇਟਮੈਂਟ ਜਿਹੜੀ ਤੁਸੀਂ ਦੇਤੀ ਉਹ ਦੇਤੀ ਹੈ, ਸਾਨੂੰ ਤਾਂ ਕੋਈ ਮਸਲਾ ਨਹੀਂ। ਮੈਂ ਕੱਲ ਦੀ ਗੱਲ ਸਮਝਿਆ ਨਾ ਅਲੀ ਅਕਬਰ ਦੀ, ਤਾਹਰ ਭਾਈ ਨਾਲ ਕਿਉਂ ਯਾਰੀ ਲਾਈ ਉਹਨਾਂ ਨੇ। ਤਾਹਰ ਭਾਈ ਕੋਲੋਂ ਫੋਟੋ ਵੀ ਉਹਦੀ ਬਸ਼ਰ ਰਜ਼ਾ ਦੀ, ਜੇ ਤਾਹਰ ਭਾਈ ਦੇ ਖਿਲਾਫ ਹੋ ਗਏ ਤੇ ਤਾਹਰ ਭਾਈ ਨੇ ਪਰਚਾ ਲੀਕ ਕਰ ਦੇਣਾ। ਯੈਸ 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 ਤਾਹਰ ਭਾਈ ਨਾਲ ਇਸ ਤੋਂ ਵੱਧ ਪਿਆਰ ਹੋ ਰਿਹਾ। ਇਹਦੀ ਵੇਖ ਲਓ ਤਾਹਰ ਭਾਈ ਚੈੱਕ ਕਰ ਲਓ ਕਿ ਇਹ ਬੰਦਾ ਅਹਿਮਦ ਫੋਟੋ ਮੇਰੇ ਕੋਲ ਦਵਾਉਂਦੇ ਆ, ਉਹ ਅਲੀ ਅਕਬਰ ਦਾ ਯਾਰ ਹੈ ਬਚਪਨ ਦਾ। ਅਹਿਮਦ ਸਾਡੇ ਘਰ ਤੋਂ ਮੈਂ ਵੀ ਵੇਖਦਾ ਉਹ ਮੇਰੇ ਲਈ ਉਹ ਸਾਰੇ ਬਰਾਬਰ ਨੇ, ਉਹ ਭਾਈ ਸਾਰੇ ਬਰਾਬਰ ਨੇ, ਮੇਰਾ ਕੋਈ ਤਾਹਰ ਭਾਈ ਨਾਲ ਇਸ ਤੋਂ ਵੱਧ ਪਿਆਰ ਕਰ ਰਹੇ ਨੇ ਅੱਜ ਕੱਲ੍ਹ। ਉਹ ਇੱਕ ਮਿੰਟ ਅਲੀ ਅਕਬਰ ਕੋ ਉਦੋਂ ਦੀ ਤਸਵੀਰ ਆ ਜਦੋਂ ਮੋਰ ਗਿਆ ਸੀ ਲੈਣ ਤੇ ਅਗਲਾ ਲੰਮਿਆ ਪਾਇਆ ਸੀ, ਉਦੋਂ ਦੀ ਤਸਵੀਰ। ਹੈਲੋ ਇਹ ਗੱਲ ਨਹੀਂ ਕਰਨੀ। ਅਹਿਮਦ ਭਾਈ ਇਹਨੂੰ ਹਜ਼ਮ ਕਰ ਲਿਆ ਜਾਵੇ, ਅਗਲੀ ਗੱਲ ਕਰੋ। ਅਹਿਮਦ ਜੱਟ ਸਾਹਿਬ ਬੈਕਗ੍ਰਾਉਂਡ ਦਾ ਨਹੀਂ ਪਤਾ, ਇੰਜ ਦੀ ਸਟੇਟਮੈਂਟ ਐਵੇਂ ਹੀ ਨਾ ਦੱਸ ਦਿਆ ਕਰੋ। ਰੋਜ਼ਾਨਾ ਮਹੀਨਾ ਕੱਢ ਲਓ, ਅਸੀਂ ਸਪੇਅਰ ਕਰਦੇ ਪਏ ਆ, ਤੁਹਾਨੂੰ ਵਿੱਚ ਨਹੀਂ ਲਿਆਂਦੇ ਪਏ। ਮੈਂ ਕੀ ਆਖਿਆ, ਰੋਜ਼ਾਨਾ ਮਹੀਨਾ ਕੱਢ ਲਓ ਤੇ ਜੰਗ ਜਿਹੜੀ ਹੈ ਈਦੋਂ 5ਵੇਂ ਦਿਨ ਰੱਖ ਲਵੋ। ਨਹੀਂ 5ਵੇਂ ਦਿਨ ਨਹੀਂ, ਫਿਰ 6ਵੇਂ ਦਿਨ ਰੱਖਣੀ। ਉਹ ਤਾਂ ਬੜੀ ਦੂਰ ਹੋ ਜਾਣੀ ਛੁੱਟ ਗਏ। ਚਲੋ 6ਵੇਂ ਦਿਨ ਰੱਖ ਲਵੋ, 6ਵੇਂ ਦਿਨ ਜੰਗ ਰੱਖ ਲਵੋ, 6ਵੇਂ ਦਿਨ ਮਿੱਥ ਲਵੋ ਤੁਸੀਂ ਜੰਗ। ਨਹੀਂ ਫਿਰ ਰੱਖੋ ਤੇ ਫਿਰ ਇਸ ਤੋਂ ਬਾਅਦ ਜਿਹੜੇ 6 ਰੋਜ਼ੇ ਹੁੰਦੇ ਨੇ ਨਾ ਉਹ ਖਤਮ ਕਰਕੇ ਤੇ ਉਸ ਤੋਂ ਬਾਅਦ ਚਲੋ 7ਵੇਂ ਦਿਨ ਰੱਖ ਲਿਓ ਜੀ, 8ਵੇਂ ਦਿਨ ਆਹੋ 10ਵੇਂ ਦਿਨ ਰੱਖ ਲਿਓ, ਐਸੀ ਤੇ ਕੋਈ ਗੱਲ ਨਹੀਂ, ਲੇਕਿਨ ਜੰਗ ਦੇ ਕੋਈ ਅਸੂਲ ਹੁੰਦੇ ਨੇ, ਮਰਦਾਂ ਵਾਲੀ ਜੰਗ ਅੱਛਾ ਮਤਲਬ ਭੱਟੀ ਸਾਹਿਬ ਨੇ ਕਿਹਾ ਕਿ ਮੈਂ ਵੀ ਅਮਨ ਕਮੇਟੀ ਦਾ ਉਹ ਹਿੱਸਾ ਵਾਂ ਜੀ। ਅਮਨ ਕਮੇਟੀ ਚ ਜਦੋਂ ਬਲਾਕ ਹੁੰਦੇ ਨੇ ਸਭ ਤੋਂ ਪਹਿਲਾਂ ਮੇਰਾ ਨਾਮ ਹੁੰਦਾ ਇਹਦੇ ਵਿੱਚ। ਨਹੀਂ ਤਾਹਰ ਭਾਈ ਉਹ ਅਮਨ ਕਮੇਟੀ ਕਿੱਥੇ ਵੇ ਹੁਣ ਜੀ ਉਹ ਲੀਕ ਕਰ ਦਿੰਦੇ, ਧੰਨਵਾਦ ਬਲਾਕ ਕਰ ਦੇਣਾ ਤੂੰ। ਅੱਛਾ ਲੀਕ ਕਰਿਆ ਕਰੋ ਜੀ। ਅਮਨ ਕਮੇਟੀ ਦਾ ਵਾਸਤਾ ਲੋਕ ਨਹੀਂ ਹੋਏ ਹੋਰ ਹੀ। ਨਹੀਂ ਅਸੀਂ ਤਾਂ ਸਮਝਦੇ ਫਿਰ ਅਮਨ ਕਮੇਟੀ ਬਰਾਬਰ ਦੀ ਸ਼ਰੀਕ ਹੈ ਇਸ ਕੰਮ ਦੇ ਵਿੱਚ। ਕੀ ਆਖਿਆ ਚੋਰ ਸਾਹਿਬ? ਮੈਂ ਕਹਿ ਰਿਹਾ ਹੁਣ ਤਾਹਿਰ ਭਾਈ ਦੀ ਗੱਲ ਦਾ ਜਵਾਬ ਦਿਓ, ਗੱਲ ਸ਼ੁਗਲ ਚ ਹੋ ਰਹੀ ਹੈ ਇਸ ਟਾਈਮ ਤੁਹਾਨੂੰ। ਨਹੀਂ ਅਮਨ ਕਮੇਟੀ ਨੂੰ ਐਕਟਿਵ ਕਰ ਲੈਨੇ ਆਪਣੇ ਅਹਿਮਦ ਜੱਟ ਭਾਈ, ਕੋਈ ਮਸਲਾ। ਕੱਲ ਇਹਨਾਂ ਨੂੰ ਅਗਰ ਸਾਰਿਆਂ ਨੂੰ ਡਕਿਆ ਹੋਇਆ ਹੀ ਨਾ ਕਾਬ, ਉਹ ਮੈਂ ਹੀ ਡਕਿਆ ਹੀ, ਮੂੰਹ ਤੇ ਬੈਠੇ ਹੀ ਅਹਿਮਦ ਪੁੱਛ ਲੈ CCD ਕੋ ਪੁੱਛ ਲੈ। ਹਾਂਜੀ ਮੇਰੇ ਨਾਲ ਸਾਰੇ ਅੰਦਰੋਂ ਖਫਾ ਹੋਏ ਹੋਏ ਨੇ ਕਿ ਤੂੰ ਕਿਉਂ ਡਕਦਾ ਰਿਹਾ ਇਹਨਾਂ ਨੂੰ। ਆ ਤੇ ਬੇਵਕੂਫੀ ਹੈ ਕਿ ਚੋਰ ਸਾਹਿਬ ਇਹਨਾਂ ਨੂੰ ਡਕਿਆ ਕਰੋ, ਇਹ ਬੱਚੇ ਨੇ, ਇਹਨਾਂ ਨੂੰ ਨਹੀਂ ਪਤਾ ਕੋਈ ਵੀ ਕਿ ਤੇ ਤੂੰ ਆ ਕੇ ਤੂੰ ਸਾਰਾ ਨਜ਼ਲਾ ਮੇਰੇ ਉੱਤੇ ਸੁੱਟਦਾ ਆਂਦਿਆ ਸਾਰ। ਮੈਂ ਯਾਰ ਸਾਹਿਬ ਚੌਧਰੀ ਸਾਹਿਬ ਬੈਗ ਕਰਵਾ ਰਹੇ ਨੇ ਸਾਰਾ ਕੁਝ ਆਪ। ਉਕਾਬ ਸਾਹਿਬ ਨੂੰ 7 ਫੋਨ ਮਾਫ ਨੇ, ਮੈਂ ਦੱਸਿਆ ਜਿੱਡੀ ਵੱਡੀ ਸਟੇਟਮੈਂਟ ਦੇ ਕੇ ਆਏ ਨੇ ਨਾ, ਫੇਰ ਵੀ ਮਾਫ ਨੇ। ਹੁਣ ਦੁਬਾਰਾ ਵੀ ਜਾ ਕੇ ਉੱਤੇ ਸਾਡੇ ਖਿਲਾਫ ਸਟੇਟਮੈਂਟ ਦੇ ਦੇਣ ਫੇਰ ਵੀ ਮਾਫ ਨੇ। ਚਲੋ ਉਹ ਤੇ ਬਰਾੜ ਬੰਦ ਨਹੀਂ, ਉਹਨਾਂ ਦਾ ਮਿਸ਼ਨ ਇਹ ਹੁਣ ਅਲੀ ਅਕਬਰ ਨੂੰ ਲੱਭਣਾ ਕਿ ਕਿੱਦਾਂ ਲੱਭਣਾ ਹੈ ਕਾਬ ਸਾਹਿਬ ਨੂੰ ਨਾ। ਉਹ ਠੀਕ ਹੈ, ਇਹ ਜਾਣ ਕੇ ਆਪਣੇ ਬੇਲੀ ਮੇਰਾ ਖਫਾ ਅਲੀ ਅਕਬਰ ਮੇਰੇ ਖਿਆਲ ਨਾਲ ਸ਼ੂਗਰ ਦਾ ਮਰੀਜ਼ ਹੈ ਜਾਂ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ। ਇਹ ਨਹੀਂ ਇਹੀ ਸਟੇਟਮੈਂਟ ਜਿਹੜੀ ਦੂਜੇ ਪਾਸੇ ਤੁਹਾਨੂੰ ਕਿਉਂ ਨਹੀਂ ਦਿੱਤੀ ਜਾਂਦੀ? ਮੈਂ ਕਾਬ ਦੇ ਕੋਲ ਆ ਜਾਣਾ। ਨਹੀਂ ਉਹ ਜਿਹੜਾ ਲੋਟਾ ਵੱਡਾ ਸਰਕਾਰ ਲੋਟਾ ਮੁਖੰਨਸ ਹੈ, ਉਹਦੇ ਬਾਰੇ ਚ ਤੁਹਾਨੂੰ ਸਟੇਟਮੈਂਟ ਕਿਉਂ ਨਹੀਂ ਦਿੱਤੀ ਜਾਂਦੀ? ਵੱਡਾ ਅਹਿਮਦ ਸਾਹਿਬ ਕਾਬ ਮੇਰੇ ਕੋਲ ਕੀ ਵਜ੍ਹਾ ਹੈ? ਮਤਲਬ ਪਿੰਡ ਦਾ ਤਾਂ ਫਾਸਲਾ 1.5 ਘੰਟੇ ਦਾ ਕਾਬ ਹੈ। ਨਹੀਂ ਉਹ ਪਿੰਡ ਦਾ ਤਾਂ ਹੱਕ ਸਕਦੀ ਤੁਸੀਂ ਗੱਲ ਨਹੀਂ ਕਰਨੀ। ਵੱਡਾ ਕਿਵੇਂ ਨਾ 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 ਉਹ ਪਿੰਡ ਦਾ ਤਾਂ ਤੁਸੀਂ ਮਤਲਬ ਉਹਦੇ ਬਾਰੇ ਚ ਤੁਸੀਂ ਗੱਲ ਨਹੀਂ ਕਰਨੀ। ਹਾਂ ਵੱਡੇ ਦੀ ਗੱਲ ਕਰਨਾ, ਹੁਣ ਮੈਨੂੰ ਕੀ ਪਤਾ ਵੱਡਾ ਕਿਹੜਾ ਉਹਨਾਂ ਚ। ਨਹੀਂ ਵੱਡੇ ਦੀ ਨਹੀਂ ਮੈਂ ਗੱਲ ਕਰਨ ਡਿਆ, ਮੈਂ ਇਹ ਗੱਲ ਕਰਨ ਡਿਆ ਕਿ ਤੁਸੀਂ ਜਿਹੜੀ ਇਹ ਗੱਲ ਕਰ ਰਹੇ ਹੋ ਅਲੀ ਅਕਬਰ ਦੇ ਬਾਰੇ ਚ ਹੈ, ਤੇ ਤੁਸੀਂ ਇਹ ਲੋਟਾ ਮੁਖੰਨਸ ਜਿਹੜਾ ਤੁਹਾਡੇ ਪਿੰਡ ਦਾ ਹੈ, ਠੀਕ ਹੈ, ਉਹਦੇ ਬਾਰੇ ਤੁਸੀਂ ਡਰਦੇ ਹੋ ਫਿਰ ਪਿੰਡ ਦੇ ਹੋ ਤਾਂ? ਨਹੀਂ ਮੈਂ ਉਹਨਾਂ ਦਾ ਪਿੰਡ ਛੱਡ ਆਇਆ ਹੁਣ ਨਹੀਂ ਉੱਥੇ ਪਿੰਡ। ਅਹਿਮਦ ਜੱਟ ਸਾਹਿਬ ਮੈਂ ਕਿਸੇ ਕੋ ਨਹੀਂ ਡਰਦਾ ਇਸ ਗੱਲ ਦਾ। ਹਾਂ ਤੇ ਠੀਕ ਤੁਹਾਨੂੰ ਤੇ ਖਾਸ ਇੱਕ ਵਾਰ ਰੱਖੋ ਨਾ, ਵੇਖੋ ਇੱਕ ਵਾਰ ਰੱਖੋ ਫਿਰ ਮੈਂ ਇਸ ਮਾਰੇ ਆਣਾ ਕਿ ਅਲੀ ਅਕਬਰ ਦਾ ਕੀ ਕੰਮ ਹੈ ਕਿ ਯਾਰ ਗਾਲਾਂ ਕੱਢਣ ਦਾ ਕੀ ਮਕਸਦ ਹੈ? ਉਹਨੇ ਤੇ ਕੁਝ ਵੀ ਨਹੀਂ ਕੀਤਾ, ਉਹਨੇ ਕੋਈ ਜੋ ਕੋਈ ਕੀਤਾ ਮੈਨੂੰ ਕੁਝ ਵੀ ਨਹੀਂ ਕੀਤਾ। ਉਹ ਖੁਦਾ ਦਾ ਖੌਫ ਕਰੋ ਯਾਰ, ਕੋਈ ਤੁਸੀਂ ਆਡੀਓ ਸੁਣੀ ਹੈ? ਤੁਹਾਨੂੰ ਕਹਿੰਦੇ ਪਤਾ ਮੈਨੂੰ ਤੇ ਨਹੀਂ ਸੁਣਾਈ ਕਿਸੇ ਨੇ ਕੋਈ ਵੀ। ਹਾਂ ਤੇ ਫਿਰ ਤੁਸੀਂ ਸਟੇਟਮੈਂਟ ਕਿਉਂ ਦਿੱਤੀ ਮੈਨੂੰ ਦੱਸੋ? ਉਹ ਜਿਹੜੀ ਆਡੀਓ ਜਿਹੜੀ ਹੈ ਨਾ ਮੈਨੂੰ ਫਿਰ ਉੱਤੇ ਆਣਾ ਪੈ ਗਿਆ। ਆ ਤੀਜਾ ਬੰਦਾ ਵੇ ਰਾਣਾ ਸਾਹਿਬ ਨਾਲ ਸਾਡੇ ਵਾਲੇ ਇਮਾਨੀ ਕੁਰਾਨੀ ਰਾਣਾ ਸਾਹਿਬ ਤੁਹਾਨੂੰ ਮੈਨੂੰ ਫਿਰ ਉੱਤੇ ਆਣਾ ਪੈ ਗਿਆ। ਉਕਾਬ ਸੁਣਾਓ ਜੀ। ਦੋ ਪਾਰਟੀਆਂ ਦੀ ਸੁਲਹ ਕਰਾਤੀ ਸੀ, ਆਪਣੀ ਆਪਣੀ ਜਗ੍ਹਾ ਤੇ ਉਹ ਕਾਇਮ ਸੀਗੇ ਖਾਮੋਸ਼ੀ ਨਾਲ ਨਾ। ਠੀਕ ਹੈ। ਇਸ ਸ਼ੈਤਾਨ ਨੇ ਕਿਹਾ ਕਿ ਇਹ ਕਿਵੇਂ ਖਾਮੋਸ਼ੀ ਹੋ ਗਈ ਬਈ? ਅੱਛਾ ਇਹ ਚੜਿਆ ਐਸ ਬਰਾੜ ਤੇ, ਇਹਦਾ ਕੰਮ ਹੀ ਨਹੀਂ ਸੀ ਆਣਾ ਨਾ ਇੱਥੇ। ਇਹ ਉੱਤੇ ਆ ਕੇ ਕਹਿੰਦਾ ਕੱਢ ਮਹਾਤੁਲ ਮੋਮਿਨ ਨੂੰ ਗਾਲਾਂ। ਅਲੀ ਅਕਬਰ ਨੇ ਕਿਹਾ ਤੂੰ ਕਾਰ ਨਾ ਪਲੇ ਕਰ ਮਜ਼ਬੀ, ਤੂੰ ਬੰਦੇ ਦਾ ਪੁੱਤਰ ਬਣ ਤੇ ਚੱਲ ਦੌੜ। ਲੇਕਿਨ ਇਹਨੇ ਉਹਨੂੰ ਪ੍ਰਵੋਕ ਕੀਤਾ, ਯਾਨੀ ਕਿ ਉਹਨੂੰ ਨਾ ਵਰਗਲਾਇਆ, ਪੰਪ ਕਰਾਇਆ, ਗਾਲਾਂ ਕੱਢ ਗਾਲਾਂ। ਉਹ ਬੜੀ ਦੇਰ ਨੂੰ ਕਹਿ ਰਿਹਾ। ਫਿਰ ਉਹਨੇ ਜਿਹੜੀ ਗਾਲ ਕੱਢੀ ਹੈ ਨਾ, ਉਹਨੇ ਕਿਹਾ ਮਾਰਿਆ ਕੁੱਤਬੀਆ ਦੀ ਭੈਣ ਨੂੰ ਲਾਣਾ।
ਉਹ ਭੈਣ ਆ ਉਹਦੀ ਸੈਣ ਹੈ, ਇੱਥੇ ਕਿਹੜੀ ਸ਼ਾਦਮੀਅਤ ਪਹਿਲਾਂ ਮੈਨੂੰ ਕੋਈ ਇਹ ਦੱਸੇ। ਰਿਪੀਟ ਨਾ ਕਰੋ ਪਲੀਜ਼, ਆਜ਼ਾਦ ਭਾਈ ਨਾ ਰਿਪੀਟ ਕਰੋ। ਨਹੀਂ ਭੈਣ ਨੂੰ ਗਾਲ ਕੱਢੀ ਹੈ ਯਾਰ, ਉਮੁਲ ਮੋਮਿਨ ਤਾਂ ਕੱਢੀ ਨਹੀਂ ਆ, ਉਹਦੀ ਭੈਣ ਨੂੰ ਕੱਢੀ ਆ। ਰਿਪੀਟ ਨਾ ਕਰੋ। ਉਹ ਕਿਹੜੀ ਸ਼ਾਦਮੀਅਤ ਹੈ ਬਈ? ਉਹਦੀ ਭੈਣ ਸੈਣ ਜਿਹੜੀ ਸੀ ਉਹ ਮੁਕਰਬ ਠਹਿਰ ਗਈ ਉਹਨੇ ਨਾਲ ਹੀ। ਨਾਲੇ ਇਹ ਯਾਰ ਤਾਂ ਕੋਈ ਗੱਲ ਦੱਸੇ। ਕਰੋ। ਅੱਛਾ ਉਹਨੇ ਪੰਪ ਕਰਾਇਆ ਤੇ ਉਹਨੇ ਗਾਲ ਕੱਢ ਦਿੱਤੀ, ਇਹੀ ਗੱਲ ਹੈ ਨਾ। ਉਹਨੇ ਕਿਹਾ ਲੈ ਫੜ, ਜੇ ਤੈਨੂੰ ਇਹੀ ਲੋੜ ਸੀ ਨਾ। ਦੇਖੋ ਜੀ, ਮੈਂ ਆ ਨਾ ਕਿ ਉਹਨੇ ਨਹੀਂ, ਜਿਹੜਾ ਨਹੀਂ। ਪੰਪ ਕਰਾਇਆ ਨਾ, ਮੇਰੀ ਗੱਲ ਸੁਣੋ, ਉਹਨੇ ਸ਼ੈਤਾਨੀ ਕੀਤੀ ਹੈ ਕਿ ਅਮਨ ਮੈਂ ਕਿਵੇਂ ਹੋ ਇਹੀ ਗਿਆ। ਗੱਲ ਕਰਨ ਡਿਆ ਨਾ ਕਿ ਔਰ ਜਿਹੜੀ ਉਹਨੇ ਸ਼ੈਤਾਨੀ ਜਿਹੜੀ ਕੀਤੀ ਹੈ। ਅਮਨ ਕਮੇਟੀ ਹੈ ਨਾ, ਉਹ ਅਮਨ ਕਮੇਟੀ ਨਹੀਂ ਹੈਗੀ, ਉਹ ਭੈਣ ਚੋਦ ਗਦਰ ਕਮੇਟੀ ਹੈ, ਗਦਰ ਪਾਉਣ ਵਾਲੀ ਕਮੇਟੀ ਉਹ ਉਹਦਾ ਨਾ। ਮੈਨੂੰ ਨਹੀਂ ਪਤਾ ਕੋਈ ਵੀ ਕਿਹੜੀ ਕਮੇਟੀ ਹੈ, ਮੈਨੂੰ ਨਹੀਂ ਮੈਂ ਪਤਾ। ਰਿਹਾ ਉਹਦੇ 'ਚ ਵੀ, ਨਹੀਂ ਮੈਂ ਨਹੀਂ ਔਰ ਉਹਦੇ ਚ ਉੱਥੇ ਮੈਨੂੰ ਇੱਕ ਦਿਨ ਇਹਨੇ ਪਾਇਆ ਸੀ, ਹੂੰ। ਤੇ ਹੋਇਆ ਕੀ ਹੈ, ਅਲੀ ਅਕਬਰ ਦੇ ਖਿਲਾਫ ਇਹ ਹੋ ਗਿਆ, ਇਹਨੂੰ ਇਹ ਕਰ ਦੋ, ਇਹਦੇ ਨਾਲ ਬਾਈਕਾਟ ਕਰ ਦੋ, ਇਹਦੀ ਫਲਾਨੀ ਬਰਾੜ ਤੇ ਨਾ ਜਾਓ। ਮੈਂ ਗੱਲ ਸੁਣੋ ਮੇਰੀ, ਉਹ ਵੀ ਆਪਣਾ ਭਰਾ ਹੈ, ਉਹਨੂੰ ਮੈਂ ਸਮਝਾਣਾ ਹੈ। ਉਹ ਤੁਸੀਂ ਰਾਣਾ ਸਾਹਿਬ ਵਿੱਚ ਕਿੱਥੇ ਬੋਲਣ ਲੱਗ ਪਏ? ਮੈਂ ਕਿਹਾ ਕੀ ਤੂੰ ਮੈਨੂੰ ਆਪਣਾ ਏਜੰਡਾ ਸੁਣਾਉਣ ਲਈ ਬੁਲਾਇਆ ਇੱਥੇ? ਲੇਕਿਨ ਉਹ ਰਾਣਾ ਸਾਹਿਬ ਨਿਸ਼ਾਨੀ ਨੂੰ ਕਰਨ ਡਿਆ। ਸਮਝਾਓ ਵੀ ਤੇ ਤਾਂ ਮੈਂ ਨਾ ਕਿ ਉਹ ਹਰ ਰੋਜ਼ ਕੋਈ ਨਾ ਕੋਈ ਕੱਟਾ ਖੋਲ ਦਿੰਦਾ ਤੇ ਫਾਇਦਾ ਕੀ ਹੋਇਆ? ਯਾਰ ਮੈਂ ਉਹਨੂੰ ਸਮਝਾ ਕੇ ਚੁੱਪ ਕਰਾ ਕੇ ਤੇ ਉਹਨੂੰ ਬਿਠਾਇਆ ਆ, ਇਹਨੇ ਆ ਕੇ ਇਹ ਗੰਦ ਪਾਇਆ 1122 ਨੇ। ਮੈਂ ਕਹਿੰਦਾ ਸ਼ੈਤਾਨ ਵੀ ਤਾਂ ਪਨਾਹ ਮੰਗਦਾ ਹੋਣਾ ਕਿ ਐਸਾ ਗਲੀ ਦਾ ਨਹੀਂ ਤੇ ਫਿਰ ਉਹਦੀ ਸ਼ੈਤਾਨੀ ਦੇ ਵਿੱਚ ਅਲੀ ਅਕਬਰ ਆਉਂਦਾ ਤੇ ਉਹ ਕਿਉਂ ਆ ਗਿਆ? ਉਹਨੂੰ ਨਹੀਂ ਉਹ ਪਤਾ ਆ ਕੋਈ ਗਿਆ ਨਾ, ਕੁਝ ਸ਼ੈਤਾਨ ਹੈ। ਉਹ ਆ ਗਿਆ ਨਾ ਸ਼ੈਤਾਨੀ ਜੇ। ਅਲੀ ਅਕਬਰ ਵੀ ਤੇ ਗ੍ਰਸਵ ਆ ਨਾ। ਉਹ ਮੈਂ ਦੱਸਣਾ ਵਾ ਕਿਦਾਂ ਆਇਆ ਅਲੀ ਅਕਬਰ। ਜਿੱਦਾਂ ਕਾਬ ਸਾਹਿਬ ਤੁਸੀਂ ਨਹੀਂ ਥੋੜੀ ਦੇਰ ਪਹਿਲਾਂ ਬਿਆਨ ਦੇ ਕੇ ਆਏ, ਇਸੇ ਤਰ੍ਹਾਂ ਹੀ ਅਲੀ ਅਕਬਰ ਆਇਆ। ਮੈਂ ਉਹਦੀ ਸ਼ੈਤਾਨੀ ਦੇ ਵਿੱਚ ਆਇਆ। ਆਹੋ ਤੇਰੇ ਕੋਲ ਬਿਆਨ ਲੈ ਲਿਆ ਨਾ। ਨਹੀਂ, ਇੱਕ ਬੰਦੇ ਨੂੰ ਤੁਸੀਂ ਗਲਤ ਕਹਿ ਹੋ, ਦੂਜੇ ਬੰਦੇ ਨੂੰ ਤੁਸੀਂ ਦੇਖੋ ਨਾ ਕਹਿ ਮੇਰੀ ਗੱਲ ਸੁਣੋ, ਹੁਣ ਮੈਂ ਵਾ ਨਾ ਬੈਠਾ ਵਾ ਨਾ ਇੱਥੇ, ਤੇ ਮੈਨੂੰ ਇੱਥੋਂ ਵੱਡੇ ਤੋਂ ਵੱਡਾ ਸ਼ੈਤਾਨ ਵੀ ਲੈ ਆਵੋ ਤੇ ਉਹਨੂੰ ਲਿਆਓ ਤੇ ਉਹਨੂੰ ਕਹੋਗੇ ਇਹ ਸੁਹਾਬਾ ਦੇ ਖਿਲਾਫ ਜਾਂ ਕਿਸੇ ਵੀ ਪਾਕ ਔਰਤ ਦੇ ਖਿਲਾਫ ਜਾਂ ਕਿਸੇ ਬੰਦੇ ਦੇ ਖਿਲਾਫ। ਠੀਕ ਹੈ। ਅੱਛਾ ਜੀ, ਅਲੀ ਅਕਬਰ ਨੇ, ਮੈਂ ਦੱਸਣਾ, ਅਗਰ ਇਹਨਾਂ ਦੇ ਗਰੁੱਪ ਨੇ, ਸੁਣ ਲਓ ਨਾ ਹੁਣ, ਮਤਲਬ ਇਹ ਕਿ ਜਿਹੜੇ ਉਹ ਵੈਨ ਉੱਥੇ ਪਾਣ ਡਿਆ ਮੁਖੰਨਸ ਤੇ ਉਹ ਲੋਟਾ, ਮੈਨੂੰ ਇਹ ਦੱਸੋ ਕਿ ਜਦੋਂ ਰਸੂਲullah ਨੂੰ ਨੰਗੀਆਂ ਗਾਲਾਂ ਕੱਢੀਆਂ ਗਈਆਂ ਸਨ, ਠੀਕ ਹੈ, ਮੁਬਸ਼ਰ ਰਜ਼ਾ ਨੇ ਕੱਢੀਆਂ ਸਨ, ਉਦੋਂ ਇਸ ਮੁਖੰਨਸ ਨੇ ਵੈਨ ਕਿਉਂ ਨਹੀਂ ਪਾਏ? ਉਹ ਗੱਲ ਠੀਕ ਹੈ, ਮੈਂ ਤੇ ਪਹਿਲਾਂ ਨਹੀਂ ਕਿਉਂ ਠੀਕ ਹੈ, ਇੱਥੇ ਜਵਾਬ ਦਿਓ ਨਾ। ਮੈਂ ਬਿਆਨ ਦਿੱਤਾ ਸੀ, ਉਹ ਨਹੀਂ ਜੇ ਮੇਰਾ ਸੁਣਿਆ ਕੋਈ ਵੀ। ਨਹੀਂ ਅਸੀਂ ਨਹੀਂ ਸੁਣਿਆ, ਅਸੀਂ ਤੁਸੀਂ ਉੱਥੇ ਜਿਹੜਾ ਬਿਆਨ ਦੇ ਕੇ ਫਿਰ ਅਸੀਂ ਕਹਿੰਦੇ ਤੁਸੀਂ ਨਾ ਆਓ ਵਿੱਚ। ਜਿਹੜਾ ਅਸਲ ਮੇਰਾ ਸਬਕ ਸੀ ਨਾ, ਜਿਹੜਾ ਨਹੀਂ ਅਸਲ ਜਿਹੜਾ ਸਬਕ ਸੀ ਕਿ ਤੁਸੀਂ ਅਲੀ ਅਕਬਰ ਦੇ ਉੱਤੇ ਤੁਸੀਂ ਗੱਲ ਕੀਤੀ ਹੈ, ਦੂਜੇ ਮੁਖੰਨਸ ਦੇ ਉੱਤੇ ਤੁਸੀਂ ਗੱਲ ਨਹੀਂ ਕੀਤੀ। ਅਲੀ ਅਕਬਰ ਨੂੰ ਮੈਂ ਤਾਂ ਹਿੱਟ ਕਰਨਾ ਵਾ ਕਿ ਅਲੀ ਅਕਬਰ ਦਾ ਕੁਝ ਦਿਮਾਗ ਖਰਾਬ। ਯਾਰ ਦਿਮਾਗ ਖਰਾਬ ਜਿਹੜਾ ਰਸੂਲullah ਨੂੰ ਨੰਗੀ ਗੱਲ ਕਰਨ ਦਾ ਦਿਮਾਗ ਸਹੀ ਹੁੰਦਾ ਹੈ। ਉਹਦੇ ਉੱਤੇ ਲੈਣ ਕੀ ਹੁੰਦਾ ਉਹਦਾ ਦਿਮਾਗ ਖਰਾਬ? ਉਹ ਭਾਈਜਾਨ ਹੈ ਜਿਹੜਾ ਰਸੂਲullah ਨੂੰ ਜਿਹੜਾ ਵੇ ਉਹ ਨੰਗੀਆਂ ਗਾਲਾਂ ਕੱਢੇ, ਉਹ ਕੀ ਉਹਦਾ ਦਿਮਾਗ ਠੀਕ ਹੁੰਦਾ? ਉਹਦਾ ਵੀ ਖਰਾਬ ਹੈ। ਹਾਂ ਤਾਂ ਫੇਰ ਉਹਦੇ ਉੱਤੇ ਵੈਨ ਕਿਉਂ ਨਹੀਂ ਪੈਂਦੇ? ਮੈਂ ਨਾ ਉਹਦਾ ਵੀ ਖਰਾਬ ਹੈ, ਉਹਦੇ ਉੱਤੇ ਵੈਨ, ਮੇਰਾ ਸਵਾਲ ਇਹ ਵੇ ਕਾਬ ਸਾਹਿਬ, ਉਹਦੇ ਉੱਤੇ ਵੈਨ ਕਿਉਂ ਨਹੀਂ ਪੈਂਦੇ? ਮੈਂ ਨਾ ਸਣੇ ਮੇਰੇ ਅਹਿਮਦ ਸਾਹਿਬ, ਅਗਰ ਕੋਈ ਬੰਦਾ ਗਾਲਾਂ ਕੱਢਦਾ ਸੋਸ਼ਲ ਮੀਡੀਆ ਦੇ ਉੱਤੇ, ਕਿਸੇ ਬੰਦੇ ਨੂੰ ਵੀ ਗਾਲਾਂ ਕੱਢਦਾ ਜਾਂ ਕਿਸੇ ਮੌਲਵੀ ਨੂੰ ਗਾਲਾਂ ਕੱਢਦਾ ਜਾਂ ਕਿਸੇ ਅੰਬੀਆ ਕਰਾਮ ਨੂੰ ਗਾਲਾਂ ਕੱਢਦਾ, ਵਲੀਉੱਲਾ ਨੂੰ ਗਾਲਾਂ ਕੱਢਦਾ, ਕਿਸੇ ਬੰਦੇ ਨੂੰ ਵੀ ਗਾਲ ਕੱਢਦਾ, ਉਹਦਾ ਦਿਮਾਗ ਖਰਾਬ ਹੈ। ਮੇਰਾ ਇਹ ਸਟੇਟਮੈਂਟ ਸਹੀ ਫਰਕ ਹੈ। ਮੈਂ ਤੇ ਸਿੱਧਾ ਸਟੇਟ ਫਾਰਵਰਡ ਦਾ ਮਤਲਬ ਜ਼ਾਰੀ ਗੱਲ ਹੈ, ਬੰਦੇ ਨੂੰ ਮਜਬੂਰੀਆਂ 100 ਮਜਬੂਰੀਆਂ ਹੁੰਦੀਆਂ ਨੇ, ਬੰਦੇ ਨੂੰ ਕੋਈ ਖੌਫ ਹੁੰਦਾ ਹੈ, ਡਰ ਹੁੰਦਾ ਹੈ, ਤੇ ਅਸੀਂ ਨਾ ਤੁਹਾਡੇ ਕੋਲ ਕੋਈ ਬਿਆਨ ਲੈਣਾ ਚਾਹੁੰਦੇ ਆ, ਨਾ ਤੁਸੀਂ ਸਾਨੂੰ ਦਵੋ। ਤੁਹਾਨੂੰ ਫਿਰ ਵੀ ਦੁਬਾਰਾ ਵੀ ਤੁਸੀਂ ਉਸ ਬਾੜ ਤੇ ਜਾ ਕੇ ਜਿੰਦਾ ਤੁਹਾਡਾ ਦਿਲ ਕਰੇ, ਤੁਹਾਨੂੰ 7 ਫੋਨ ਮਾਫ। ਉਹਨਾਂ ਨੂੰ ਵੀ ਮੈਂ ਮਨਾ ਕਰਨਾ ਕਿ ਤੁਸੀਂ ਇਸ ਕੰਮ ਨੂੰ ਛੱਡੋ, ਤੁਹਾਨੂੰ ਵੀ ਮੈਂ ਮਨਾ ਕਰਨਾ ਵਾ ਕਿ ਤੁਸੀਂ ਵੀ ਕੰਮ ਨੂੰ ਛੱਡੋ। ਤੇ ਈਦੋਂ ਬਾਅਦ 10ਵੇਂ ਦਿਨ, ਠੀਕ, ਈਦੋਂ ਬਾਅਦ 10ਵੇਂ ਦਿਨ ਤੁਹਾਡਾ ਖਾੜਾ ਰੱਖਾਂਗਾ ਮੈਂ ਮੈਦਾਨ। ਇੱਧਰ ਤੁਸੀਂ ਮੈਦਾਨ ਸਜਾਣਾ, ਉਧਰ ਉਹਨਾਂ ਮੈਦਾਨ ਸਜਾਣਾ। ਤੁਹਾਡਾ ਦੋਨਾਂ ਦਾ ਮੈਚ ਹੋਏਗਾ, ਪੀਕੇ ਮੈਚ 'ਚ ਤੁਸੀਂ ਗਾਲਾਂ ਕੱਢਣੀਆਂ ਨੇ ਦੋਵਾਂ ਬੰਦਿਆਂ ਨੇ। ਮੈਂ ਵੇਖਣਾ ਇਹ ਵੇ ਕਿ ਜਿਹੜਾ ਬੰਦਾ ਬਹੁਤੀਆਂ ਗਾਲਾਂ ਕੱਢਦਾ ਕਿਹੜਾ, ਤੇ ਕਿਹੜੇ ਬੰਦੇ ਨੂੰ ਗਿਫਟਿੰਗ ਜ਼ਿਆਦਾ ਹੁੰਦੀ ਹੈ। ਜਿਹੜਾ ਬੰਦਾ ਤੁਹਾਡੇ ਜਿੱਤ ਗਿਆ, ਮੈਂ ਸਮਝਾਂਗਾ ਕਿ ਉਹ ਬੰਦਾ ਜਿਹੜਾ ਨਾ ਵਿਨਰ ਹੈ, ਉਹ ਹੀ ਬੰਦਾ ਹੀਰੋ ਵੇ, ਉਹ ਹੀ ਬੰਦਾ ਟਿਕਟੋਕ ਦਾ ਬਾਦਸ਼ਾਹ, ਠੀਕ ਹੈ। ਵਰਨਾ ਜੇ ਤੁਸੀਂ ਆਖੋਗੇ ਹੋਰ ਕਿਸੇ ਤਰੀਕੇ ਦੇ ਨਾਲ, ਹੋਰ ਭਾਈ ਮੇਰੇ ਕੋਲ ਕੋਈ ਤਰੀਕਾ ਨਹੀਂ, ਫੈਸਲਾ ਟਿਕਟੋਕ ਹੀ ਕਰੇਗੀ, ਮਿਜ਼ਾਨ ਸਾਡੇ ਵਿੱਚ ਟਿਕਟੋਕ ਹੈ। ਰਕਾਬ ਸਾਹਿਬ ਉੱਥੇ ਉਹ ਮੁਖੰਨਸ ਤੇ ਲੋਟੇ ਜਿਹੜੇ ਨੇ ਚੀਕਾਂ ਮਾਰਦੇ ਨੇ ਕਿ ਮੈਂ ਗਾਲਾਂ ਕੱਢੀਆਂ ਨੇ ਉਹਨਾਂ ਦੇ ਮਾਵਾਂ ਭੈਣਾਂ। ਰੱਖੋ ਨਾ ਪੀਕੇ ਮੈਚ, ਉਹ ਚੀਕਾਂ ਜਿਹੜੀਆਂ ਮਾਰਨ ਦੇ ਉੱਥੇ ਲੋਕਾਂ ਨੂੰ ਸੁਣਾਓ ਕਿ ਮੈਂ ਕੱਢੀਆਂ ਨੇ। ਖਾਲੀ ਚੀਕਾਂ ਨਾਲ ਨਹੀਂ ਅਸਰ ਪੈਂਦਾ, ਲੋਕਾਂ ਨੂੰ ਨਾਲ ਸੁਣਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਤੁਹਾਨੂੰ ਮਨਜ਼ੂਰ ਹੈ ਪੀਕੇ ਮੈਚ 10ਵੇਂ ਦਾ? ਇਹਦੀ ਡਿਵਾਈਸ ਜਿਹੜੀ ਹੈ ਨਾ ਭਾਈ ਅਹਿਮਦ, ਇਹ ਗੱਲ ਮੇਰੇ ਦਿਲ ਨੂੰ ਪਤਾ ਨਹੀਂ ਕਿਉਂ ਲੱਗੀ ਹੈ ਕਾਬ ਦੀ, ਰਾਤੀ ਨਾਲ ਲਈ ਹੈ ਪੀਕੇ ਮੈਚ।
ਪਤਾ ਨਹੀਂ ਕਿਉਂ ਲੱਗੀ ਏ ਪਰ ਗੱਲ ਨੇ ਸਹੀ ਕੀਤੀ ਏ। ਨਹੀਂ ਇਹਨਾਂ ਨੂੰ ਲੈ ਆਓ, ਗੱਲ ਸੁਣੋ ਮੇਰੀ, ਇੱਕ ਗਰੁੱਪ ਦੇ ਵਿੱਚ ਲੈ ਆਓ। ਮੈਂ ਕੀ ਕਹਿ ਰਿਹਾ, ਮੈਂ ਕਹਿੰਦਾ ਪੀਕੇ ਨੂੰ ਛੱਡੋ, ਤੁਸੀਂ ਪੀਕੇ ਮੈਚ ਲਾਓ। ਮੈਂ ਕਹਿੰਦਾ ਗਰੁੱਪ ਦੇ ਵਿੱਚ ਲੈ ਆਓ। ਮੇਰੀ ਗੱਲ ਸੁਣੋ, ਪੀਕੇ ਮੈਚ ਲਾਓ, ਠੀਕ ਏ, ਤਰੀਕ ਰੱਖੋ, ਭਾਈ ਹੋਏਗਾ ਨਾ ਟਾਈਮ ਰੱਖੋ, ਠੀਕ ਏ। ਜਮਾਤ ਅਹਿਮਦੀਆ ਦੇ 2 ਬੰਦੇ ਅਹਿਮਦ ਜੱਟ ਤੇ 1122 ਉਹਨਾਂ ਦਾ ਗਾਲਾਂ ਦਾ ਮੈਚ ਈਦੋਂ 10ਵੇਂ ਦਿਨ, ਠੀਕ ਏ। ਤੇ ਮੈਂ ਗਾਰੰਟੀ ਲੈਣਾ ਵਾ, ਰੱਖ ਲੈ ਭੈਣ ਚ ਇੱਕ ਨਾ ਮੈਂ ਕੱਲਾ ਬਾਂਗਾ ਤੇਰੇ ਵੱਲੋਂ ਕੋਈ ਇਹਨਾਂ ਦੀ ਚੋਈ ਸਾਹਿਬ ਰਮਜ਼ਾਨ ਦਾ ਮਹੀਨਾ ਵਾ, ਗਾਲ ਨਹੀਂ ਕਿਸੇ ਨੇ ਵੀ ਕੱਢਣੀ। ਤੁਹਾਨੂੰ ਪਤਾ ਇਹ ਬਹੁਤ ਮਜ਼ਹਬੀ ਬਰਾੜ ਹੁੰਦੀ ਹੈ ਤੇ ਗਾਲਮ ਗਲੋਚ ਨਹੀਂ ਹੁੰਦਾ। ਨਹੀਂ ਇਹ ਤੇ ਨਹੀਂ ਹੋਣਾ, ਉਹਨਾਂ ਦਾ ਪੀਕੇ ਮੈਚ ਲਾਈਵ ਹੋਣਾਗੇ। ਨਹੀਂ ਭਾਈਜਾਨ, ਇਹ ਇਲਮੀ ਬਰਾੜ ਹੈ, ਅਸੀਂ ਬਿਲਕੁਲ ਜਿਹੜਾ ਨਾ ਅਸੀਂ ਗਾਲ ਦੇ ਬਿਲਕੁਲ ਖਿਲਾਫ। ਇਲਮੀ ਬਰਾੜ ਇਲਮ ਕਿਹੜਾ ਇਲਮ ਸਿੱਖਦੇ ਹੋ ਪਹਿਲੇ? ਅੱਛਾ ਕਾਬ ਸਾਹਿਬ, ਅਗਰ ਖੁਤਬਾ ਅਕਾਬੀਆਤ ਖਤਮ ਹੋ ਗਿਆ ਤੇ ਫਿਰ ਦੱਸ ਦਿਓ ਕਿਸੇ ਹੋਰ ਨੂੰ ਮੌਕਾ ਦੇ ਦਈਏ। ਹੁਣ ਇਹ ਦੱਸੋ, ਗਾਲਾਂ ਕੱਢਣੀਆਂ ਜੇ, ਮੁੜਨਾ ਜੇ ਕਿ ਨਹੀਂ ਜੇ ਮੁੜਨਾ, ਪਹਿਲਾਂ ਇਹ ਦੱਸੋ। ਇੱਕ ਇਲਮ ਹੁੰਦਾ, ਇੱਕ ਮੂੰਹ ਕਾਲਾ ਕਰਾਉਣ ਵਾਲਾ ਇਲਮ ਹੁੰਦਾ। ਆਹ ਯਾਰ ਤੁਸੀਂ ਕੀ ਕਰਦੇ? ਬਾਹਰ ਆ ਜਾਓ, ਬਾਹਰ ਆ ਜਾਓ, ਗਲਤ ਆ ਗਏ ਤੁਸੀਂ। ਮੈਂ ਜਦੋਂ ਵੇਨਾ ਤੁਹਾਨੂੰ ਕੋਈ ਨਾ ਕੋਈ ਕੱਟਾ ਹੀ ਖੋਲ ਕੇ ਬੈਠੇ ਹੁੰਦੇ ਹੋ, ਜਦੋਂ ਵੇਨਾ ਕੱਟਾ ਹੀ ਖੋਲ ਕੇ ਬੈਠੇ ਹੁੰਦੇ ਫਾਰ ਯੂ ਦੇ ਉੱਤੇ। ਹਾਲਾਂਕਿ ਇਹ ਕੰਮ, ਇਹ ਸਾਰਾ ਬਾਬਾ ਜੀ ਜਿਹੜਾ ਕ੍ਰੈਡਿਟ ਹੈ ਨਾ, ਇਹ ਕਟਿਆਂ ਦੇ ਵਿੱਚ ਸਾਰਾ ਲੋਟਾ ਗਰੁੱਪ ਦਾ, ਮੁਖੰਨਸ ਗਰੁੱਪ ਦਾ ਬਸ। ਅੱਛਾ ਜੀ, ਇਹ ਕੰਮ ਹੈਗਾ ਵਰਿਆਮ ਦਾ, ਕੱਟੇ ਛੱਟੇ ਬੰਨਣੇ, ਖੋਲਣੇ, ਸਾਰਾ ਕੁਝ ਕਰਨਾ ਇਹ ਕਰਨ ਦੇ। ਭਾਰਤ ਅਹਿਮਦ ਜੱਟ ਤੂੰ ਯਾਰ ਆਪਣਾ ਵੀਰ ਹੈ, ਮਿੱਟੀ ਪਾ ਯਾਰ। ਮਿੱਟੀ ਹੈ ਬਾਬਾ ਜੀ, ਸਾਡੇ ਵੱਲੋਂ ਮਿੱਟੀ ਛੱਡਿਆ, ਮਿੱਟੀ ਤੋਂ ਵੀ ਕੋਈ ਘੱਟ ਸ਼ਾਇ ਜੇ ਤੇ ਉਹ ਵੀ ਹੈ ਵੇ, ਠੀਕ ਹੈ, ਸਾਡੇ ਵੱਲੋਂ ਕੋਈ ਮਸਲਾ ਨਹੀਂ ਯਾਰ। ਮੈਂ ਤਾਂ ਸੌਣ ਲੱਗਾ, ਮੈਂ ਸਵੇਰ ਉੱਠਣਾ। ਹਾਂ ਚਲੋ, ਬੜੀ ਮਿਹਰਬਾਨੀ ਸਰ, ਤੁਸੀਂ ਤਸ਼ਰੀਫ ਲਿਆਏ ਹੋ। ਸਾਡੇ ਵੱਲੋਂ ਆਜ਼ਾਦੀ ਹੈ ਹਰ ਉਸ ਅਹਿਮਦੀ ਨੂੰ, ਜਿਹੜੀ ਗੱਲ ਸਾਡੇ ਉਹਨਾਂ ਨੂੰ ਨਹੀਂ ਅੱਛੀ ਲੱਗਦੀ, ਅਸੀਂ ਉਹਨਾਂ ਨੂੰ ਇਹ ਨਹੀਂ ਕਹਿਣਾ ਕਿ ਤੁਸੀਂ ਕਿਉਂ ਕਹਿ ਰਹੇ। ਜਾ ਕੇ ਭਾਜੀ ਉੱਥੇ ਕਹੋ, ਬਿਆਨ ਲੈ ਲਓ ਯਾਰ, ਚੁੱਪ ਕਰਕੇ ਬੈਠੇ ਦਫਾ ਮਾਰੋ ਪਰਾਂ, ਮਿੱਟੀ ਪਾਓ। ਕਿੰਨਾ ਦਾ ਭਾਈ ਵੱਡੇ ਬੰਦੇ ਤੁਹਾਡੇ ਵਿੱਚੋਂ, ਉਹਨਾਂ ਦਾ ਬਿਆਨ ਲੈ ਲਓ। ਤਾਹਿਰ ਸਾਹਿਬ ਦਾ? ਹਾਂਜੀ, ਤਾਹਿਰ ਸਾਹਿਬ ਜਿੰਨੇ ਸ਼ਰੀਫ ਹੋਏ ਪਏ ਨੇ ਨਾ, ਮੈਨੂੰ ਡਾਰੇ ਕਸਮੇ ਅੱਲਾ ਦੀ ਸਹੀ ਕਸਮ ਚੁੱਕ ਕੇ ਕਹਿਣਾ ਕਿ ਤਾਹਿਰ ਸਾਹਿਬ ਨੂੰ ਮਜਬੂਰ ਕਰ ਰਹੇ ਨੇ, ਹੋਰ ਗੱਲ ਕੋਈ ਨਹੀਂ। ਗੱਲ ਦੱਸੀ ਉਹ WhatsApp ਦਾ ਕਰ ਦੋ, ਯਾਰੀ ਲਾਈ ਹੈ ਤਾਹਿਰ ਸਾਹਿਬ ਨਾਲ, ਕਿਤੇ ਪਰਚਾ ਨਾ ਲੀਕ ਹੋ ਜਾਏ ਮੇਰਾ, ਇਸ ਵਾਸਤੇ ਯਾਰੀ ਲਾਈ ਉਹਨੇ। ਇਹ ਨਵਾਂ ਕੱਟਾ ਨਾ ਖੋਲੋ, ਨਾ ਖੋਲੋ। ਸੈਂਡ ਕਰਿਓ ਹਾਂ, ਮੈਂ ਤੇ ਵੇਖਾਂ ਕਿਹੋ ਜਿਹਾ ਬੰਦਾ ਵੇ। ਇਹ ਅਕਬਰ ਦਾ ਬਚਪਨ ਦਾ ਯਾਰ ਹੀ ਉਹਦੇ ਕੋਲ ਸੈਂਡ ਕਰਾ ਦਾ। ਜੀ ਮੈਨੂੰ ਸਮਝ ਨਹੀਂ ਆਈ, ਹਫਤਾ ਹੋ ਗਿਆ ਮੈਂ। ਤਾਹਿਰ ਸਾਹਿਬ ਤੁਹਾਡੇ ਤੱਕ ਤਸਵੀਰ ਕਿਵੇਂ ਗਈ ਹੈ, ਮੈਨੂੰ ਇਹ ਨਹੀਂ ਸਮਝ ਆਈ। ਉਹ ਕੋਈ ਤਸਵੀਰ ਨਹੀਂ, ਅਹਿਮਦ ਜੱਟ ਸਾਹਿਬ ਐਵੇਂ ਹੀ ਲੱਗੇ ਨੇ ਭੱਟੀ। ਕੀ ਗੋਲੀ ਪਿੱਲਾ ਖੇਲਦੇ ਰਹੇ ਬਚਪਨ 'ਚ? ਨਹੀਂ, ਮੈਂ ਸੁਣਿਆ ਕੋਈ ਵਕੀਲ ਸ਼ਾਮੀ ਦੇ ਥਰੂ ਤੁਹਾਡੇ ਕੋਲ ਤਸਵੀਰ ਗਈ ਏ। ਇਹ ਵੀ ਗੱਲ ਮੈਂ ਅਹਿਮਦ ਜੱਟ ਸਾਹਿਬ, ਮੈਂ ਵੀ ਗੱਲ ਤੁਸੀਂ ਤਰਦੀਦ ਕਰ ਦਿਓ ਕਿ ਤੁਹਾਡੇ ਕੋਲ ਤਸਵੀਰ ਨਹੀਂ ਹੈ। ਉਹਨਾਂ ਨੂੰ ਮੈਂ ਜਾਣਦਾ ਹੀ ਨਹੀਂ ਤੇ। ਨਹੀਂ, ਅੱਛਾ, ਇਹ ਤਰਦੀਦ ਕਰ ਦਿਓ ਕਿ ਤੁਹਾਡੇ ਕੋਲ ਤਸਵੀਰ ਨਹੀਂ ਹੈ। ਨਹੀਂ, ਮੇਰੇ ਕੋਲ ਨਹੀਂ ਆ। ਬਸ ਠੀਕ ਹੈ, ਗੱਲ ਖਤਮ। ਹੁਣ ਦੁਬਾਰਾ ਕੋਈ ਗੱਲ ਨਾ ਕਰੇ, ਤਾਹਿਰ ਸਾਹਿਬ ਕੋਲ ਨਹੀਂ ਹੈ ਤਸਵੀਰ। ਮੋਬਾਈਲ ਫੋਨ 'ਚ ਹੋਏਗੀ, ਇਹਨਾਂ ਕੋਲ ਨਹੀਂ ਹੈ। ਨਹੀਂ, ਉਹ ਜਾਨੀ ਭਾਈ ਜੇ ਉਹ ਬੰਦਾ ਕਿਤੇ ਨੂੰ ਡਰਾਵਾ ਡਰੂਵਾ ਦੇ ਦੇ ਤੇ ਉਹ ਇਹਦਾ ਮਤਲਬ ਇਹ ਥੋੜਾ ਹੁੰਦਾ ਵੀ ਤਸਵੀਰ ਉਹਦੇ ਕੋਲ। ਇਹ ਹੁਣ ਤੁਸੀਂ ਸਿਆਸੀ ਬਿਆਨ ਦੇ ਰਹੇ ਹੋ। ਨਹੀਂ, ਮੇਰੇ ਕੋਲ ਕਿਸੇ ਦੀ ਕੋਈ ਤਸਵੀਰ ਨਹੀਂ। ਹੁਣ ਮੈਂ ਅਹਿਮਦ ਜੱਟ ਦੀ ਆ ਜਿਹੜੀ ਲੱਗੀ ਹੈ ਉੱਤੇ ਫੋਟੋ, ਇਹ ਲੈ ਲਾਂ ਤੇ ਮੈਂ ਕਹਾਂ ਮੇਰੀ ਭਾਜੀ ਓਰੀਜਨਲ ਤਸਵੀਰ ਹੈ ਤੇ ਇਹ ਮੇਰੀ ਆ ਜਰਮਨੀ ਦੀ ਤਸਵੀਰ ਹੈ 2001 ਦੀ ਕਿ ਕਦੋਂ ਦੀ। ਹਾਂਜੀ, ਆ ਜਰਮਨੀ ਦੀ। ਇਹ ਬਿਲਕੁਲ ਮੇਰੇ ਮੁਖਾਲਫੀਨ ਜਿਹੜੇ ਨੇ ਨਾ, ਇਹ ਜਿਹੜਾ ਲੋਟਾ ਤੇ ਮੁਖੰਨਸ ਗਰੁੱਪ ਹੈ, ਉਹਨਾਂ ਨੂੰ ਹੀ ਪੁੱਛ ਸਕਦੇ ਹੋ, ਮੇਰੀ ਓਰੀਜਨਲ ਤਸਵੀਰ ਹੈ। ਠੀਕ ਹੈ, ਐਲਾਨ ਕਹਿਣਾ ਇਹਨਾਂ ਬੰਦਿਆਂ ਸਾਹਮਣੇ। ਤੇ ਉਹ ਅਹਿਮਦ ਭੱਟੀ ਸਾਹਿਬ ਜਾਣਦੇ ਨੇ, ਉਹ ਜੱਗੇ ਨੇ ਪਤਾ ਨਹੀਂ ਕਿੱਥੋਂ ਲੈ ਕੇ ਇੱਕ ਫੋਟੋ ਲਾ ਕੇ ਬੁੱਢੇ ਜੇ। ਮੈਂ ਤੇ ਤਾਰ ਸਾਹਿਬ ਤਾਂ ਲਾਈ, ਕੋਈ ਲਾਵੇ ਮੇਰੀ ਤਸਵੀਰ ਤੇ ਬਲੈਕਮੇਲ ਕਰੇ, ਮੈਂ ਲਾਣ ਲੱਗਾ ਤਸਵੀਰ। ਇਸ ਤੋਂ ਪਹਿਲਾਂ ਭਾਜੀ ਮੈਂ ਆਪ ਲਾਈ ਹੈ ਕਿ ਆਹ ਲਓ ਭਾਈ, ਜੋ ਤੁਸੀਂ ਕਰਨਾ ਜੇ ਕਰ ਲਓ। ਠੀਕ ਹੈ, ਬਲੈਕਮੇਲ ਨਹੀਂ ਹੋਣਾ। ਵੇਲੋ ਲਾਈ ਹੈ। ਹਾਂ, ਕਿਹੜਾ ਮਸਲਾ ਉੱਥੇ? ਹਾਂ, ਅਹੀਂ ਭਾਈ ਬਲੈਕਮੇਲ ਕੋਈ ਨਹੀਂ ਹੋਣਾ ਕਿਸੇ ਕੋ। ਠੀਕ ਹੈ, ਇਹ ਲਾਈ ਹੈ ਤਸਵੀਰ, ਜਿਹਦਾ ਦਿਲ ਕਰਦਾ ਜਾ ਕੇ ਜੋ ਕਰਨਾ ਉਹ ਕਰ ਲੈ। ਮਸ਼ਰਾ ਦਾ ਤੇ ਉਦੋਂ ਭਾਵੇਂ ਗੋਦੀ 'ਚ ਖੇਡਦਾ ਹੋਏ, ਜਦੋਂ ਦਾ ਮੈਂ ਬਾਹਰ ਆ ਗਿਆ, ਤੇ ਮੇਰੇ ਕੋਲ ਕਿੱਦਾਂ ਉਹਦੀ ਫੋਟੋ ਹੋਣੀ ਹੈ? नहीं, इंज ना करो, ਹੁਣ एडा छोटा भी नहीं है वो। ये बात ही की आपकी गोदी में खेलता था, ये बात हज़फ कर दे। नहीं, वालदा की गोदी मनु 33 साल हो गए जी अहमद जट साहब बाहर। हाँ, तो फिर थोड़ा जा फर्क है भाई।
ਉਹ ਜਾਨੀ ਬਾਈ ਵਾਲਦਾ ਦੀ ਵੀ ਗੋਦੀ ਹੋ ਸਕਦੀ ਹੈ। ਮੁਬਸ਼ਰ ਰਜ਼ਾ ਸਾਹਿਬ ਜਿਹੜੇ ਨੇ ਉਹ ਆਪਣੀ ਵਾਲਦਾ ਦੀ ਗੋਦੀ 'ਚ ਵੀ ਖੇਡਦੇ ਰਹੇ ਹੋਣੇ ਨੇ। ਵਾਲਦਾ ਦਾ ਨਾਮ ਲੈਣ ਨਾ ਇਹ ਤੇ ਨਹੀਂ ਨਾ ਗੋਦੀ ਨਹੀਂ ਹੁਣ ਤੁਸੀਂ ਲੈ ਲਓ ਨਾ, ਤੁਸੀਂ ਸੋਚ ਲਓ ਕਿ ਵਾਲਦਾ ਦੀ ਗੋਦੀਆਂ 'ਚ ਸਟੀਲ ਦਾ ਕਿੱਲ ਵੀ ਹੁੰਦਾ ਵੇ। ਅਸਤਗਫਿਰੁल्लाह ਰੱਬੀ ਮਿਨ ਕੁੱਲੀ ਜ਼ੰਬ। ਮੇਰੇ ਅਹਿਮਦ ਜੱਟ ਭਾਈ ਅਹਿਮਦ ਜੱਟ ਸਾਹਿਬ ਹਾਣੀ ਉਹ ਨੇ ਇੱਕ ਬਰਾੜ ਲੱਗਦੀ ਹੁੰਦੀ ਹੈ, ਉਹ ਸ਼ਾਹ ਜੀ ਦੀ ਐਂਟੀ ਡਿਪਰੈਸ਼ਨ। ਹਾਂਜੀ ਉੱਥੇ ਜਿਹੜੇ ਬੰਦੇ ਬੈਠੇ ਹੁੰਦੇ ਜੀ ਉਹ ਮੇਰੇ ਹਾਣ ਹੁੰਦੇ ਨੇ ਕਿ ਜਦੋਂ ਦੇ ਉਹ ਤੁਸੀਂ ਬਾਹਰ ਕਿਹੜੇ ਆਏ ਸ਼ਹਿਰ ਉਦੋਂ ਹੁੰਦੇ ਹੋ ਮੈਂ ਇੱਥੇ? ਆਇਆ। ਮੈਂ ਇੱਥੇ ਕੋਈ ਵੱਡਾ ਸ਼ਹਿਰ ਦੱਸ ਦੋ। ਹਾਸਲ ਦੇ ਲਾਗੇ, ਹਾਸਲ ਦੇ ਲਾਗੇ। ਇਹ ਬਰਸਲ ਤੋਂ ਕਿੰਨੀ ਦੂਰ ਹੈ? ਇਹ ਇੱਥੋਂ ਜਿਹੜਾ ਬਰਸਲ ਤੋਂ ਦੱਸ ਦੋ। ਦਰਅਸਲ ਤੋਂ 60-70 ਕਿਲੋਮੀਟਰ ਹੈ। ਅੱਛਾ 60-70 ਕਿਲੋਮੀਟਰ ਹੈ, ਸਹੀ ਹੈ। ਈਦ ਤੇ ਪਰ ਤੁਹਾਡਾ ਇਹ ਇੱਧਰੋਂ ਮੁਲਾਕਾਤ ਕਰਨੀ ਵੱਲੋਂ ਆਈਏ ਤਾਂ ਇਨਸ਼ਾਅੱਲਾ। ਪਹਿਲੋਂ ਤੁਹਾਨੂੰ ਆਉਂਦਾ ਆਪਣੀ ਹਾਸਲ। ਤਸਵੀਰ ਜਿਹੜੀ ਲਾਈਵ ਦੇ ਕੇ ਆਉਣੀ ਹੈ ਇਨਸ਼ਾਅੱਲਾ। ਬਿਸਮਿਲ੍ਲਾ ਜੀ ਅੰਟੋਨ ਬਿਸਮਿਲ੍ਲਾ। ਕੀ ਕਰਕੇ ਨਾਮ ਹੈ ਇਹਦਾ, ਸ਼ਹਿਰ ਸੀ ਉੱਥੇ ਆਉਣਾ ਹੈ। ਤੇ ਅੰਟਵਰਪਨ ਤੋਂ 60 ਕਿਲੋਮੀਟਰ ਹੈ ਸਾਡਾ। ਹਾਂ ਉੱਥੇ ਅਸੀਂ ਆਉਣਾ ਹੈ ਈਦ ਤੇ। ਤੇ ਅੰਟਵਰਪਨ ਤੋਂ ਹਾਸਲ ਜਾਓਗੇ ਤੇ ਉੱਥੇ ਅੱਗੇ ਸੰਤਰੋਧਨ ਹੈ। ਵਾਹ ਠੀਕ ਹੋ ਗਿਆ, ਵਾਹ ਡਨ ਹੋ ਗਿਆ। ਲਾਈਵ ਤਸਵੀਰ ਤਾਰ ਸਾਹਿਬ ਨੂੰ ਦੇ ਕੇ ਆਉਣੀ ਹੈ ਤੇ ਤਾਰ ਸਾਹਿਬ ਦੀ ਲਾਈਵ ਤਸਵੀਰ ਮੈਂ ਲੈ ਕੇ ਆਉਣੀ ਹੈ। ਲਾਈਵ ਜੀ ਲਾਈਵ ਬਿਲਕੁਲ ਤੁਹਾਨੂੰ ਸਭ ਕੁਝ ਠੀਕ ਹੈ। ਕੱਲ ਨੂੰ ਸਾਹਿਬ ਤਾਹਿਰ ਭਾਈ ਨੇ ਕੋਈ ਤਸਵੀਰਾਂ ਦਾ ਡਾਟਾਬੇਸ ਬਣਾਇਆ ਹੋਇਆ ਫੈਸਿਲਿਟੇਟ ਕਰਾਂਗੇ ਜੀ ਅਸੀਂ। ਅਲੀ ਅਕਬਰ ਚਲ ਉਹ ਜਿਹੜੀ ਜੱਗੇ ਨੇ ਫੋਟੋ ਲਾਈ ਸੀ ਬਾਬੇ ਦੀ, ਉਹ ਤੁਹਾਡੀ ਨਹੀਂ ਹੈ? ਪਤਾ ਨਹੀਂ, ਮੈਨੂੰ ਤਾਂ ਯਾਦ ਵੀ ਨਹੀਂ ਭਾਈ। ਪੱਟੀ ਮੁੜ ਜਾ ਕੀਤਾ ਨਾ ਉਹਦਾ ਜੱਗੇ ਦਾ ਕਿ ਉਹਨੇ ਫੋਟੋ ਲਾਈ ਸੀ ਬੁੱਢੇ ਜਿਹੇ ਬਾਬੇ ਯਾਰ ਦੀ। ਹੁਣ ਸਾਰੀ ਗੱਲ ਹੈ, ਜਿਨ੍ਹਾਂ ਨੂੰ 33 ਸਾਲ ਇੱਥੇ ਹੋ ਗਏ ਨੇ ਬੁੱਢੇ ਕੀ ਮਤਲਬ। ਹੁਣ ਗੱਲ ਹੈ ਕਿ ਉਮਰ ਦੇ ਨਾਲ ਸਾਰਾ ਅਸੀਂ ਵੀ ਬੁੱਢੇ ਹੀ ਹੋਣ ਡੇ ਨਾ। ਹੁਣ ਅਸੀਂ ਕਿਹੜੇ ਹੁਣ ਤਾਂ ਮੁੰਡਾ ਵੀ ਮੇਰਾ 28-29 ਸਾਲ ਦਾ ਹੋ ਬਜ਼ੁਰਗ ਦੀ ਗਿਆ। ਫੋਟੋ ਸੀ ਵਾਕਈ। ਉਹਨਾਂ ਦਾ ਮੁੰਡਾ ਸਾਡੇ ਜਿੱਡਾ ਵੇ 28 ਸਾਲ ਦਾ ਕਹਿਣ ਡੇ ਨੇ। ਚਲੋ ਮੇਰੇ ਤੋਂ ਕੋਈ 5-6 ਸਾਲ ਛੋਟਾ ਹੈ ਤੇ ਜ਼ਾਹਰੀ ਗੱਲ ਹੈ ਫਿਰ ਅਗਰ ਉਹ ਲਾਈਵ ਹੀ ਹੈ ਤਾਂ ਬਜ਼ੁਰਗ ਹੋ ਗਏ ਨੇ। ਹੁਣ ਜ਼ਾਹਰੀ ਗੱਲ ਹੈ ਜਿਨ੍ਹਾਂ ਨੂੰ 33 ਸਾਲ ਬੈਲਜੀਅਮ 'ਚ ਹੋ ਗਏ ਨੇ, ਯੂਰਪ 'ਚ ਹੋ ਗਏ ਨੇ, ਤੇ ਜ਼ਾਹਰੀ ਗੱਲ ਹੈ ਫਿਰ ਹੁਣ ਉਹਦਾ ਯੰਗ ਲੱਗਦੇ ਪਏ ਨੇ, ਯੰਗ ਮੁੰਡਾ ਲੱਗਣ ਦੇ ਨਾ ਮੁੱਛਾਂ। ਤੇ ਜ਼ਾਹਰੀ ਗੱਲ ਜਦੋਂ ਆਏ ਹਨ ਜਰਮਨੀ ਉਦੋਂ ਦੀ ਹੋਣੀ ਹੈ ਨਾ। ਭਾਈ ਇਹ ਸਾਰੇ ਬੰਦੇ ਤਿਆਰ ਰਹੇ ਹੋ, ਜੇ 34 ਬੰਦੇ ਸੌਂਦੇ ਪਏ ਹੋ, ਠੀਕ ਹੈ। ਇਦੋਂ ਬਾਅਦ ਜਿਹੜਾ ਨਾ ਅਹਿਮਦ ਜੱਟ ਦੀਆਂ ਫੋਟੋਆਂ ਮੈਂ ਇੱਥੇ ਲਾਣੀਆਂ ਟਿਕਟਾਕ ਦੇ ਉੱਤੇ ਸਰੇਆਮ। ਉਹ ਯਾਰ ਹੁਣ ਹੀ ਲਾ ਨਾ। ਮੇਰੀ ਆ ਸਾਹਮਣੇ ਪਹਿਲਾਂ ਜਿਹੜੀ ਇੱਕ ਤਸਵੀਰ ਸੀ ਉਹ ਵੀ ਮੇਰੀ ਓਰੀਜਨਲ ਤਸਵੀਰ ਸੀ, ਇਹ ਵੀ ਮੇਰੀ ਓਰੀਜਨਲ ਤਸਵੀਰ ਹੈ। ਬੇਸ਼ੱਕ ਮੇਰੇ ਜਿਹੜੇ ਲੋਟਾ ਗਰੁੱਪ ਮੁਖੰਨਸ ਗਰੁੱਪ ਦਾ ਮੈਂ ਜਨਾਬ ਮੈਂਬਰ ਰਹਿ ਚੁੱਕਿਆ ਅੱਗੇ, ਠੀਕ ਹੈ, ਉਹਨਾਂ ਕੋਲ ਤਸਦੀਕ ਕਰ ਲਓ। ਨਹੀਂ ਉਹ ਤੁਹਾਡਾ ਤੇ ਭਾਈ ਆਪਣੇ ਅਹਿਮਦ ਜੱਟ ਸਾਹਿਬ, ਉਹ ਤੁਹਾਡੇ ਬਾਰੇ ਤਾਂ ਸਹੀ ਗੱਲ ਜੇ ਗੱਲ ਵੀ ਨਹੀਂ ਕਰਨ ਦਿੰਦਾ ਕੋਈ। ਮੁੜਦੇ ਹੀ ਨਹੀਂ ਯਾਰ, ਉਹ ਮੁੜਦੇ ਹੀ ਨਹੀਂ ਤਾਹਿਰ ਸਾਹਿਬ। ਜਿਹੜਾ ਹਰ ਦੂਜੇ ਬੰਦੇ ਨੂੰ ਫੜ ਕੇ ਉਹਨੂੰ ਕਹਾਂਗੇ ਇਹਦੀ ਬਰਾੜ ਤੇ ਨਹੀਂ ਜਾਣਾ ਕਦੀ। ਨਹੀਂ ਪਰਸਨਲ ਵੀ ਗੱਲ ਕਰੀਏ ਨਾ ਤੇ ਤੁਹਾਡੇ ਬਾਰੇ ਕੋਈ ਗੱਲ ਨਹੀਂ ਕਰਨ ਦਿੰਦਾ ਉਹ। ਮੈਂ ਤੁਹਾਨੂੰ ਸਾਫ਼ ਕਹਿਣ ਡਿਆ ਤੁਹਾਡੇ ਮੂੰਹ ਤੇ। ਯਾਰ ਮੈਂ ਵੀ ਕਿਸੇ ਦੇ ਨਹੀਂ ਗੱਲ ਕਰਦਾ, ਠੀਕ ਹੈ, ਮੈਂ ਵੀ ਕਿਸੇ ਦੇ ਨਹੀਂ ਕਰਦਾ। ਇਹ ਮਜਬੂਰ ਕਰਦੇ ਨੇ ਕਿ ਗੱਲ ਕੀਤੀ ਜਾਵੇ, ਠੀਕ ਹੈ। ਇੱਕ ਬੰਦੇ ਨੂੰ ਕੋਈ ਬੁਲਾਉਂਦਾ ਹੀ ਨਹੀਂ, ਠੀਕ ਹੈ। ਮੇਰਾ ਇਖਤਲਾਫ ਹੈ ਨਾ ਉਹਨਾਂ ਨਾਲ, ਠੀਕ ਹੈ ਬਈ। ਨਾ ਜਦੋਂ ਇਖਤਲਾਫ ਹੈ ਫਿਰ ਤੁਸੀਂ ਕਿਉਂ ਵਿੱਚ ਮਤਲਬ ਤੁਸੀਂ ਆਉਂਦੇ ਹੋ, ਉੜਦਾ ਤੀਰ ਆਪਣੇ ਨਾਲ ਕਿਉਂ ਲੈਂਦੇ ਹੋ? ਇਹ ਪਰਸੋਂ ਵੀ ਭੱਜੇ ਨਾ ਮੈਨੂੰ ਫੋਨ ਖੜਕਾਇਆ, ਸਹੀ ਹੈ ਕਿ ਅਸੀਂ ਤੇ ਵੇਖੋ ਨਾਸਰ ਭੱਟ ਸਾਹਿਬ ਨਾਲ ਮੇਰਾ ਇਖਤਲਾਫ ਸੀ, ਮੈਂ ਉਹਨਾਂ ਦੇ ਕੋਲ ਜਾ ਕੇ ਸੁਲ੍ਹਾ ਕਰ ਲਈ। ਨਹੀਂ ਬੜੀ ਅੱਛੀ ਗੱਲ ਹੈ, ਵੇਖੋ ਸੁਲ੍ਹਾ ਹੋਣੀ ਚਾਹੀਦੀ ਜਾ ਹੈ। ਕੇ ਮੈਂ ਉਹਨਾਂ ਦੇ ਬਹਿ ਗਿਆ। ਨਹੀਂ ਬੜੀ ਅੱਛੀ ਗੱਲ ਹੈ, ਬੜੀ ਅੱਛੀ ਗੱਲ ਹੈ। ਮੇਰਾ ਜਿਹੜੀ ਚੀਜ਼ ਜੱਟ ਸਾਹਿਬ ਅਹਿਮਦ ਜੱਟ ਸਾਹਿਬ, ਜਿਹੜਾ ਤੁਹਾਡਾ ਆਪਣਾ ਹੈਗਾ ਰੋਜ਼ਗਾਰ ਜ਼ਰੀਆ ਆਮਦਨ ਟਿਕਟਾਕ ਦਾ ਜਿਹੜਾ ਤੁਸੀਂ ਕਰਦੇ ਸੀਗੇ ਤਬਲੀਗ ਉਹ ਵਾਲੀ, ਉਹ ਤਬਲੀਗ ਕਿੱਦਣ ਸ਼ੁਰੂ ਕਰਨੀ ਹੈ ਵਾਪਸ? ਨਹੀਂ ਉਹ ਮੈਂ ਤਾਂ ਹੁਣ ਖੈਰ ਇੰਨਾ ਟਾਈਮ ਹੀ ਨਹੀਂ ਹੈ, 2-4 ਛੁੱਟੀਆਂ ਨੇ ਤੇ ਬਸ ਫਿਰ ਇਨਸ਼ਾਅੱਲਾ ਸ਼ਾਇਦ ਕੱਲ ਨਹੀਂ ਤੇ ਪਰਸੋਂ ਫਿਰ ਦੁਬਾਰਾ। ਟਾਈਮ ਨਹੀਂ ਹੈ ਭਰਾਵਾ, ਨਾਲ ਪੜ੍ਹਨਾ ਹੁੰਦਾ, ਨਾਲ ਕੰਮ ਕਰਨਾ ਹੁੰਦਾ, ਨਾਲ ਬੱਚਿਆਂ ਨੂੰ ਸਾਰਾ ਉਰਾਂ ਪਰਾਂ, ਕਦੀ ਜਰਮਨੀ ਕਦੀ ਇੱਥੇ, ਇੰਨਾ ਟਾਈਮ ਨਹੀਂ ਹੈ। ਵੈਸੇ ਉਹ ਬੜੀ ਰੌਣਕ ਲੱਗੀ ਹੁੰਦੀ ਜਦੋਂ ਤੁਸੀਂ ਬੈਠੇ ਹੁੰਦੇ ਹੈਗੇ ਨਾ। ਦੁਆ ਕਰੋ ਕਿ ਪਾਕਿਸਤਾਨ 'ਚ ਨਵੀਂ ਪਾਰਟੀ ਬਣੇ ਤੇ ਫਿਰ ਮੈਂ ਅਹਿਮਦ ਜੱਟ ਸਾਹਿਬ ਦਾ ਉੱਥੋਂ ਫੈਨ ਹੋਇਆ ਹਾਂ ਜਿੱਥੇ ਪਹਿਲਾਂ ਮੈਂ ਅਲੀ ਅਕਬਰ ਸਾਹਿਬ ਸਾਡੇ ਕੋਲ ਆ ਕੇ ਬਹਿੰਦੇ ਰਹੇ ਹਨ, ਆਪਣੀ ਨਵੀਂ ਬਰਾੜ ਲਾਉਂਦੇ ਹਾਂ ਅਸੀਂ ਜਦੋਂ, ਤੇ ਅਲੀ ਅਕਬਰ ਸਾਹਿਬ ਨੂੰ ਮੈਂ ਫਾਲੋ ਕਰਦੇ ਨਾ ਅਹਿਮਦ ਜੱਟ ਸਾਹਿਬ ਦੇ ਕੋਲ ਪਹੁੰਚਿਆ। ਪਰ ਅਹਿਮਦ ਜੱਟ ਸਾਹਿਬ ਉੱਥੇ ਲਾਉਣੀ ਬਰਾੜ ਤੇ ਬਾਬਾ ਜੀ ਪੂਰੇ ਭਾਰਾਂ ਦੇ ਨਾਲ ਚੱਲਦੀ ਹੋਣੀ। ਮੈਂ ਛੱਟੇ ਅਹਿਮਦ ਜੱਟ ਸਾਹਿਬ ਮੈਨੂੰ ਕਹਿੰਦਾ ਨਹੀਂ ਤੁਸੀਂ ਜਨਾਬ ਮੁਹਤਰਮ ਤੁਸੀਂ ਰਹਿਣ ਦਿਓ, ਤੁਸੀਂ ਨਾ ਕਰੋ। ਮੈਂ ਸਹੀ ਹੋ ਗਿਆ ਵੇ। ਗਾਦੀ ਇੱਥੇ ਕਿਸੇ ਨੂੰ ਕਹਿਣਾ, ਬਾਰ-ਬਾਰ ਕਹਿਣਾ ਕਿ ਕੋਈ ਗਾਲਾਂ ਕੱਢੀਆਂ ਨੇ,
ਬਈ ਤੁਹਾਨੂੰ ਅਗਰ ਕਿਸੇ ਨੇ ਮੈਂ ਕੱਢੀਆਂ ਨੇ ਨਾ, ਉੱਥੇ ਸੁਣਾਓ ਲੋਕਾਂ ਨੂੰ ਬਾਰ-ਬਾਰ। ਆਹ ਕਿ ਚੀਕਣਾ ਉੱਥੇ ਬਹਿ ਕੇ ਕਿੰਨੇ ਗਾਲਾਂ ਕੱਢੀਆਂ ਨੇ, ਬਈ ਚਲਾਓ, ਸੁਣਾਓ ਲੋਕਾਂ ਨੂੰ। ਮੈਂ ਤੁਹਾਨੂੰ ਖੁਦ ਕਹਿਣ ਡਿਆ, ਚੀਕਣ ਨਾਲ ਕੱਖ ਨਹੀਂ ਹੋਣਾ। ਮੁਖੰਨਸ ਗਰੁੱਪੋ, ਚੀਕਣ ਨਾਲ ਲੋਟਾ ਗਰੁੱਪ, ਲੋਟਾ ਲਾਇਆ ਹੀ ਤਾਂ ਲੋਟਾ ਬਹੁਤ ਦੁੱਖ ਰਿਹਾ, ਲੋਟਾ ਵੱਡਾ ਕਰਕੇ ਲਾਓ ਯਾਰ, ਠੀਕ ਹੈ। ਬਈ ਤੁਹਾਨੂੰ ਜੋ ਇੱਜ਼ਤ ਨਹੀਂ ਰਾਸ ਹੈ, ਹਰ ਪਾਸੇ ਤੁਹਾਡਾ ਦਿਲ ਕਰਦਾ ਤੁਹਾਨੂੰ ਸੁਬਾਹ ਜੁੱਤੀ ਵੱਜੇ, ਦੁਪਹਿਰ ਵੱਜੇ, ਸ਼ਾਮ ਵੱਜੇ, ਤੇ ਠੀਕ ਹੈ, ਖਾਓ ਬਹਿ ਕੇ ਜੁੱਤੀਆਂ, ਚੀਕਾਂ ਮਾਰੋ, ਮਜ਼ਹਬ ਕਾਰਡ ਖੇਡੋ, ਜੋ ਤੁਹਾਡਾ ਦਿਲ ਕਰਦਾ ਖੇਡੋ। ਤੁਸੀਂ ਮੁਖੰਨਸ ਗਰੁੱਪ। ਇਹ ਮੁਫਤੀ ਮੁਬਸ਼ਰ ਰਜ਼ਾ ਕਾਦਰੀ ਦਾਮਤ ਬਰਕਾਤੁਹੁਮ ਆਲੀਆ ਆਏ ਨੇ ਆਨਲਾਈਨ। ਮੈਂ ਅਗਰ ਵੇਖਣਾ ਜੀ ਉੱਥੇ ਹੋਏ ਤੇ ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਕਿੱਥੇ ਆਏ ਨੇ? ਲਾਈਨ ਅਪ ਉਹਨਾਂ ਨੇ ਕਮਰਾ ਖੋਲਿਆ। ਹਾਂ ਟਿਕਟਾਕ ਜੀ ਟਿਕਟਾਕ ਖੋਲੇ। 12 ਬੰਦੇ ਤਕਰੀਬਨ 12-14 ਬੰਦੇ ਬੈਠੇ ਉਹਨਾਂ ਕੋਲ ਇਸ ਟਾਈਮ। ਠੀਕ ਹੈ ਚਲੋ ਮੈਂ ਹੋ ਕੇ ਆਇਆ ਜਰਾ। ਓਕੇ ਹੈਲਮਟ ਪਾ ਜਿਓ। ਕਿਧਰ ਚਲੇ ਗਏ ਬੰਦੇ? ਨਿਕਲ ਗਏ ਸਾਰੇ ਹੀ। ਆ ਲੋਟਾ ਤੂੰ ਵੱਡਾ ਕਰ ਛੜ ਬਸ, ਹੋਰ ਬਾਕੀ ਖੈਰ ਹੀ ਹੈ। ਹਜ਼ਰਤ ਲੋਟਾ ਸ਼ਰੀਫ ਵੱਡਾ ਕਰ ਦੇਣਾ ਕੋਈ ਮਸਲਾ। ਇਹਨੇ ਲੋਟਾ ਛੋਟਾ ਕੀਤਾ ਸੀ ਤਾਂ ਬੰਦੇ ਚਲੇ ਗਏ ਨੇ। ਨਹੀਂ ਮੈਂ ਕਿਹਾ ਲੋਟਾ ਵੱਡਾ ਰੱਖ, ਬਹੁਤ ਸਾਰੇ ਲੋਕਾਂ ਨੂੰ ਪਸੰਦ ਹੈ, ਖਾਸ ਤੌਰ ਤੇ ਮੁਖੰਨਸ ਗਰੁੱਪ ਨੂੰ ਪਸੰਦ ਹੈ। ਇਹ ਅਕਾਸੀ ਕਰ ਰਿਹਾ ਇਸ ਮੁਖੰਨਸ ਗਰੁੱਪ ਦੀ। ਹੁਣ ਇਹਦੇ ਤੇ ਸੁਬਾ ਪਤਾ ਕੀ ਹੈ ਮੇਰਾ ਖਿਆਲ ਕਰਨ ਦਾ, ਜਿਹੜਾ ਜਿੱਥੇ ਲਿਖਿਆ ਨਾ ਮੁਖੰਨਸ ਲੋਟਾ, ਇੱਥੇ ਉਸ ਬੰਦੇ ਦੀ ਲਿਖਿਆ ਜਾਏ ਤੇ ਡੀਪੀ ਲਾਈ ਜਾਏ, ਛੋਟੀ ਗੱਲ ਹੈ। ਇਹ ਸਾਰਿਆਂ ਦੇ ਉੱਤੇ ਲਾ ਦਿਓ ਜਨਾਬ, ਆ ਜਿਹੜੀ ਜਿੰਨੀਆਂ ਟੂਟੀਆਂ ਨੇ ਨਾ, ਇੱਥੇ ਇੱਕ ਲੋਟੇ ਦੀ ਨਾਲ ਲਾ ਦਿਓ। ਸਹੀ ਹੈ। ਹਾਂ ਵੱਡੇ ਲੋਟੇ ਤੇ ਉਹ ਵੱਡੇ ਮੁਖੰਨਸ ਦੀ ਲਾਣੀ ਹੈ, ਠੀਕ ਹੈ। ਹਾਂ ਸਹੀ ਹੋ ਗਿਆ। ਇਹ ਕੋਈ ਐਚ ਰਾਜਪੂਤ ਸਾਹਿਬ ਆਏ ਨੇ, ਨਿਕਲ ਗਏ, ਚੰਗੇ ਰਹਿ ਗਏ ਜੋ। ਯਾਰ ਆਵਾਮ ਭਾਈ ਡਰਦੀ ਹੈ, ਸਿੱਧੀ ਗੱਲ ਹੈ। ਆਵਾਮ ਭਾਈ ਆਪਣੀ ਇੱਜ਼ਤਾਂ ਬਚਾਉਂਦੀ ਹੈ ਕਿ ਨਾਲ ਲਿਖਣਾ ਹੈ 1122, ਠੀਕ ਹੈ। ਮੁਖੰਨਸ ਤੇ ਲੋਟਾ ਲਿਖਣਾ ਉੱਥੇ, ਠੀਕ ਹੈ। ਸਹੀ ਹੋ ਗਿਆ। ਹਾਂ ਕਿਉਂਕਿ ਇਹਨੂੰ ਸੁਬਾਹ ਦੁਪਹਿਰ ਸ਼ਾਮ ਖੁਰਾਕ ਜੁੱਤੀਆਂ ਦੀ ਨਾ ਲੱਭੇ, ਇਹ ਬੰਦਾ ਬਾਜ਼ ਨਹੀਂ ਆਉਂਦਾ।